ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਬਾਣੀ ਵਿੱਚ ਇਹ ਲਿਖਿਆ ਹੈਗਾ ਕਿ ਕਾਮ ਕ੍ਰੋਧ ਕਾਇਆ ਕੋ ਗਾਲੈ ਜਿਉ ਕੰਚਨ ਸੁਹਾਗਾ ਟਾਲੈ, ਯਾਨੀ ਕਿ ਜਿਹੜਾ ਕਾਮ ਕ੍ਰੋਧ ਹੈਗਾ ਇਹਦੇ ਕਰਕੇ ਵੀ ਸਾਡੀ ਬੋਡੀ ਵਿੱਚ ਵਿਕਰਤੀਆਂ ਪੈਦਾ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਤੇ ਬੋਡੀ ਅੰਦਰੋਂ ਗਲਣੀ ਸ਼ੁਰੂ ਹੋ ਜਾਂਦੀ ਹੈਗੀ ਆ। ਕਿਸੇ ਨੂੰ ਮਹੀਨੇ ਵਿੱਚ ਇੱਕ ਵਾਰੀ ਇੱਕ ਵਾਰੀ ਹੋ ਜਾਵੇ ਤਾਂ ਇਹ ਨਾਰਮਲ ਹੁੰਦਾ ਹੈਗਾ, ਲੇਕਿਨ ਮੰਨ ਲਓ ਕਿਸੇ ਨੂੰ 10-10 ਵਾਰੀ 15-15 ਵਾਰੀ 20-20 ਵਾਰੀ ਇੱਕ ਮਹੀਨੇ ਵਿੱਚ ਨਾਈਟਫਾਲ ਹੋ ਰਿਹਾ, ਸੋਪਨ ਦੋਸ਼ ਹੋ ਰਿਹਾ ਹੈਗਾ, ਤਾਂ ਇਟ ਇਜ਼ ਅ ਬਿਗ ਪ੍ਰੋਬਲਮ, ਬਹੁਤ ਦਿੱਕਤ ਹੋ ਜਾਂਦੀ ਹੈ। ਤੇ ਜਿਹਨੂੰ ਇਹ ਪ੍ਰੋਬਲਮ ਹੁੰਦੀ ਹੈ ਉਹਨੂੰ ਹੀ ਇਹਦੇ ਬਾਰੇ ਪਤਾ ਹੈਗਾ ਕਿ ਕਿੱਦਾਂ ਇਹਦਾ ਦਰਦ ਕਿੰਨਾ ਹੁੰਦਾ ਹੈਗਾ। ਲੋਅਰ ਬੈਕ ਪੇਨ ਦੀ ਸ਼ਿਕਾਇਤ ਬਹੁਤ ਜ਼ਿਆਦਾ ਇਸ ਕੇਸ ਵਿੱਚ ਆਉਂਦੀ ਹੈਗੀ ਹੈ। ਉਸ ਤੋਂ ਇਲਾਵਾ ਆਪਾਂ ਦੇਖੀਏ ਤੇ ਜਿਹੜੀ ਦੋ ਪ੍ਰੋਬਲਮਸ ਹੈਗੀ ਸੈਕਸ਼ੂਅਲ ਪ੍ਰੋਬਲਮਸ, ਜਿਵੇਂ ਕਿ ਇਰੈਕਟਾਈਲ ਡਿਸਫੰਕਸ਼ਨ ਤੇ ਪ੍ਰੀਮੈਚੁਰ ਐਜੈਕੂਲੇਸ਼ਨ। ਪ੍ਰੀਮੈਚੁਰ ਐਜੈਕੂਲੇਸ਼ਨ ਯਾਨੀ ਕਿ ਤੁਹਾਡੀ ਜਿਹੜੀ ਟਾਈਮਿੰਗ ਹੈਗੀ, ਜਿਹੜੇ ਵੀਰੇ ਹੈਗੀ ਉਹਦਾ ਸਕਲਨ ਬਹੁਤ ਜਲਦੀ ਹੋ ਜਾਂਦਾ ਹੈ, ਟਾਈਮ ਤੋਂ ਪਹਿਲਾਂ ਹੀ ਹੋ ਜਾਂਦਾ ਹੈਗਾ। ਐਂਡ ਸੈਕੰਡਲੀ ਇਜ਼ ਇਰੈਕਟਾਈਲ ਡਿਸਫੰਕਸ਼ਨ, ਯਾਨੀ ਕਿ ਇਰੈਕਸ਼ਨ ਪ੍ਰੋਪਰਲੀ ਮੇਨਟੇਨ ਨਹੀਂ ਹੋ ਪਾਉਂਦੀ, ਕਿਉਂਕਿ ਜਦ ਰਿਪੀਟਡ ਸੈਮਨ ਲਾਸ ਹੋ ਰਿਹਾ ਹੈਗਾ ਤੇ ਉਹ ਜਿਹੜੇ ਸੋਲਿਡਸ ਨੇ, ਜਿਹੜੇ ਮਿਨਰਲਸ ਨੇ, ਪ੍ਰੋਟੀਨਸ ਨੇ, ਲਿਪਿਡਸ ਨੇ, ਉਹ ਬਾਰ-ਬਾਰ ਹਰ ਵਾਰੀ ਹਰ ਵੀਰੇਜ ਵਿੱਚ ਨਹੀਂ ਪ੍ਰੋਪਰਲੀ ਬਣ ਪਾਉਂਦੇ, ਕਿਉਂਕਿ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਇਟ ਟੇਕਸ 40 ਡੇਜ਼, ਜੋ ਅੱਜ ਤੁਸੀਂ ਡਾਈਟ ਲੈ ਰਹੇ ਹੈਗੇ ਉਹ 1 ਮਹੀਨੇ ਬਾਅਦ ਜਾ ਕੇ ਤੁਹਾਡੇ ਸੀਮਨ ਵਿੱਚ ਕਨਵਰਟ ਹੋਣੀ ਹੈਗੀ ਹੈ। ਸੋ ਜੇ ਕਿਸੇ ਨੂੰ ਰਿਪੀਟਡ ਸੀਮਨ ਲਾਸ ਹੋਣਾ ਸ਼ੁਰੂ ਹੋ ਜਾਵੇ ਤੇ ਉਹ ਪ੍ਰੋਪਰਲੀ ਹਰ ਸੀਮਨ ਵਿੱਚ ਉਹਦੀ ਕੁਆਲਿਟੀ ਜਿਹੜੀ ਹੈਗੀ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ। ਐਜ਼ ਅ ਰਿਜ਼ਲਟ ਉਹ ਪਾਣੀ ਵਰਗਾ ਬਣ ਜਾਂਦਾ, ਜਿਹਨੂੰ ਵਾਟਰੀ ਸੀਮਨ ਕਹਿ ਦਿੱਤਾ ਜਾਂਦਾ ਹੈ, ਵਾਟਰੀ ਸੀਮਨ। ਅੱਜਕੱਲ ਜਿਸ ਤਰ੍ਹਾਂ ਦਾ এনवायरमेंट ਬਣਦਾ ਜਾ ਰਿਹਾ ਹੈਗਾ, ਕਾਮ ਚਿੰਤਨ ਬਹੁਤ ਜ਼ਿਆਦਾ ਹੋ ਗਿਆ ਹੈਗਾ। ਇੰਟਰਨੈਟ ਤੇ ਜਿਸ ਤਰ੍ਹਾਂ ਦੀ ਵੀਡੀਓਜ਼ ਆ ਰਹੀਆਂ ਨੇ, ਫੋਟੋਜ਼ ਆ ਰਹੀਆਂ ਨੇ, ਸੋ ਪੋਰਨੋਗ੍ਰਾਫੀ ਵਿੱਚ ਸਾਡਾ ਜਿਹੜਾ ਰੁਝਾਨ ਅੱਜਕੱਲ ਇੰਨਾ ਵਧਿਆ ਜਾ ਰਿਹਾ ਹੈਗਾ। ਹਾਲੀਵੁੱਡ ਬਾਲੀਵੁੱਡ ਵਿੱਚ ਜਿਸ ਤਰ੍ਹਾਂ ਦੀ ਕ੍ਰੀਏਸ਼ਨ ਕੰਟੈਂਟ ਹੋ ਰਿਹਾ ਹੈਗਾ, ਉਹਦੇ ਨਾਲ ਕੀ ਹੁੰਦਾ, ਸਾਡੀ ਯੁਵਾ ਪੀੜ੍ਹੀ ਦਾ ਜਿਹੜਾ ਮਾਈਂਡਸੈਟ ਹੈਗਾ ਉਹ ਕਾਮ ਚਿੰਤਨ ਨਾਲ ਵਧ ਰਿਹਾ ਹੈਗਾ। ਐਜ਼ ਅ ਰਿਜ਼ਲਟ ਪੋਰਨੋਗ੍ਰਾਫੀ ਕਰਕੇ ਜਾਂ ਮਾਈਂਡ ਵਿੱਚ ਸੈਕਸ਼ੂਅਲ ਥਾਟਸ ਲਗਾਤਾਰ ਚੱਲਣ ਕਰਕੇ ਬੰਦਾ ਜਿਹੜਾ ਹੈਗਾ ਉਹ ਮੈਸਟਰਬੇਸ਼ਨ ਦੀ ਤਰਫ ਚਲੇ ਜਾਂਦਾ ਹੈਗਾ, ਐਕਸੈਸਿਵ ਸੈਕਸ਼ੂਅਲ ਐਕਟੀਵਿਟੀ ਦੀ ਤਰਫ ਚਲੇ ਜਾਂਦਾ ਹੈਗਾ। ਸਾਡਾ ਜਿਹੜਾ ਪੈਨਾਈਲ ਏਰੀਆ ਹੈਗਾ, ਜਿਹੜਾ ਸਾਡਾ ਪੀਨਸ ਹੈਗਾ, ਉਹਦੀ ਜਿਹੜੀ ਸਟਰੈਂਥ ਹੈਗੀ, ਉਹਦੇ ਅੰਦਰ ਜਿਹੜੇ ਵਾਲਸ ਨੇ, ਜਿਹੜੇ ਮਸਲਸ ਨੇ, ਜਿਹੜੇ ਲਿਪਸ ਨੇ, ਉਹ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ। ਪੇਰੈਂਟਸ ਵਾਸਤੇ ਵੀ ਜ਼ਰੂਰੀ ਬਣ ਜਾਂਦਾ ਹੈਗਾ ਕਿ ਪੇਰੈਂਟਸ ਵੀ ਜਦ ਆਪਣੇ ਬੱਚੇ ਹੋਣ ਤਾਂ ਉਹਨਾਂ ਨੂੰ ਇਸ ਚੀਜ਼ ਬਾਰੇ ਗਾਈਡ ਕਰਨ, ਕਿਉਂਕਿ ਅੱਜਕੱਲ ਕੀ ਹੈਗਾ, ਮਾਹੌਲ ਇਸ ਤਰ੍ਹਾਂ ਦਾ ਹੈਗਾ ਕਿ ਗਾਈਡੈਂਸ ਪ੍ਰੋਪਰ ਮਿਲਦੀ ਨਹੀਂ ਹੈਗੀ। ਤੇ ਗਾਈਡੈਂਸ ਦੇਣ ਵਾਲੇ ਕੌਣ ਨੇ? ਜਿਹੜੇ ਸਾਨੂੰ ਗਲਤ ਗਾਈਡ ਕਰਦੇ ਹੈਗੇ ਹੈ। ਈਵਨ ਤੁਸੀਂ ਅਗਰ ਡਾਕਟਰਾਂ ਦੀ ਵੀ ਗੱਲ ਕਰੋ, ਮੈਜੋਰਿਟੀ ਨੂੰ ਨਹੀਂ ਪਤਾ ਹੈਗਾ, ਤੇ ਉਹਨਾਂ ਕੋਲ ਵੀ ਜਾਓਗੇ ਉਹ ਵੀ ਤੁਹਾਨੂੰ ਗਲਤ ਸਲਾਹ ਦੇ ਦੇਣਗੇ, ਬਿਕਾਜ਼ ਉਹਨਾਂ ਦੇ ਸਿਲੇਬਸ ਵਿੱਚ ਉਹ ਚੀਜ਼ ਸੀਗੀ ਨਹੀਂ। ਤੇ ਇਹ ਜਿਹੜੀ ਚੀਜ਼ ਹੈਗੀ ਸਾਡੇ ਧਰਮ ਗ੍ਰੰਥਾਂ ਵਿੱਚ, ਆਯੁਰਵੇਦ ਵਿੱਚ ਇਹਨਾਂ ਬਾਰੇ ਲਿਖਿਆ ਹੋਇਆ ਹੈਗਾ। ਸੋ ਸਾਨੂੰ ਥੋੜੀ ਬਹੁਤ ਬੇਸਿਕ ਜਿਹੜੀ ਨੌਲੇਜ ਹੈਗੀ ਇਸ ਚੀਜ਼ ਬਾਰੇ ਹੋਣੀ ਚਾਹੀਦੀ ਹੈਗੀ। ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਯਾਨੀ ਥੋੜੇ ਜਿਹੀ ਨਿਮਕ ਕਾਮ ਸਵਾਦ ਸੈਕਸ਼ੂਅਲ ਐਕਟੀਵਿਟੀ ਦੇ ਥੋੜੇ ਜਿਹੇ ਪ੍ਰੈਸ਼ਰ ਵਾਸਤੇ, ਕੁਝ ਸੈਕਿੰਡਸ ਦਾ ਹੀ ਹੁੰਦਾ ਹੈ, 3-4 ਸੈਕਿੰਡ ਵਾਸਤੇ ਤੁਸੀਂ ਆਪਣੇ ਅੱਗੇ ਦੀ ਲਾਈਫ ਵਿੱਚ ਰਿਗਰੈਟ ਕਰਨਾ ਪੈਂਦਾ ਹੈਗਾ, ਬੰਦੇ ਨੂੰ ਪਛਤਾਣਾ ਪੈਂਦਾ ਹੈਗਾ। ਸਤਿ ਸ਼੍ਰੀ ਅਕਾਲ ਜੀ, ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਹੈਲਥ ਟਾਕ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ, ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਤੁਹਾਡੀ ਸਿਹਤ ਨੂੰ ਲੈ ਕੇ। ਸਿਹਤ ਨੂੰ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈਗਾ, ਚਾਹੇ ਤੁਸੀਂ ਇਸ ਵਕਤ ਗੋਡਿਆਂ ਤੋਂ ਲੈ ਕੇ ਮੋਢਿਆਂ ਦੇ ਦਰਦ ਨਾਲ ਜੂਝ ਰਹੇ ਹੋ, ਕੋਈ ਡਾਇਬੀਟੀਜ਼ ਦੀ ਪ੍ਰੋਬਲਮ ਆ, ਕੋਈ ਕਿਡਨੀਜ਼ ਦੀ ਪ੍ਰੋਬਲਮ ਆ, ਰਾਤ ਨੂੰ ਨੀਂਦ ਨਹੀਂ ਆਉਂਦੀ ਹੈ, ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਪ੍ਰੋਬਲਮ ਹੈਗੀ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ, ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਵਾਰੀ ਕੋਈ ਨਾ ਕੋਈ ਨਵਾਂ ਟੌਪਿਕ ਲੈ ਕੇ ਆਉਂਦੇ ਹਾਂ, ਤੇ ਕੋਸ਼ਿਸ਼ ਇਹ ਕਰਦੇ ਹੁੰਦੇ ਆ ਜਦੋਂ ਆਹ ਵਾਲਾ ਅਸੀਂ ਲਾਈਵ ਪ੍ਰੋਗਰਾਮ ਰਾਤ ਨੂੰ ਕਰਦੇ ਹਾਂ ਕਿ ਤੁਹਾਨੂੰ ਜਿਹੜਾ ਬਿਮਾਰੀ ਦਾ ਇਲਾਜ ਆ ਨਾ, ਉਹ ਸਿਰਫ ਇਸ ਤਰੀਕੇ ਨਾਲ ਦੱਸਿਆ ਜਾਵੇ ਕਿ ਤੁਹਾਨੂੰ ਗੋਲੀਆਂ ਖਾਣ ਦੀ ਲੋੜ ਨਾ ਪਵੇ। ਸਿਰਫ ਆਪਣੇ ਖਾਣ ਪੀਣ ਦੇ ਵਿੱਚ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਐਡ ਕਰਨੀਆਂ ਨੇ, ਤੁਹਾਡਾ ਖਾਣ ਪੀਣ ਕਿਸ ਤਰੀਕੇ ਦਾ ਹੋਣਾ ਚਾਹੀਦਾ ਆ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਕੇ ਤੁਹਾਨੂੰ ਤੁਹਾਡੀ ਸਮੱਸਿਆਵਾਂ ਤੋਂ ਛੁਟਕਾਰਾ ਪਵਾਇਆ ਜਾ ਸਕੇ। ਸੋ ਸਿਹਤ ਸੰਬੰਧੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤੇ ਆਪਣੀ ਡਾਈਟ ਬਾਰੇ ਪੁੱਛਣਾ ਚਾਹੁੰਦੇ ਹੋ ਕਿ ਕੀ ਖਾਣਾ ਚਾਹੀਦਾ, ਕੀ ਨਹੀਂ, ਕਿ ਤੁਹਾਡੀ ਬਿਮਾਰੀ ਵਿੱਚ ਕਿਹੜੀ ਡਾਈਟ ਸਹੀ ਹੋ ਸਕਦੀ ਹੈ, ਕਿਹੜੀ ਨਹੀਂ ਹੋ ਸਕਦੀ, ਇਸ ਦੇ ਬਾਰੇ ਵਿੱਚ ਸਾਨੂੰ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਅੱਜ ਖਾਸ ਤੌਰ ਤੇ ਅਸੀਂ ਮਰਦਾਂ ਦੀਆਂ ਬਿਮਾਰੀਆਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਆਮ ਤੌਰ ਤੇ ਫੀਮੇਲ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਦੇ ਬਾਰੇ ਤਾਂ ਗੱਲ ਕਰਦੀ ਹਾਂ, ਮੇਲ ਕਿਤੇ ਨਾ ਕਿਤੇ ਪਿੱਛੇ ਛੁੱਟ ਜਾਂਦੇ ਨੇ। ਸੋ ਅੱਜ ਅਸੀਂ ਮੇਲਸ ਦੀ ਪ੍ਰੋਬਲਮਸ ਦੇ ਬਾਰੇ ਵਿੱਚ ਵੀ ਗੱਲਬਾਤ ਕਰਾਂਗੇ। ਸੋ ਇਸ ਬਾਰੇ ਗੱਲਬਾਤ ਕਰਨ ਲਈ ਤੇ ਬਾਕੀ ਬਿਮਾਰੀਆਂ ਉੱਤੇ ਵੀ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਡਾਕਟਰ ਕਮਲਪ੍ਰੀਤ ਸਿੰਘ। ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਮੈਨੂੰ ਇਨਵਾਈਟ ਕਰਨ ਵਾਸਤੇ। ਕੀ ਹਾਲ ਚਾਲ? ਬਹੁਤ ਵਧੀਆ, ਫਸਟ ਕਲਾਸ। ਤੁਸੀਂ ਕਿਵੇਂ ਹੋ? ਬਹੁਤ ਵਧੀਆ ਜੀ। ਸੋ ਆਪਾਂ ਹਮੇਸ਼ਾ ਗੱਲਬਾਤ ਕਰਦੇ ਹਾਂ, ਕੋਈ ਨਾ ਕੋਈ ਆਪਾਂ ਟੌਪਿਕ ਲੈ ਕੇ ਆਉਂਦੇ ਹਾਂ, ਤੇ ਇਸ ਵਾਰੀ ਆਪਾਂ ਮੇਲ ਪ੍ਰੋਬਲਮਸ ਨੂੰ ਲੈ ਕੇ ਜਿਹੜੀਆਂ ਲੈ ਕੇ ਆਏ ਹਾਂ ਇਸ ਵਾਰੀ। ਤੇ ਇਹ ਟੌਪਿਕ ਇਹ ਜਿਹਾ ਜਿਹਦੇ ਬਾਰੇ ਗੱਲ ਕਰਨੀ ਵੀ ਬਹੁਤ ਜ਼ਰੂਰੀ ਆ, ਪਰ ਆਮ ਤੌਰ ਦੇ ਉੱਤੇ ਘਰਾਂ ਦੇ ਵਿੱਚ ਇਹਨਾਂ ਮੁੱਦਿਆਂ ਉੱਤੇ ਗੱਲਬਾਤ ਨਹੀਂ ਹੁੰਦੀ। ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਆ ਉਹ ਵੀ ਇਸ ਮੁੱਦੇ ਉੱਤੇ ਗੱਲਬਾਤ ਨਹੀਂ ਕਰਦੇ ਜ਼ਿਆਦਾਤਰ। ਗੱਲ ਕਰ ਰਹੇ ਸੁਪਨ ਦੋਸ਼ ਦੀ, ਨਾਈਟਫਾਲ ਦੀ। ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਪ੍ਰੋਬਲਮ ਹੈ ਕੀ ਹੈ, ਇਹ ਕਿਉਂ ਹੁੰਦੀ ਹੈ? ਸੁਪਨ ਦੋਸ਼ ਜਿਵੇਂ ਵਰਡਸ ਦੀ ਹੈਗੇ ਨਾ, ਸੁਪਨ ਦੋਸ਼ ਯਾਨੀ ਸੁਪਨੇ ਵਿੱਚ, ਯਾਨੀ ਜਦ
ਡ੍ਰੀਮ ਆ ਰਿਹਾ ਹੈ ਉਸ ਵੇਲੇ ਕੋਈ ਦੋਸ਼ ਹੋ ਜਾਵੇ ਉਹਨੂੰ ਸੁਪਨ ਦੋਸ਼ ਕਹਿ ਦਿੱਤਾ ਜਾਂਦਾ ਹੈ। ਸੋ ਇਟ ਇਜ਼ ਰੈਫਰ ਟੂ ਦਾ ਇਨਵੋਲੰਟਰਲੀ ਐਮਿਸ਼ਨ ਆਫ ਦਾ ਸੀਮਨ, ਯਾਨੀ ਜਿਹੜਾ ਸਾਡਾ ਵੀਰਜ ਹੈਗਾ ਸਾਡੇ ਇਜਾਜ਼ਤ ਤੋਂ ਬਗੈਰ, ਯਾਨੀ ਕਿ ਸਾਡੀ ਜਾਣਨ ਤੋਂ ਬਗੈਰ ਹੀ ਆਪਣੇ ਆਪ ਹੀ ਜਦ ਆਪਾਂ ਸੁੱਤੇ ਪਏ ਹਾਂ ਉਸ ਵੇਲੇ ਆਪਣੇ ਆਪ ਲੀਕ ਕਰ ਜਾਵੇ, ਆਪਣੇ ਆਪ ਨਿਕਲ ਜਾਵੇ, ਉਹਦਾ ਐਮਿਸ਼ਨ ਹੋ ਜਾਵੇ, ਉਹਨੂੰ ਕਹਿ ਦਿੱਤਾ ਜਾਂਦਾ ਹੈਗਾ ਨਾਈਟਫਾਲ। ਇਹਨੂੰ ਹੋਰ ਤਰੀਕੇ ਨਾਲ ਸਪਰਮਾਟੋਰੀਆ ਕਰਕੇ ਜਾਂ ਵੈਟ ਡ੍ਰੀਮਸ ਕਰਕੇ ਜਾਂ ਨੌਕਟਰਨਲ ਐਮਿਸ਼ਨਸ ਕਰਕੇ ਵੀ ਜਾਣਿਆ ਜਾਂਦਾ ਹੈਗਾ। ਸੋ ਦਿਸ ਇਜ਼ ਦਾ ਬੇਸਿਕਲੀ ਕਿ ਇਨਵੋਲੰਟਰਲੀ ਆਪਣੇ ਆਪ ਨਿਕਲ ਜਾਂਦਾ ਹੈ, ਤਾਂ ਇਹਨੂੰ ਕਹਿ ਦਿੰਦੇ ਆ ਸੁਪਨ ਦੋਸ਼। ਹੁਣ ਇਹਦੇ ਵਿੱਚ ਹੁੰਦਾ ਕੀ ਹੈਗਾ, ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਇਹ ਨੈਚੁਰਲ ਹੈ ਕਿ ਨਹੀਂ, ਇਹ ਨਾਰਮਲ ਹੈ ਕਿ ਨਹੀਂ, ਹੈ ਨਾ, ਕਿਉਂਕਿ ਮੈਜੋਰਟੀ ਆਫ ਦਾ ਡਾਕਟਰਸ ਕਹਿੰਦੇ ਕਿ ਨਾਰਮਲ ਹੈ ਚੀਜ਼ਾਂ, ਇਟਸ ਓਕੇ ਹੈ। ਬਿਲਕੁਲ ਰਾਈਟ। ਸੋ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਪ੍ਰੋਸੈਸ ਤਾਂ ਨੈਚੁਰਲ ਹੈਗਾ, ਕਿ ਜਿਹੜਾ ਨੈਚੁਰਲੀ ਕੁਦਰਤੀ ਹੀ ਹੈਗਾ, ਲੇਕਿਨ ਅਗਰ ਇਹ ਜ਼ਰੂਰਤ ਤੋਂ ਜ਼ਿਆਦਾ ਹੋਣ ਲੱਗ ਪਵੇ ਤਾਂ ਇਹਨੂੰ ਨਾਰਮਲ ਨਹੀਂ ਕਿਹਾ ਜਾ ਸਕਦਾ, ਤਾਂ ਇਹ ਪ੍ਰੋਬਲਮ ਬਣ ਜਾਂਦੀ ਹੈਗੀ ਹੈ। ਫੋਰ ਐਗਜ਼ਾਮਪਲ ਮੰਨ ਲਓ ਅੱਜ ਦੇ ਕੰਟੈਕਸਟ 'ਚ ਆਪਾਂ ਗੱਲ ਕਰੀਏ, ਅੱਜ ਕੱਲ੍ਹ ਦਾ ਜਿਸ ਤਰ੍ਹਾਂ ਜ਼ਮਾਨਾ ਬਣ ਗਿਆ ਹੈਗਾ, ਜੇ ਕਿਸੇ ਨੂੰ ਮਹੀਨੇ ਵਿੱਚ ਇੱਕ ਵਾਰੀ ਇੱਕ ਵਾਰੀ ਹੋ ਜਾਵੇ ਤਾਂ ਇਹ ਨਾਰਮਲ ਹੁੰਦਾ ਹੈਗਾ, ਲੇਕਿਨ ਮੰਨ ਲਓ ਕਿਸੇ ਨੂੰ 10-10 ਵਾਰੀ 15-15 ਵਾਰੀ 20-20 ਵਾਰੀ ਇੱਕ ਮਹੀਨੇ ਵਿੱਚ ਨਾਈਟਫਾਲ ਹੋ ਰਿਹਾ ਹੈ, ਸੁਪਨ ਦੋਸ਼ ਹੋ ਰਿਹਾ ਹੈਗਾ, ਤਾਂ ਇਟ ਇਜ਼ ਅ ਬਿਗ ਪ੍ਰੋਬਲਮ, ਬਹੁਤ ਦਿੱਕਤ ਹੋ ਜਾਂਦੀ ਹੈ। ਤੇ ਜਿਹਨੂੰ ਇਹ ਪ੍ਰੋਬਲਮ ਹੁੰਦੀ ਹੈ ਉਹਨੂੰ ਹੀ ਇਹਦੇ ਬਾਰੇ ਪਤਾ ਹੈਗਾ ਕਿ ਕਿੱਦਾਂ ਇਹਦਾ ਦਰਦ ਕਿੰਨਾ ਹੁੰਦਾ ਹੈਗਾ। ਸੋ ਡਾਕਟਰਸ ਜੀ ਤੁਸੀਂ ਗੱਲ ਕਰਦੇ ਸੀਗੇ ਕਿ ਮੋਸਟ ਆਫ ਦਾ ਡਾਕਟਰਸ, ਖਾਸ ਕਰ ਐਲੋਪੈਥੀ ਦੇ ਜਿਹੜੇ ਡਾਕਟਰਸ ਨੇ, ਉਹਨਾਂ ਦੇ ਅਕੋਰਡਿੰਗ ਇਹ ਕੋਈ ਪ੍ਰੋਬਲਮ ਨਹੀਂ ਹੈਗੀ, ਉਹਨਾਂ ਦੇ ਅਕੋਰਡਿੰਗ ਇਹ ਨੈਚੁਰਲ ਹੈਗਾ। ਸੋ ਇੱਥੇ ਸਾਨੂੰ ਸਮਝਣਾ ਇਹ ਪਏਗਾ ਕਿ ਹਰ ਨੈਚੁਰਲ ਚੀਜ਼ ਜ਼ਰੂਰੀ ਨਹੀਂ ਹੈਗੀ ਕਿ ਹਰ ਵਾਰੀ ਨਾਰਮਲ ਹੋਵੇ, ਹੈ ਨਾ। ਸੋ ਜਿਵੇਂ ਕਿ ਮੈਂ ਐਗਜ਼ਾਮਪਲ ਦਿੰਦਾ ਹੈਗਾ, ਜਿਵੇਂ ਮੰਨ ਲਓ ਸਾਡੀ ਮਲ ਮੂਤਰ ਤਿਆਗ ਕਰਨ ਦੀ ਕਿਰਿਆ ਹੈਗੀ, ਇਹ ਹੈ ਤਾਂ ਨੈਚੁਰਲ। ਜਿਵੇਂ ਹੁਣ ਆਪਾਂ ਯੂਰਿਨ ਪਾਸ ਕਰਨਾ ਹੈਗਾ, ਹੈ ਤਾਂ ਨੈਚੁਰਲ ਪ੍ਰੋਸੈਸ, ਤੇ ਜੇ 6 ਵਾਰ ਤੋਂ ਲੈ ਕੇ 8 ਵਾਰ ਦਿਨ ਵਿੱਚ ਜਾਣਾ ਪਵੇ ਯੂਰਿਨ ਪਾਸ ਕਰਨ ਵਾਸਤੇ ਤਾਂ ਇਹ ਨਾਰਮਲ ਮੰਨਿਆ ਜਾਂਦਾ ਹੈਗਾ। ਲੇਕਿਨ ਅਗਰ ਤੁਹਾਨੂੰ 15-15 ਵਾਰੀ 20-20 ਵਾਰੀ ਦਿਨ ਵਿੱਚ ਪਿਸ਼ਾਬ ਕਰਨ ਵਾਸਤੇ ਜਾਣਾ ਪਵੇ ਤੇ ਇਹ ਇੱਕ ਫ੍ਰੀਕੁਐਂਟ ਯੂਰੀਨੇਸ਼ਨ ਦੀ ਪ੍ਰੋਬਲਮ ਬਣ ਜਾਂਦੀ ਹੈ, ਜਿਹਨੂੰ ਪੋਲੀਯੂਰੀਆ ਕਹਿ ਦਿੱਤਾ ਜਾਂਦਾ ਹੈਗਾ। ਇਸੇ ਤਰ੍ਹਾਂ ਆਪਾਂ ਗੱਲ ਕਰੀਏ ਜਿਹੜਾ ਮਲ ਤਿਆਗ ਕਰਨਾ ਹੁੰਦਾ ਹੈਗਾ, ਇਹ ਵੀ ਅਗਰ ਦਿਨ ਵਿੱਚ 1 ਜਾਂ 2 ਵਾਰੀ ਹੋਵੇ ਤਾਂ ਇਹ ਨਾਰਮਲ ਮੰਨਿਆ ਜਾਂਦਾ ਹੈਗਾ। ਲੇਕਿਨ ਅਗਰ ਇਹ ਤੁਹਾਨੂੰ ਦਿਨ ਵਿੱਚ 5-5 ਵਾਰੀ 6-6 ਵਾਰੀ 7-7 ਵਾਰੀ ਮਲ ਤਿਆਗ ਕਰਨ ਜਾਣਾ ਪਵੇ ਤਾਂ ਇਹ ਵੀ ਇੱਕ ਪ੍ਰੋਬਲਮ ਬਣ ਜਾਂਦਾ ਹੈ, ਇੱਕ ਡਿਸਆਰਡਰ ਜਿਹਨੂੰ ਡਾਇਰੀਆ ਕਹਿ ਦਿੱਤਾ ਜਾਂਦਾ, ਇਹ ਪ੍ਰੋਬਲਮ ਬਣ ਜਾਂਦੇ ਹੈਗਾ। ਇਸ ਤਰ੍ਹਾਂ ਸਾਡੀ ਬਾਡੀ ਵਿੱਚ ਸ਼ੂਗਰ ਹੈਗਾ, ਹੁਣ ਸ਼ੂਗਰ ਤਾਂ ਸਾਰਿਆਂ ਵਿੱਚ ਹੈਗਾ, ਤੁਹਾਡੇ ਵਿੱਚ ਵੀ ਹੈਗਾ, ਮੇਰੇ ਵਿੱਚ ਵੀ ਹੈਗਾ, ਲੇਕਿਨ ਇੱਕ ਰੇਂਜ ਵਿੱਚ ਹੀ ਇਹ ਸਹੀ ਰਹਿੰਦਾ ਹੈਗਾ। ਜੇ ਲਗਾਤਾਰ ਕਿਸੇ ਦੀ ਸ਼ੂਗਰ 250 ਦੇ ਉੱਤੇ ਰਹਿਣ ਲੱਗ ਪਵੇ ਤੇ ਇਹ ਡਾਇਬੀਟੀਜ਼ ਬਣ ਜਾਂਦਾ ਹੈਗਾ, ਇਹ ਵੀ ਇੱਕ ਪ੍ਰੋਬਲਮ ਬਣ ਜਾਂਦੀ ਹੈ, ਜਿਸ ਕਰਕੇ ਸਰੀਰ ਵਿੱਚ ਹੋਰ ਨੁਕਸਾਨ ਦੇਖਣ ਨੂੰ ਮਿਲਦੇ ਨੇ। ਕਿਸੇ ਦੀ ਅੱਖਾਂ ਖਰਾਬ ਹੋ ਸਕਦੀਆਂ ਨੇ, ਕਿਸੇ ਦੀ ਕਿਡਨੀ ਖਰਾਬ ਹੋ ਸਕਦੀ ਹੈ, ਕਿਸੇ ਨੂੰ ਦਿਲ ਦੀ ਬਿਮਾਰੀ ਲੱਗ ਸਕਦੀ ਹੈ, ਹੋਰ ਵੀ ਬੜੀ ਸਾਰੀ ਤਰ੍ਹਾਂ ਦੀ ਪ੍ਰੋਬਲਮਸ ਆ ਜਾਂਦੀਆਂ ਨੇ। ਇਸੇ ਤਰ੍ਹਾਂ ਅਗਰ ਜਿਹੜਾ ਇਹ ਨਾਈਟਫਾਲ ਹੈਗਾ, ਇਹ ਅਗਰ ਇੱਕ ਜ਼ਰੂਰਤ ਤੋਂ ਜ਼ਿਆਦਾ ਹੋ ਜਾਵੇ, ਯਾਨੀ ਕਿ ਅਗਰ ਮਹੀਨੇ ਵਿੱਚ 5-5 ਵਾਰੀ 6-6 ਵਾਰੀ, ਕਈਆਂ ਦੇ ਕੇਸਿਸ ਮੈਂ ਦੇਖੇ ਇਸ ਤਰ੍ਹਾਂ ਦੇ ਪੇਸ਼ੈਂਟਸ ਅਸੀਂ ਹੈਂਡਲ ਕੀਤੇ ਆ ਜਿਨ੍ਹਾਂ ਨੂੰ 15-15 ਵਾਰੀ 20-20 ਵਾਰੀ ਸੁਪਨ ਦੋਸ਼ ਹੋ ਜਾਂਦਾ ਸੀਗਾ। ਫਿਰ ਉਹਨਾਂ ਨੂੰ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਆਉਣੀ ਸ਼ੁਰੂ ਹੋ ਜਾਂਦੀਆਂ ਨੇ, ਉਹਨਾਂ ਦਾ ਸਰੀਰ ਜਿਹੜਾ ਹੈਗਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ, ਐਂਡ ਐਜ਼ ਅ ਰਿਜ਼ਲਟ ਉਹਨਾਂ ਨੂੰ ਬਹੁਤ ਸਾਰੀ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਕਿਉਂਕਿ ਜਿਹੜਾ ਨਿਊਟ੍ਰੀਸ਼ਨ ਹੈਗਾ ਇਹ ਹੀ ਸਾਡੀ ਬਾਡੀ ਦਾ ਇੱਕ ਧੁਰਾ ਹੈਗਾ, ਇੱਕ ਕੇਂਦਰ ਹੈਗਾ। ਹੁਣ ਜਦ ਸਾਡਾ ਸੀਮਨ ਜਦ ਰਿਲੀਜ਼ ਹੋ ਜਾਂਦਾ ਹੈਗਾ ਤੇ ਉਹ ਸਿਰਫ ਇੱਕ ਪਾਣੀ ਨਹੀਂ ਸਾਡੇ ਵਿੱਚੋਂ ਬਾਹਰ ਗਿਆ, ਬਲਕਿ ਉਹਦੇ ਵਿੱਚ ਜਿਹੜੇ ਪ੍ਰੋਟੀਨ ਸੀਗੇ, ਜਿਹੜੇ ਲਿਪਿਡ ਸੀਗੇ, ਜਿਹੜੇ ਮਿਨਰਲ ਸੀਗੇ, ਜਿਵੇਂ ਕਿ ਕੈਲਸ਼ੀਅਮ ਹੋ ਗਿਆ, ਪੋਟੈਸ਼ੀਅਮ ਹੋ ਗਿਆ, ਮੈਗਨੀਸ਼ੀਅਮ ਹੋ ਗਿਆ, ਆਇਰਨ ਹੋ ਗਿਆ, ਇਸ ਤਰ੍ਹਾਂ ਦੇ ਜਿਹੜੇ ਸਾਡੇ ਅੰਦਰ ਦੇ ਨਿਊਟ੍ਰੀਐਂਟਸ ਸੀਗੇ ਉਹ ਵੀ ਬਾਹਰ ਜਾ ਰਹੇ ਨੇ। ਤੇ ਜੇ ਰਿਪੀਟਡਲੀ ਸੀਮਨ ਲਾਸ ਹੁੰਦਾ ਰਹੇ ਤਾਂ ਸਾਡੀ ਬਾਡੀ ਵਿੱਚ ਕੰਡੀਸ਼ਨਸ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਈਵਨ ਆਪਾਂ ਗੁਰਬਾਣੀ ਦੀ ਗੱਲ ਕਰੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਬਾਣੀ ਵਿੱਚ ਇਹ ਲਿਖਿਆ ਹੈਗਾ ਕਿ ਕਾਮ ਕ੍ਰੋਧ ਕਾਇਆ ਕੋ ਗਾਲੈ ਜਿਉ ਕੰਚਨ ਸੁਹਾਗਾ ਟਾਲੈ, ਯਾਨੀ ਕਿ ਜਿਹੜਾ ਕਾਮ ਕ੍ਰੋਧ ਹੈਗਾ ਇਹਦੇ ਕਰਕੇ ਵੀ ਸਾਡੀ ਬਾਡੀ ਵਿੱਚ ਵਿਕਰਤੀਆਂ ਪੈਦਾ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਤੇ ਬਾਡੀ ਅੰਦਰੋਂ ਗਲਣੀ ਸ਼ੁਰੂ ਹੋ ਜਾਂਦੀ ਹੈਗੀ ਆ। ਸੋ ਸਾਨੂੰ ਇਹ ਚੀਜ਼ ਸਮਝਣੀ ਪਏਗੀ। ਹੁਣ ਜਿਹੜਾ ਮੈਡੀਕਲ ਦਾ ਸਿਲੇਬਸ ਹੈਗਾ ਅੱਜ ਕੱਲ੍ਹ, ਜਿਹੜਾ ਹਸਪੀਟਲਸ ਵਿੱਚ ਐਲੋਪੈਥੀ ਵਿੱਚ ਖਾਸ ਕਰ ਪੜ੍ਹਾਇਆ ਜਾਂਦਾ ਹੈਗਾ, ਉਹਦੇ ਵਿੱਚ ਇਸ ਚੀਜ਼ ਬਾਰੇ ਗਿਆਨ ਨਹੀਂ ਦਿੱਤਾ ਜਾਂਦਾ ਕਿ ਸਾਡੀ ਬਾਡੀ ਵਿੱਚ ਅਸ਼ਟ ਧਾਤੂਆਂ, ਸਪਤ ਧਾਤੂਆਂ ਹੈਗੀਆਂ। ਜਿਵੇਂ ਪਹਿਲੇ ਰਸ ਹੁੰਦਾ ਹੈ, ਫਿਰ ਰਕਤ ਹੁੰਦਾ ਹੈ, ਮੱਝਾ, ਮੇਦ, ਅਸ਼ਟੀ, ਮਾਸ, ਤੇ ਉਸ ਤੋਂ ਬਾਅਦ ਸ਼ੁਕਰ ਬਣਦਾ ਹੈਗਾ, ਸੀਮਨ ਬਣਦਾ ਹੈਗਾ। ਸੋ ਯਾਨੀ ਕਿ ਜਿਹੜਾ ਸਾਡਾ ਸੀਮਨ ਲਾਸ ਹੋ ਰਿਹਾ ਹੈਗਾ ਉਹ ਬਹੁਤ ਕਨਸੈਂਟਰੇਟਿਡ ਨਿਊਟ੍ਰੀਸ਼ਨ ਹੈਗਾ, ਕਨਸੈਂਟਰੇਟਿਡ ਨਿਊਟ੍ਰੀਸ਼ਨ। ਉਹ ਸਾਡੀ ਬਾਡੀ ਵਿੱਚ ਜਿਹੜਾ ਫੁੱਲੀ ਅਬਜ਼ੌਰਬਡ ਹੋ ਚੁੱਕਿਆ ਸੀਗਾ, ਜਿਹੜਾ ਲਾਸਟ ਸਟੇਜ ਤੱਕ ਜਾ ਕੇ ਵੀਰਜ ਵੀ ਕਨਵਰਟ ਹੋ ਚੁੱਕਿਆ ਸੀਗਾ, ਉਹਦਾ ਲਾਸ ਹੋ ਰਿਹਾ ਹੈਗਾ। ਇਹ ਉਹ ਨਿਊਟ੍ਰੀਸ਼ਨ ਨਹੀਂ ਹੈਗਾ ਜਿਹੜਾ ਅਨਅਬਜ਼ੌਰਬਡ ਫਾਰਮ ਵਿੱਚ ਸਾਡੇ ਡਾਈਟ ਵਿੱਚ ਹੈਗਾ। ਜਿਹੜਾ ਡਾਈਟਰੀ ਨਿਊਟ੍ਰੀਸ਼ਨ ਹੈਗਾ ਉਹ ਅੰਦਰ ਜਾ ਕੇ ਫੁੱਲੀ ਅਬਜ਼ੌਰਬ ਉਹਨਾਂ ਨਹੀਂ ਹੁੰਦਾ ਜਿੰਨਾ ਫੂਡ ਵਿੱਚ ਹੁੰਦਾ ਹੈਗਾ। ਉਹ ਨਿਊਟ੍ਰੀਸ਼ਨ ਅਬਜ਼ੌਰਬ ਹੋ ਕੇ ਟਾਈਮ ਲੱਗਦਾ ਹੈਗਾ। ਜਿਹੜਾ ਅਸੀਂ ਅੱਜ ਖਾਣਾ ਖਾ ਰਹੇ ਹਾਂ ਉਹਦਾ ਜਿਹੜਾ ਸੀਮਨ ਹੈਗਾ ਉਹ 1 ਮਹੀਨੇ ਬਾਅਦ ਜਾ ਕੇ ਬਣਦਾ ਹੈਗਾ। ਸੋ ਇਟ ਇਜ਼ ਅ ਵੈਰੀ ਕੰਪਲੈਕਸ ਹੈਗਾ ਇਹ ਪ੍ਰੋਸੈਸ। ਲੇਕਿਨ ਮੇਨ ਗੱਲ ਸਮਝਣ ਵਾਲੀ ਇਹ ਹੈਗੀ ਕਿ ਐਕਸੈਸਿਵ ਸੀਮਨ ਲਾਸ ਕੈਨ ਲੀਡ ਟੂ ਮੈਨੀ ਪ੍ਰੋਬਲਮਸ, ਤੇ ਜਿਹਦੇ ਬਾਰੇ ਹੋ ਸਕਦਾ ਹੈ ਕਿ ਐਲੋਪੈਥੀ ਡਾਕਟਰਸ ਤੁਹਾਨੂੰ ਨਹੀਂ ਦੱਸ ਸਕਦੇ ਕਿਉਂਕਿ ਮੋਸਟ ਆਫ ਦੈਮ ਡੋਂਟ ਨੋ। ਪਰ
ਪਰ ਕਈਆਂ ਨੂੰ ਪਤਾ ਹੁੰਦਾ ਤੇ ਉਹ ਇਸ ਬਾਰੇ ਜਾਗਰੂਕ ਹੁੰਦੇ ਨੇ, ਉਹ ਦੱਸਦੇ ਨੇ, ਬਟ ਮੋਸਟ ਆਫ ਦਾ ਟਾਈਮਸ ਇਟ ਇਜ਼ ਸੈਡ ਟੂ ਬੀ ਨੈਚੁਰਲ ਐਂਡ ਨਾਰਮਲ, ਬਟ ਇਸ ਤਰ੍ਹਾਂ ਹੈ ਨਹੀਂ। ਜੇ ਜ਼ਰੂਰਤ ਤੋਂ ਜ਼ਿਆਦਾ ਹੋਵੇ ਤੇ ਬਹੁਤ ਨੁਕਸਾਨ ਕਰ ਸਕਦਾ ਹੈ। ਇਹਦੇ ਵਿੱਚ ਵੀ ਕੋਈ ਮੈਡੀਸਿਨਸ ਫਿਰ ਉਹ ਐਲੋਪੈਥੀ ਵਿੱਚ ਦਿੱਤੀਆਂ ਜਾਂਦੀਆਂ ਨੇ ਜੋ ਕਿ ਅੱਗੇ ਜਾ ਕੇ ਸਾਨੂੰ ਨੁਕਸਾਨਦਾਇਕ ਵੀ ਹੋ ਸਕਦੀਆਂ ਨੇ? ਹਾਂਜੀ, ਇਸ ਕੇਸ ਵਿੱਚ ਕੀ ਹੁੰਦਾ ਹੈਗਾ ਕਿ ਕੁਝ ਮੈਡੀਸਿਨਸ ਦਿੱਤੀਆਂ ਜਾਂਦੀਆਂ ਨੇ, ਬਟ ਯੂਜ਼ਲੀ ਜਿੰਨੇ ਵੀ ਮੈਂ ਆਪਣੇ ਐਕਸਪੀਰੀਅੰਸ ਵਿੱਚ ਦੇਖੇ ਨੇ ਕੇਸਿਸ, ਉਹਨਾਂ ਨੇ ਜਦ ਮੈਡੀਸਿਨਸ ਲਿੱਤੀਆਂ ਤੇ ਉਹਨਾਂ ਨੂੰ ਕੁਝ ਟਾਈਮ ਵਾਸਤੇ ਟੈਂਪਰੇਰੀ ਰਿਲੀਫ ਤਾਂ ਮਿਲਿਆ, ਪਰ ਛੱਡਣ ਤੋਂ ਬਾਅਦ ਮੈਡੀਸਿਨ ਉਹ ਪ੍ਰੋਬਲਮ ਠੀਕ ਨਹੀਂ ਹੁੰਦੀ ਹੈਗੀ, ਪਲੱਸ ਉਹਦੇ ਕਰਕੇ ਸਾਈਡ ਇਫੈਕਟਸ ਆ ਜਾਂਦੇ ਨੇ। ਖਾਸ ਕਰ ਜਦ ਆਪਾਂ ਗੱਲ ਕਰੀਏ ਇਰੈਕਟਾਈਲ ਡਿਸਫੰਕਸ਼ਨ ਦੀ, ਯਾਨੀ ਕਈ ਮਰਦਾਂ ਨੂੰ ਇਹ ਪ੍ਰੋਬਲਮ ਹੁੰਦੀ ਹੈਗੀ ਕਿ ਉਹਨਾਂ ਦੇ ਲਿੰਗ ਜਿਹੜਾ ਹੈਗਾ ਉਹ ਇਰੈਕਟ ਨਹੀਂ ਹੋ ਪਾਉਂਦਾ, ਜਾਂ ਇਰੈਕਸ਼ਨ ਜਿਹੜੀ ਹੈਗੀ ਉਹ ਮੇਨਟੇਨ ਨਹੀਂ ਹੋ ਪਾਉਂਦੀ, ਤੇ ਐਜ਼ ਅ ਰਿਜ਼ਲਟ ਉਹ ਵਾਇਗਰਾ ਵਰਗੀ ਜਾਂ ਮੈਨਫੋਰਸ ਵਰਗੀ ਜਿਹੜੀ ਦਵਾਈਆਂ ਨੇ ਉਹ ਯੂਜ਼ ਕਰਦੇ ਨੇ। ਤੇ ਹੁੰਦਾ ਕੀ ਹੈਗਾ, ਜਦ ਇਹ ਨੈਚੁਰਲੀ ਤੁਹਾਡੀ ਇਰੈਕਸ਼ਨ ਨਹੀਂ ਮੇਨਟੇਨ ਹੋ ਰਹੀ, ਦੈਟ ਮੀਨਸ देयर इज ਸਮ ਸੌਰਟ ਆਫ ਪ੍ਰੋਬਲਮ, ਆਈਦਰ ਤੁਹਾਡਾ ਜਿਹੜਾ ਰਿਪਰੋਡਕਟਿਵ ਆਰਗਨਸ ਨੇ ਉਹ ਕਮਜ਼ੋਰ ਹੋ ਚੁੱਕੇ ਨੇ, ਜਾਂ ਜਿਹੜਾ ਸਰਕੂਲੇਟਰੀ ਸਿਸਟਮ ਹੈਗਾ ਉਹਦੇ ਵਿੱਚ ਕੋਈ ਕਮਜ਼ੋਰੀ ਹੈਗੀ, ਕਿਉਂਕਿ ਬਲੱਡ ਦਾ ਸਰਕੂਲੇਸ਼ਨ ਪ੍ਰੋਪਰਲੀ ਉੱਥੇ ਤੱਕ ਪਹੁੰਚ ਨਹੀਂ ਰਿਹਾ, ਜਿਸ ਕਰਕੇ ਇਰੈਕਸ਼ਨ ਪ੍ਰੋਪਰਲੀ ਮੇਨਟੇਨ ਨਹੀਂ ਹੋ ਪਾ ਰਹੀ। ਹੁਣ ਜਦ ਤੱਕ ਅਸੀਂ ਆਪਣਾ ਸਰਕੂਲੇਟਰੀ ਸਿਸਟਮ ਦੀ ਜਿਹੜੀ ਕਮੀ ਹੈਗੀ ਉਹਨੂੰ ਠੀਕ ਨਹੀਂ ਕਰਾਂਗੇ, ਜਾਂ ਸਾਡੀ ਆਪਣੀ ਰਿਪਰੋਡਕਟਿਵ ਆਰਗਨ ਦੀ ਸਟਰੈਂਥ ਨਹੀਂ ਵਧਾਵਾਂਗੇ, ਤਦ ਤੱਕ ਜਿਹੜੇ ਆਪਾਂ ਮੈਡੀਸਿਨਸ ਲੈ ਰਹੇ ਨੇ ਉਹ ਮੈਡੀਸਿਨਸ ਸਾਡੇ ਸਰਕੂਲੇਟਰੀ ਸਿਸਟਮ ਨਾਲ ਛੇੜਛਾੜ ਕਰਨਗੀਆਂ। ਅਗਰ ਸਰਕੂਲੇਟਰੀ ਸਿਸਟਮ ਨਾਲ ਛੇੜਛਾੜ ਹੋਏਗੀ, ਦੈਨ ਜਿਹੜੇ ਮਾਈਲਡ ਜਿਹੜੇ ਜਿਹਨੂੰ ਆਪਾਂ ਸਾਈਡ ਇਫੈਕਟਸ ਕਹਿੰਦੇ ਨੇ, ਹੈਡੇਕਸ ਹੋ ਗਿਆ, ਪੇਟ ਖਰਾਬ ਹੋਣਾ, ਇਹ ਤਾਂ ਹੋ ਹੀ ਸਕਦੇ ਨੇ, ਬਟ ਕਈ ਕੇਸਿਸ ਵਿੱਚ ਇਸ ਤਰ੍ਹਾਂ ਵੀ ਦੇਖਿਆ ਗਿਆ ਹੈ ਕਿ ਸੀਵੀਅਰ ਸਾਈਡ ਇਫੈਕਟਸ ਵੀ ਹੋ ਸਕਦੇ ਨੇ, ਕਿਉਂਕਿ ਸਾਡਾ ਸਰਕੂਲੇਟਰੀ ਸਿਸਟਮ ਇੱਕ ਨੈਟਵਰਕ ਹੈਗਾ, ਸਾਡੀ ਬਾਡੀ ਦੀ ਹਰ ਆਰਗਨ ਨਾਲ ਕਨੈਕਟਡ ਹੈਗਾ, ਤੇ ਜੇ ਕਿਸੇ ਨੂੰ ਲੋ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਜਾਂ ਹਾਰਟ ਡਿਜ਼ੀਜ਼ ਹੈਗੀ, ਉਹਦੇ ਵਾਸਤੇ ਬਹੁਤ ਨੁਕਸਾਨਦਾਇਕ ਹੋ ਸਕਦਾ ਹੈਗਾ। ਈਵਨ ਇਨ ਸਮ ਕੇਸਿਸ ਹੀਅਰਿੰਗ ਲਾਸ ਐਂਡ ਵਿਜ਼ਨ ਲਾਸ ਤੱਕ ਦੇਖਿਆ ਗਿਆ ਹੈਗਾ। ਸੋ ਇਸ ਤਰ੍ਹਾਂ ਦੇ ਅਪ੍ਰਕਿਰਤਿਕ ਜਿਹੜੀ ਚੀਜ਼ਾਂ ਨੇ ਸਾਨੂੰ ਅਵੋਇਡ ਕਰਕੇ ਨੈਚੁਰਲ ਹੀ ਰੈਮੀਡੀਜ਼ ਕਰਨੀ ਚਾਹੀਦੀਆਂ ਨੇ ਤੇ ਆਪਣੇ ਆਦਤਾਂ ਨੂੰ ਸੁਧਾਰਨਾ ਚਾਹੀਦਾ ਹੈਗਾ। ਸੋ ਮੈਡੀਸਿਨ ਦੇ ਬਾਰੇ ਤਾਂ ਮੇਰਾ ਇਹ ਸੋਚ ਹੈਗਾ। ਜੀ ਬਿਲਕੁਲ, ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ ਇਹ ਜੀ ਕੋਈ ਕੰਡੀਸ਼ਨ ਹੁੰਦੀ ਹੈ ਤਾਂ ਉਸ ਟਾਈਮ ਦੇ ਵਿੱਚ ਬ੍ਰਹਮਚਾਰੀਆਂ ਨੂੰ ਫੋਲੋ ਕੀਤਾ ਜਾਵੇ। ਐਕਸੈਸਿਵ ਦੇ ਵਿੱਚ ਜੇ ਸਾਰਾ ਕੁਝ ਹੁੰਦਾ ਹੈ ਤਾਂ ਕੀ ਇਹ ਕਿ ਕਾਫੀ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ? ਜੀ ਬਿਲਕੁਲ ਹੋ ਸਕਦਾ ਹੈਗਾ। ਜਿਵੇਂ ਆਪਾਂ ਗੱਲ ਕਰਦੇ ਸੀਗੇ ਕਿ ਜਿਹੜੇ ਸਾਡੇ ਸੀਮਨ ਦੀ ਜਿਹੜੀ ਕੈਮਿਸਟਰੀ ਹੈਗੀ, ਉਹਦੇ ਵਿੱਚ ਪ੍ਰੋਟੀਨਸ ਹੈਗੇ, ਉਹਦੇ ਵਿੱਚ ਲਿਪਿਡਸ ਹੈਗੇ, ਉਹਦੇ ਵਿੱਚ ਮਿਨਰਲਸ ਹੈਗੇ ਆ, ਉਸ ਤੋਂ ਇਲਾਵਾ ਸਪਰਮ ਤਾਂ ਹੈਗੇ ਹੀ ਹੈਗੇ, ਤੇ ਪਰ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਜ਼ਿੰਕ, ਹੋਰ ਕਈ ਸਾਰੇ ਮਿਨਰਲਸ ਵਿੱਚ ਐਡਡ ਹੈਗੇ ਆ, ਤੇ ਉਹ ਕਨਸੈਂਟਰੇਟਡ ਮਿਨਰਲਸ ਹੈਗੇ ਜਿਹੜੇ ਆਲਰੇਡੀ ਸਾਡੀ ਬਾਡੀ ਵਿੱਚ ਅਬਜ਼ੌਰਬਡ ਹੋ ਚੁੱਕੇ ਸੀਗੇ। ਹੁਣ ਜੇ ਉਹਦਾ ਲਾਸ ਹੁੰਦਾ ਰਹੇ ਰਿਪੀਟਡਲੀ, ਤੇ ਬਾਡੀ ਨੂੰ ਆਪਣੇ ਉਸ ਰਿਜ਼ਰਵਸ ਨੂੰ ਮੇਨਟੇਨ ਕਰਨ ਵਾਸਤੇ ਐਕਸਟਰਾ ਮਿਹਨਤ ਕਰਨੀ ਪੈਂਦੀ ਹੈ, ਤੇ ਉਹ ਕਿਤੇ ਨਾ ਕਿਤੇ ਤੋਂ ਜਾ ਕੇ ਸਾਡੀ ਬਾਡੀ ਨੂੰ ਕਮਜ਼ੋਰ ਕਰਦਾ ਹੀ ਹੈਗਾ। ਸੋ ਐਜ਼ ਅ ਰਿਜ਼ਲਟ ਸਿੰਪਟਮਸ ਕੀ ਆ ਸਕਦੇ ਨੇ? ਸਭ ਤੋਂ ਪਹਿਲਾਂ ਆਪਾਂ ਮਾਈਂਡ ਦੇ ਸਿੰਪਟਮਸ ਦੀ ਗੱਲ ਕਰੀਏ। ਜਦ ਸਾਡੇ ਅੰਦਰੋਂ ਇਹ ਮਿਨਰਲਸ ਬਾਹਰ ਨਿਕਲਦੇ ਨੇ, ਇਹ ਸਾਡੇ ਜਿਹੜੇ ਮਿਨਰਲਸ ਨੇ ਇਹ ਸਾਡੇ ਬ੍ਰੇਨ ਐਕਟੀਵਿਟੀ, ਸਾਡੀ ਨਰਵਸ ਐਕਟੀਵਿਟੀ ਵਿੱਚ ਵੀ ਕੰਮ ਆਉਂਦੇ ਨੇ। ਸੋ ਇਹਨਾਂ ਕਰਕੇ, ਇਹਨਾਂ ਦੇ ਲਾਸ ਕਰਕੇ ਕਨਸੈਂਟਰੇਸ਼ਨ ਵਿੱਚ ਪ੍ਰੋਬਲਮ ਆ ਸਕਦੀ ਹੈਗੀ। ਖਾਸ ਕਰ ਦੇਖਿਆ ਗਿਆ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਸੁਪਨਦੋਸ਼ ਹੁੰਦਾ ਹੈਗਾ ਜਾਂ ਐਕਸੈਸਿਵ ਸੀਮਨ ਲਾਸ ਹੋ ਰਿਹਾ ਹੈਗਾ, ਤਾਂ ਉਹਨਾਂ ਨੂੰ ਕਨਸੈਂਟਰੇਟ ਕਰਨ ਵਿੱਚ ਪ੍ਰੋਬਲਮ ਆਉਂਦੀ ਹੈਗੀ ਹੈ। ਕਈ ਕੇਸਿਸ ਵਿੱਚ ਇਹ ਵੀ ਦੇਖਿਆ ਗਿਆ ਹੈਗਾ ਕਿ ਉਹਨਾਂ ਨੂੰ ਬੋਲਣ ਵਿੱਚ, ਜਦੋਂ ਬੋਲ ਰਹੇ ਨੇ, ਦੇ ਸਟੈਮਰ, ਕਈ ਵਾਰੀ ਉਹਨਾਂ ਨੂੰ ਹਕਲਾਣਾ ਪੈਂਦਾ ਹੈਗਾ, ਫੰਬਲ ਕਰਦੇ ਹੈਗੇ, ਵਰਡਸ ਉਹਨਾਂ ਨੂੰ ਯਾਦ ਨਹੀਂ ਆਉਂਦੇ, ਇਸ ਤਰ੍ਹਾਂ ਵੀ ਹੁੰਦਾ ਹੈਗਾ। ਹੱਥ ਪੈਰ ਕਮਜ਼ੋਰ ਰਹਿਣੇ ਸ਼ੁਰੂ ਹੋ ਜਾਂਦੇ ਨੇ। ਐਂਡ ਮੇਰੇ ਐਕਸਪੀਰੀਅੰਸ ਵਿੱਚ ਮੈਂ ਕੇਸਿਸ ਵਿੱਚ ਦੇਖਿਆ ਹੈਗਾ ਕਿ ਕੁਝ ਕੇਸਿਸ ਇਸ ਤਰ੍ਹਾਂ ਵੀ ਨੇ ਕਿ ਉਹਨਾਂ ਦੇ ਹੱਥ ਪੈਰ ਇਸ ਤਰ੍ਹਾਂ ਕੰਬਦੇ ਵੀ ਹੈਗੇ, ਅਗਰ ਉਹ ਬਹੁਤ ਜ਼ਿਆਦਾ ਇਸ ਆਦਤ ਵਿੱਚ ਹੋਣ ਤੇ ਉਹਨਾਂ ਦੇ ਹੱਥ ਵੀ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਨੇ। ਲੋਅਰ ਬੈਕ ਪੇਨ ਦੀ ਸ਼ਿਕਾਇਤ ਬਹੁਤ ਜ਼ਿਆਦਾ ਇਸ ਕੇਸ ਵਿੱਚ ਆਉਂਦੀ ਹੈਗੀ ਹੈ। ਉਸ ਤੋਂ ਇਲਾਵਾ ਆਪਾਂ ਦੇਖੀਏ ਤੇ ਜਿਹੜੀ ਦੋ ਪ੍ਰੋਬਲਮਸ ਹੈਗੀ ਸੈਕਸ਼ੂਅਲ ਪ੍ਰੋਬਲਮਸ, ਜਿਵੇਂ ਕਿ ਇਰੈਕਟਾਈਲ ਡਿਸਫੰਕਸ਼ਨ ਤੇ ਪ੍ਰੀਮੈਚੁਰ ਐਜੈਕੂਲੇਸ਼ਨ। ਪ੍ਰੀਮੈਚੁਰ ਐਜੈਕੂਲੇਸ਼ਨ ਯਾਨੀ ਕਿ ਤੁਹਾਡੀ ਜਿਹੜੀ ਟਾਈਮਿੰਗ ਹੈਗੀ, ਜਿਹੜੇ ਵੀਰੇ ਹੈਗੀ, ਉਹਦਾ ਸਕਲਨ ਬਹੁਤ ਜਲਦੀ ਹੋ ਜਾਂਦਾ ਹੈ, ਟਾਈਮ ਤੋਂ ਪਹਿਲਾਂ ਹੀ ਹੋ ਜਾਂਦਾ ਹੈਗਾ। ਐਂਡ ਸੈਕੰਡਲੀ ਇਜ਼ ਇਰੈਕਟਾਈਲ ਡਿਸਫੰਕਸ਼ਨ, ਯਾਨੀ ਕਿ ਇਰੈਕਸ਼ਨ ਪ੍ਰੋਪਰਲੀ ਮੇਨਟੇਨ ਨਹੀਂ ਹੋ ਪਾਉਂਦੀ। ਸੋ ਇਹ ਕਿਉਂ ਹੋ ਜਾਂਦਾ ਹੈਗਾ? ਕਿਉਂਕਿ ਜਦ ਰਿਪੀਟਡ ਸੈਮਨ ਲਾਸ ਹੋ ਰਿਹਾ ਹੈਗਾ, ਤੇ ਉਹ ਜਿਹੜੇ ਸੋਲਿਡਸ ਨੇ, ਜਿਹੜੇ ਮਿਨਰਲਸ ਨੇ, ਪ੍ਰੋਟੀਨਸ ਨੇ, ਲਿਪਿਡਸ ਨੇ, ਉਹ ਬਾਰ-ਬਾਰ ਹਰ ਵੀਰੇਜ ਵਿੱਚ ਨਹੀਂ ਪ੍ਰੋਪਰਲੀ ਬਣ ਪਾਉਂਦੇ। ਕਿਉਂਕਿ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਇਟ ਟੇਕਸ 40 ਡੇਜ਼, ਜੋ ਅੱਜ ਤੁਸੀਂ ਡਾਈਟ ਲੈ ਰਹੇ ਹੈਗੇ ਉਹ 1 ਮਹੀਨੇ ਬਾਅਦ ਜਾ ਕੇ ਤੁਹਾਡੇ ਸੀਮਨ ਵਿੱਚ ਕਨਵਰਟ ਹੋਣੀ ਹੈਗੀ ਹੈ। ਸੋ ਜੇ ਕਿਸੇ ਨੂੰ ਰਿਪੀਟਡ ਸੀਮਨ ਲਾਸ ਹੋਣਾ ਸ਼ੁਰੂ ਹੋ ਜਾਵੇ ਤੇ ਉਹ ਪ੍ਰੋਪਰਲੀ ਹਰ ਸੀਮਨ ਵਿੱਚ ਉਹਦੀ ਕੁਆਲਿਟੀ ਜਿਹੜੀ ਹੈਗੀ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ। ਐਜ਼ ਅ ਰਿਜ਼ਲਟ ਉਹ ਪਾਣੀ ਵਰਗਾ ਬਣ ਜਾਂਦਾ, ਜਿਹਨੂੰ ਵਾਟਰੀ ਸੀਮਨ ਕਹਿ ਦਿੱਤਾ ਜਾਂਦਾ ਹੈ। ਵਾਟਰੀ ਸੀਮਨ ਯਾਨੀ ਤੁਹਾਡਾ ਜਿਹੜਾ ਵੀਰਜ ਹੈਗਾ ਉਹ ਪਾਣੀ ਵਰਗਾ ਬਣ ਗਿਆ ਹੈਗਾ, ਕਿਉਂਕਿ ਉਹਦੇ ਵਿੱਚ ਉਹ ਐਸੈਂਸ਼ੀਅਲ ਪ੍ਰੋਟੀਨਸ, ਲਿਪਿਡਸ, ਮਿਨਰਲਸ ਜਿਹੜੇ ਨੇ ਉਹਨਾਂ ਦੀ ਮਾਤਰਾ ਹੁਣ ਘਟ ਗਈ ਨੇ। ਤੇ ਜੇ ਉਹ ਵਾਟਰੀ ਹੋ ਜਾਵੇ, ਤੁਸੀਂ ਖੁਦ ਸੋਚੋ, ਜਦ ਕੋਈ ਪਾਣੀ ਹੋਵੇ ਤੇ ਪਾਣੀ ਜਲਦੀ ਫਲੋ ਕਰ ਜਾਂਦਾ ਹੈਗਾ, ਲੇਕਿਨ ਜਿਹੜਾ ਜਿਵੇਂ ਤੇਲ ਹੋਏਗਾ ਤੇ ਤੇਲ ਨੂੰ ਫਲੋ ਕਰਨ ਵਿੱਚ ਟਾਈਮ ਲੱਗੇਗਾ, ਕਿਉਂਕਿ ਉਹ ਗਾੜਾ ਹੈਗਾ। ਇਸੇ ਤਰ੍ਹਾਂ ਜਦ ਸਾਡਾ ਸੀਮਨ ਗਾੜਾ ਹੁੰਦਾ ਹੈਗਾ, ਉਹ ਥਿਕ ਹੁੰਦਾ ਹੈਗਾ, ਤੇ ਉਹ ਜਲਦੀ ਫਲੋ ਆਊਟ ਨਹੀਂ ਕਰਦਾ ਹੈਗਾ, ਪ੍ਰੀਮੈਚੁਰ ਐਜੈਕੂਲੇਸ਼ਨ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ। ਬਟ ਸਾਡਾ ਸੀਮਨ ਵਾਟਰੀ ਬਣ ਜਾਂਦਾ ਹੈਗਾ ਤੇ ਜਲਦੀ ਫਲੋ ਆਊਟ ਕਰ ਜਾਂਦਾ ਹੈਗਾ। ਤੇ ਸੈਕੰਡਲੀ ਜਿਹੜੀ ਸਾਡੀ ਰੀਪਰੋਡਕਟਿਵ ਆਰਗਨ ਹੈਗੀ, ਅਗਰ ਉਹਦੇ ਵਿੱਚ ਵੀਕਨੈਸ ਆ ਜਾਵੇ
ਤੇ ਉਹਦੇ ਕਰਕੇ ਵੀ ਇਹ ਜਲਦੀ ਫਲੋ ਆਊਟ ਕਰ ਜਾਂਦਾ ਹੈਗਾ। ਸੋ ਇਹ ਵੀ ਜਿਹੜੇ ਨੁਕਸਾਨ ਹੈਗੇ ਅੱਗੇ ਜਾ ਕੇ ਵੀ ਸਾਡੀ ਮੈਰਿਡ ਲਾਈਫ ਵਿੱਚ ਇਹ ਪ੍ਰੋਬਲਮ ਆ ਸਕਦੀਆਂ ਨੇ ਜੇ ਸਾਨੂੰ ਬਾਰ-ਬਾਰ ਸੁਪਨ ਦੋਸ਼ ਹੁੰਦਾ ਜਾਵੇ, ਕਿਉਂਕਿ ਐਵਰੀ ਟਾਈਮ ਸੀਮਨ ਲਾਸ ਹੋਏਗਾ, ਐਵਰੀ ਟਾਈਮ ਤੁਹਾਡਾ ਵੀਰਜ ਜਿਹੜਾ ਹੈਗਾ ਉਹ ਪਤਲੇ ਹੋਣ ਵਾਲੀ ਡਾਇਰੈਕਸ਼ਨ ਵਿੱਚ ਵਧੇਗਾ, ਪਲੱਸ ਤੁਹਾਡੀ ਜਿਹੜੀ ਆਰਗਨਸ ਨੇ ਉਹ ਵੀਕ ਆਲਰੇਡੀ ਹੈਗੀਆਂ ਤੇ ਇਸ ਕਰਕੇ ਇੱਕ ਸਾਈਕਲ ਬਣ ਜਾਂਦਾ ਹੈਗਾ ਜਿਹਦੇ ਕਰਕੇ ਅਸੀਂ ਇਸ ਦੇ ਵਿੱਚ ਫਸ ਜਾਂਦੇ ਹਾਂ। ਤੇ ਫਿਰ ਕੀ ਹੁੰਦਾ ਹੈਗਾ, ਜਿਹੜਾ ਪੇਸ਼ੈਂਟ ਹੈਗਾ, ਜਿਹੜਾ ਬੰਦਾ ਹੈਗਾ ਜਿਹਨੂੰ ਇਹ ਪ੍ਰੋਬਲਮ ਨਾਲ ਜੂਝਣਾ ਪੈ ਰਿਹਾ ਹੈਗਾ, ਉਹਨੂੰ ਫਿਰ ਡਿਪਰੈਸ਼ਨ ਹੋ ਸਕਦਾ ਹੈਗਾ, ਐਂਜ਼ਾਈਟੀ ਹੋ ਸਕਦੀ ਹੈਗੀ ਹੈ, ਸੁਸਾਈਡਲ ਥਾਟਸ ਤੱਕ ਆ ਸਕਦੇ ਨੇ। ਤੁਸੀਂ ਦੇਖੋ ਕਦੀ ਵੀ ਤੁਸੀਂ ਇਸ ਵਿਸ਼ੇ ਤੇ ਅਗਰ YouTube ਤੇ ਸਰਚ ਕਰੋਗੇ ਜਾਂ ਮੇਰੀ ਵੀ ਵੀਡੀਓਜ਼ ਹੈਗੀਆਂ, ਉਹਨਾਂ ਦੇ ਕਮੈਂਟ ਬਾਕਸਸ ਵਿੱਚ ਲੋਕਾਂ ਦੀ ਇਸ ਤਰ੍ਹਾਂ ਦੇ ਮਤਲਬ ਮਾਯੂਸ ਕਮੈਂਟਸ ਆਏ ਹੁੰਦੇ ਆ ਕਿ ਮੈਂ ਬਹੁਤ ਪਰੇਸ਼ਾਨ ਹਾਂ, ਮੇਰੀ ਹੈਲਪ ਕਰੋ, ਐਂਡ ਇੱਥੇ ਤੱਕ ਉਹ ਲਿਖਦੇ ਨੇ ਕਿ ਮੈਂ ਸੁਸਾਈਡ ਕਰ ਲਾਂਗਾ ਅਗਰ ਮੇਰੀ ਕੋਈ ਹੈਲਪ ਨਹੀਂ ਕਰੇਗਾ। ਤਾਂ ਇਸ ਤਰ੍ਹਾਂ ਲਿਖੇ ਹੁੰਦੇ ਐਂਡ ਮੈਂ ਕੀ ਕਰਦਾ, ਉਸ ਪੇਸ਼ੈਂਟ ਨੂੰ ਫਿਰ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਪਣਾ ਨੰਬਰ ਪਰਸਨਲੀ ਉਹਦੇ ਵਿੱਚ ਦੇ ਕੇ ਉਹਦੇ ਨਾਲ ਗੱਲ ਕਰਕੇ ਤੇ ਕਿਸੇ ਤਰ੍ਹਾਂ ਉਹਨੂੰ ਠੀਕ ਕਰ ਦਿੱਤਾ ਜਾਵੇ, ਤੇ ਮੈਂ ਕੋਸ਼ਿਸ਼ ਇਸ ਤਰ੍ਹਾਂ ਕਰਦਾ ਹੈਗਾ। ਬਟ ਮਾਈ ਪੁਆਇੰਟ ਇਜ਼ ਕਿ ਅੱਜ ਕਿੰਨੀ ਯੁਵਾ ਨੇ ਜਿਹੜੀ ਇਸ ਪ੍ਰੋਬਲਮ ਨਾਲ ਜੂਝ ਰਹੀ ਹੋਏਗੀ ਤੇ ਇਹਦੇ ਬਾਰੇ ਆਪਾਂ ਗੱਲਬਾਤ ਨਹੀਂ ਕਰ ਪਾਉਂਦੇ। ਸੋ ਐਜ਼ ਅ ਰਿਜ਼ਲਟ ਗਲਤ ਦਵਾਈਆਂ ਜਿਹੜੀਆਂ ਹੈਗੀਆਂ ਆਪਾਂ ਲੈ ਲੈਂਦੇ ਹੈਗੇ, ਉਹਦੇ ਕਰਕੇ ਪੇਟ ਵਿੱਚ ਹੋਰ ਗਰਮੀ ਪੈਦਾ ਹੋ ਜਾਂਦੀ ਹੈ ਤੇ ਅੱਗੇ ਜਾ ਕੇ ਹੋਰ ਲੱਖਾਂ ਲੋਕ, ਮੈਨੂੰ ਪਤਾ ਹੈਗਾ ਕਿ ਕਈ ਸਾਰੇ ਪੇਸ਼ੈਂਟਸ ਆਉਂਦੇ ਹੈਗੇ, ਲੱਖ ਕਿੰਨੇ ਹੀ 3 5 6 ਲੱਖ ਲਗਾ ਕੇ ਵੀ ਇਲਾਜ ਨਹੀਂ ਨਿਕਲਦਾ ਹੈਗਾ। ਤਾਂ ਪੈਸੇ ਵੀ ਜਾਂਦੇ ਹੈਗੇ, ਸਿਹਤ ਵੀ ਜਾਂਦੀ ਹੈਗੀ, ਟਾਈਮ ਵੀ ਜਾਂਦਾ ਹੈਗਾ। ਸੋ ਇਹ ਜਿਹੜਾ ਚੀਜ਼ ਹੈ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈਗਾ ਤੇ ਨੈਚੁਰਲੀ ਆਪਣੇ ਆਪ ਨੂੰ ਠੀਕ ਰੱਖਣਾ ਚਾਹੀਦਾ ਹੈਗਾ। ਆਮ ਤੌਰ ਤੇ ਤੁਸੀਂ ਕਿਹਾ ਕਿ once or twice in a month is the normal thing, ਬਟ ਜਿਨ੍ਹਾਂ ਦੇ 15 ਤੋਂ 20 ਵਾਰ ਮਿਨੀਮਮ ਹੋ ਰਿਹਾ ਵਾ, ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬੋਡੀ ਨੂੰ ਇਸ ਦਾ ਕੀ ਨੁਕਸਾਨ ਹੋ ਸਕਦਾ ਹੈ ਜਾਂ ਇਹ ਹੁੰਦਾ ਕਿਉਂ ਆ? ਸੋ ਹੁੰਦਾ ਕਿਉਂ ਹੈਗਾ, ਕੀ ਨੁਕਸਾਨ ਹੋ ਸਕਦੇ ਆ ਤਾਂ ਆਪਾਂ ਡਿਸਕਸ ਕੀਤੇ ਕਿ ਬਈ ਬੋਡੀ ਜਿਹੜੀ ਹੈਗੀ ਕਮਜ਼ੋਰ ਪੈਂਦੀ ਹੈਗੀ, ਸਾਡੀ એનર્ਜੀ, ਡਿਪਰੈਸ਼ਨ ਹੋ ਸਕਦਾ ਹੈ, ਐਂਜ਼ਾਈਟੀ ਹੋ ਸਕਦੀ ਹੈ, ਜਿਹੜੀ એનર્ਜੀ ਲੈਵਲ ਹੈਗੀ ਆ ਉਹ ਅਚਾਨਕ ਤੋਂ ਗਿਰ ਜਾਂਦਾ, ਥੱਕਿਆ ਲੱਗਦਾ ਹੈ, ਕੋਈ ਕੰਮ ਕਰਨ ਦਾ ਜੀ ਨਹੀਂ ਕਰਦਾ, ਈਵਨ ਸੋਸ਼ਲਾਈਜ਼ਿੰਗ ਵਿੱਚ ਵੀ ਪ੍ਰੋਬਲਮ ਆਉਂਦੀ ਹੈਗੀ, ਇਕੱਲੇ ਰਹਿਣ ਦਾ ਜੀ ਕਰਦਾ ਹੈਗਾ ਕਿਉਂਕਿ ਕਮਜ਼ੋਰੀ ਹੈਗੀ, એનર્ਜੀ ਨਹੀਂ ਹੈਗੀ। ਅਗਰ ਤੁਹਾਡੇ ਅੰਦਰ એનર્ਜੀ ਨਹੀਂ ਹੋ, ਤੁਸੀਂ ਕਿਸੇ ਦੇ ਨਾਲ ਜਾਓ ਤੇ ਕੋਈ ਵੀ ਐਕਟੀਵਿਟੀ ਕਰਨ ਲੱਗੋ, ਤੁਹਾਨੂੰ ਥਕਾਨ ਮਹਿਸੂਸ ਹੋ ਰਹੀ ਹੈ, ਤੁਸੀਂ ਇੰਜੋਏ ਨਹੀਂ ਕਰ ਪਾਓਗੇ, ਇਸ ਕਰਕੇ ਬੰਦੇ ਦਾ ਇਕੱਲੇ ਰਹਿਣ ਦਾ ਜੀ ਕਰਦਾ ਹੈਗਾ। ਹੁਣ ਆਪਾਂ ਗੱਲ ਕਰੀਏ ਕਿ ਇਹ ਕਾਰਨ ਕੀ ਹੈਗਾ, ਇਹ ਸੁਪਨ ਦੋਸ਼ ਬਾਰ-ਬਾਰ ਹੋਣ ਦਾ, ਇਹਦਾ ਕਾਰਨ ਕੀ ਹੈਗਾ? ਜਿਹੜਾ ਕਾਰਨ ਅਸੀਂ ਹੁਣ ਤੱਕ ਸਟੱਡੀ ਕੀਤਾ ਹੈ, ਰਿਸਰਚ ਕੀਤਾ ਹੈਗਾ, ਉਹਦੇ ਵਿੱਚ 2 ਕਾਰਨ ਮੇਨ ਹੈਗੇ, ਇੱਕ ਸਾਈਕੋਲੋਜੀਕਲ ਹੈਗਾ, ਇੱਕ ਫਿਜ਼ੀਓਲੋਜੀਕਲ ਹੈਗਾ। ਸਾਈਕੋਲੋਜੀਕਲ ਤੋਂ ਆਪਾਂ ਸ਼ੁਰੂ ਕਰਦੇ ਹਾਂ। ਜਿਹੜਾ ਮਾਈਂਡ ਹੈਗਾ, ਅੱਜ ਕੱਲ੍ਹ ਜਿਸ ਤਰ੍ਹਾਂ ਦਾ एनवायरनमेंट बनता जा रहा हैगा, काम चिंतन बहुत ज़्यादा हो गया हैगा। ਇੰਟਰਨੈਟ ਤੇ ਜਿਸ ਤਰ੍ਹਾਂ ਦੀ ਵੀਡੀਓਜ਼ ਆ ਰਹੀਆਂ ਨੇ, ਫੋਟੋਜ਼ ਆ ਰਹੀਆਂ ਨੇ, ਸੋ ਪੋਰਨੋਗ੍ਰਾਫੀ ਵਿੱਚ ਸਾਡਾ ਜਿਹੜਾ ਰੁਝਾਨ ਅੱਜ ਕੱਲ੍ਹ ਨਾ ਵਧਿਆ ਜਾ ਰਿਹਾ ਹੈਗਾ। ਹਾਲੀਵੁੱਡ, ਬਾਲੀਵੁੱਡ ਵਿੱਚ ਜਿਸ ਤਰ੍ਹਾਂ ਦੀ ਕ੍ਰੀਏਸ਼ਨ ਕੰਟੈਂਟ ਹੋ ਰਿਹਾ ਹੈਗਾ, ਉਹਦੇ ਨਾਲ ਕੀ ਹੁੰਦਾ, ਸਾਡੀ ਯੁਵਾ ਪੀੜ੍ਹੀ ਦਾ ਜਿਹੜਾ ਮਾਈਂਡਸੈਟ ਹੈਗਾ ਉਹ ਕਾਮ ਚਿੰਤਨ ਨਾਲ ਵਧ ਰਿਹਾ ਹੈਗਾ। ਐਜ਼ ਅ ਰਿਜ਼ਲਟ ਪੋਰਨੋਗ੍ਰਾਫੀ ਕਰਕੇ ਜਾਂ ਮਾਈਂਡ ਵਿੱਚ ਸੈਕਸ਼ੂਅਲ ਥਾਟਸ ਲਗਾਤਾਰ ਚੱਲਣ ਕਰਕੇ ਬੰਦਾ ਜਿਹੜਾ ਹੈਗਾ ਉਹ ਮੈਸਟਰਬੇਸ਼ਨ ਦੀ ਤਰਫ ਚਲੇ ਜਾਂਦਾ ਹੈਗਾ, ਐਕਸੈਸਿਵ ਸੈਕਸ਼ੂਅਲ ਐਕਟੀਵਿਟੀ ਦੀ ਤਰਫ ਚਲੇ ਜਾਂਦਾ ਹੈਗਾ। ਤੇ ਜਦੋਂ ਉਹ ਮੈਸਟਰਬੇਸ਼ਨ ਕਰਦਾ ਹੈਗਾ ਤੇ ਉਹਦੀ ਆਦਤ ਪੈ ਜਾਂਦੀ ਹੈਗੀ, ਕਿਉਂਕਿ ਇਹਦੇ ਵਿੱਚ ਸਾਇੰਸ ਇਹ ਹੈਗੀ ਕਿ ਬੰਦੇ ਨੂੰ ਕੁਝ ਚਾਹੀਦਾ ਹੈਗਾ ਐਕਸਾਈਟਿੰਗ ਜਾਂ ਜਿਹਦੇ ਨਾਲ ਉਹਨੂੰ ਅੱਛਾ ਫੀਲ ਹੋ ਸਕੇ, ਮਜ਼ਾ ਆਵੇ। ਸੋ ਐਜ਼ ਅ ਰਿਜ਼ਲਟ ਕੀ ਹੁੰਦਾ ਹੈਗਾ, ਜਦ ਸਾਡਾ ਇਹ ਮੈਸਟਰਬੇਸ਼ਨ ਹੁੰਦਾ ਹੈਗਾ ਤੇ ਸਾਡੇ ਮਾਈਂਡ ਵਿੱਚ, ਸਾਡੇ ਬ੍ਰੇਨ ਵਿੱਚ ਇੱਕ ਕੈਮੀਕਲ ਰਿਲੀਜ਼ ਹੁੰਦਾ ਹੈ ਜਿਹਨੂੰ ਕਹਿੰਦਾ ਹੈ ਡੋਪਾਮਾਈਨ। ਇਹ ਡੋਪਾਮਾਈਨ ਜਦ ਰਿਲੀਜ਼ ਹੁੰਦਾ ਹੈ ਤਾਂ ਸਾਨੂੰ ਅੱਛਾ ਲੱਗਦਾ ਹੈਗਾ, ਯਾਨੀ ਕਿ ਜਦ ਵੀ ਕੋਈ ਅਸੀਂ ਚੀਜ਼ ਇਸ ਤਰ੍ਹਾਂ ਦੀ ਕਰਦੇ ਜਿਹਦੇ ਵਿੱਚ ਸਾਨੂੰ ਮਜ਼ਾ ਆ ਰਿਹਾ ਹੈਗਾ, ਸੋ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਬ੍ਰੇਨ ਵਿੱਚ ਡੋਪਾਮਾਈਨ ਦਾ ਰਿਲੀਜ਼ ਹੋ ਰਿਹਾ ਹੈਗਾ। ਇੱਕ ਤਰ੍ਹਾਂ ਨਾਲ ਆਪਾਂ ਇਸ ਨੂੰ ਸਮਝ ਸਕਦੇ ਹਾਂ ਸਿੰਪਲ ਤਰੀਕੇ ਨਾਲ। ਕੈਮਿਸਟਰੀ ਵਾਲੀ ਜਿਹੜੀ ਲੈਂਗੁਏਜ ਹੈ ਥੋੜੀ ਡਿਫਿਕਲਟ ਹੋ ਸਕਦੀ ਹੈ, ਸੋ ਆਪਾਂ ਸਿੰਪਲ ਸ਼ਬਦਾਂ ਵਿੱਚ ਗੱਲ ਕਰਾਂਗੇ। ਜਦ ਸਾਡਾ ਇਹ ਮੈਸਟਰਬੇਸ਼ਨ ਕਰਦੇ ਆ, ਜਦ ਸਾਡਾ ਆਰਗੈਜ਼ਮ ਹੁੰਦਾ ਹੈਗਾ ਜਾਂ ਫਿਰ ਜਦ ਸੀਮਨ ਬਾਹਰ ਆਉਂਦਾ ਹੈਗਾ ਤੇ ਮਾਈਂਡ ਵਿੱਚ ਡੋਪਾਮਾਈਨ ਰਿਲੀਜ਼ ਹੁੰਦਾ ਹੈ, ਬੰਦੇ ਨੂੰ ਮਜ਼ਾ ਆਉਂਦਾ ਹੈਗਾ। ਹੁਣ ਹੁੰਦਾ ਕੀ ਹੈਗਾ ਕਿ ਸਾਡੀ ਬ੍ਰੇਨ ਜਿਹੜਾ ਹੈਗਾ ਉਹ ਇਸ ਤੋਂ ਯੂਜ਼ਡ ਟੂ ਹੋ ਜਾਂਦਾ ਹੈਗਾ, ਐਂਡ ਫਿਰ ਜਦ ਤੁਸੀਂ ਕੁਝ ਦਿਨ ਬਾਅਦ ਫਿਰ ਇਹ ਬ੍ਰੇਨ ਸਿਗਨਲ ਭੇਜਦਾ ਹੈ ਕਿ ਸਾਨੂੰ ਡੋਪਾਮਾਈਨ ਚਾਹੀਦਾ ਹੈਗਾ, ਤੇ ਫਿਰ ਬੰਦਾ ਉਹ ਮੈਸਟਰਬੇਸ਼ਨ ਕਰਦਾ ਹੈਗਾ। ਤੇ ਜੇ ਉਹ ਐਕਸੈਸਿਵ ਹੁੰਦਾ ਜਾਵੇ ਤੇ ਕੀ ਹੁੰਦਾ ਹੈਗਾ, ਸਾਡਾ ਜਿਹੜਾ ਸੀਮਨ ਜਿਹੜਾ ਹੈਗਾ ਉਹਦੀ ਕੁਆਲਿਟੀ ਜਿਹੜੀ ਹੈਗੀ ਉਹ ਲੋ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹ ਵਾਟਰੀ ਹੋਣਾ ਸ਼ੁਰੂ ਹੋ ਜਾਂਦਾ ਹੈ। ਪਲੱਸ ਸਾਡਾ ਜਿਹੜਾ ਪੈਨਾਈਲ ਏਰੀਆ ਹੈਗਾ, ਜਿਹੜਾ ਸਾਡਾ ਪੀਨਸ ਹੈਗਾ, ਉਹਦੀ ਜਿਹੜੀ ਸਟਰੈਂਥ ਹੈਗੀ, ਉਹਦੇ ਅੰਦਰ ਜਿਹੜੇ ਵਾਲਸ ਨੇ, ਜਿਹੜੇ ਮਸਲਸ ਨੇ, ਜਿਹੜੇ ਲਿਪਸ ਨੇ, ਉਹ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ। ਤੁਸੀਂ ਦੇਖੋ, ਤੁਸੀਂ ਜਿਹੜੇ ਵੀ ਯੰਗ ਬॉयਜ਼ ਮੈਨੂੰ ਸੁਣ ਰਹੇ ਹੈਗੇ ਇਸ ਵੀਡੀਓ ਦੁਆਰਾ, ਤੁਸੀਂ ਦੇਖੋ ਜੇ ਤੁਸੀਂ ਫਸਟ ਟਾਈਮ ਮੈਸਟਰਬੇਸ਼ਨ ਕੀਤਾ ਹੋਗਾ, ਇਟ ਟੇਕਸ ਅਬਾਊਟ 4 ਜਾਂ 5 ਮਿੰਟਸ ਲੱਗਦੇ ਹੈਗੇ। ਬਟ ਜਿਸ ਲਗਾਤਾਰ ਤੁਸੀਂ ਕਰਦੇ ਜਾਓ ਫਿਰ ਟਾਈਮਿੰਗ ਜਿਹੜੀ ਹੈ 5 ਤੋਂ 4 ਮਿੰਟ, 4 ਤੋਂ 3 ਮਿੰਟ, 3 ਤੋਂ 2 ਮਿੰਟ, ਫਿਰ 1 ਮਿੰਟ, ਔਰ ਇਸ ਤਰ੍ਹਾਂ ਦੇ ਵੀ ਹੁਣ ਕੇਸ ਆ ਗਏ ਨੇ ਕਿ ਬੰਦਾ ਕੁਝ ਸੋਚਦਾ ਹੀ ਹੈਗਾ ਤੇ ਨਾਲ ਉਹਦਾ ਵੀਰਜ ਜਿਹੜਾ ਹੈਗਾ ਉਹ ਨਿਕਲ ਜਾਂਦਾ ਹੈਗਾ, ਐਂਡ ਦੈਟ ਬਿਕਮਸ ਅ ਬਿਗ ਪ੍ਰੋਬਲਮ ਇਨ ਦਾ ਲੇਟਰ ਸਟੇਜਸ ਆਫ देयर ਲਾਈਫ। ਸੋ ਪੋਰਨੋਗ੍ਰਾਫੀ ਜਿਹੜਾ ਹੋ ਗਿਆ, ਸਾਡੇ ਮਾਈਂਡ ਵਿੱਚ ਕਾਮ ਚਿੰਤਨ ਚੱਲਣਾ, ਮੈਸਟਰਬੇਸ਼ਨ ਕਰਨਾ, ਇਹ 2 ਮੇਨ ਕਾਰਨ ਹੈਗੇ ਆ। ਤੀਜੀ ਜਿਹੜੇ ਕਾਰਨ ਹੈਗਾ ਉਹ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੋ ਸਕਦੀ ਹੈਗੀ, ਜਾਂ ਸਾਡੀ ਡਾਈਟ ਪ੍ਰੋਪਰ ਨਾ ਹੋਣ ਕਰਕੇ ਇਹ ਪ੍ਰੋਬਲਮ ਆ ਸਕਦੀ ਹੈਗੀ। ਫੋਰਥ ਪ੍ਰੋਬਲਮ ਇਸ ਕਿ ਬਹੁਤ ਜ਼ਿਆਦਾ ਸਟ੍ਰੈਸ,
ਐਂਜ਼ਾਈਟੀ ਡਿਪਰੈਸ਼ਨ ਵਿੱਚ ਬੰਦਾ ਹੋਵੇ, ਨਰਵਸ ਸਿਸਟਮ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਵੀ ਇਹ ਪ੍ਰੋਬਲਮ ਆ ਸਕਦੀ ਹੈਗੀ। ਔਰ ਉਹ ਇੱਕ ਹੋਰ ਵੱਡੀ ਗੱਲ ਜਿਹੜੀ ਹੈਗੀ ਹੈ ਉਹ ਇਨਡਾਈਜੈਸ਼ਨ। ਅਗਰ ਕਿਸੇ ਨੂੰ ਕੌਨਸਟੀਪੇਸ਼ਨ ਹੋਵੇ, ਇਨਡਾਈਜੈਸ਼ਨ ਦੀ ਪ੍ਰੋਬਲਮ ਹੋਵੇ, ਤੇ ਸਿੰਪਲ ਭਾਸ਼ਾ ਵਿੱਚ ਆਪਾਂ ਗੱਲ ਕਰੀਏ ਕਿ ਅਗਰ ਚੱਕੀ ਜਾਮ ਹੋ ਜਾਵੇ ਤੇ ਗਰਮੀ ਪੈਦਾ ਹੋ ਜਾਂਦੀ ਹੈਗੀ। ਤੇ ਜਦ ਸਾਡੇ ਬੋਡੀ ਵਿੱਚ ਗਰਮੀ ਪੈਦਾ ਹੁੰਦੀ ਹੈਗੀ ਤੇ ਐਜ਼ ਅ ਰਿਜ਼ਲਟ ਇਸ ਕਰਕੇ ਵੀ ਇਹ ਨਾਈਟਫਾਲ ਦੀ ਪ੍ਰੋਬਲਮ ਜਿਹੜੀ ਹੈਗੀ ਸਾਹਮਣੇ ਆ ਜਾਂਦੀ ਹੈ। ਐਂਡ ਜੇ ਗੈਸ ਹੋਵੇ ਪੇਟ ਵਿੱਚ, ਫਲੈਟੂਲੈਂਸ ਹੋਵੇ, ਫਲੈਟੂਲੈਂਸ ਯਾਨੀ ਕਿ ਜਿਹੜੀ ਗੈਸ ਥੱਲੇ ਨੂੰ ਜਾਂਦੀ ਹੈਗੀ ਹੈ, ਉਹਦਾ ਪ੍ਰੈਸ਼ਰ ਜਿਹੜਾ ਹੈਗਾ ਸਾਡੇ ਪ੍ਰੋਸਟੇਟਿਕ ਏਰੀਆ ਵਿੱਚ ਪੈਂਦਾ ਹੈਗਾ। ਜਿਹੜਾ ਸਾਡਾ ਪ੍ਰੋਸਟੇਟਿਕ ਗਲੈਂਡ ਹੈਗਾ ਉਹ ਸਾਡੇ ਰਿਪਰੋਡਕਟਿਵ ਆਰਗਨਸ ਦਾ ਇੱਕ ਹਿੱਸਾ ਹੈਗਾ, ਮਤਲਬ ਉਸ ਤੇ ਜਦ ਪ੍ਰੈਸ਼ਰ ਪੈਂਦਾ ਹੈਗਾ ਉਸ ਕਰਕੇ ਵੀ ਸਾਡੀ ਜਿਹੜੀ ਇਰੈਕਸ਼ਨ ਹੋ ਸਕਦੀ ਹੈਗੀ, ਇਰੈਕਸ਼ਨ ਕਰਕੇ ਸਟਿਮੂਲੇਸ਼ਨ ਹੋ ਸਕਦੀ ਹੈਗੀ ਤੇ ਉਹਨੂੰ ਰਿਲੈਕਸ ਕਰਨ ਵਾਸਤੇ ਜਿਹੜਾ ਸਾਡੀ ਬੋਡੀ ਹੈਗੀ ਉਹ ਸੀਮਨ ਨੂੰ ਬਾਹਰ ਕੱਢ ਦਿੰਦੀ ਹੈਗੀ। ਸੋ ਜੇ ਸਾਡੀ ਇੱਕ ਤਾਂ ਮੈਸਟਰਬੇਸ਼ਨ ਅਸੀਂ ਅਵੋਇਡ ਕਰੀਏ, ਅਸੀਂ ਪੋਰਨੋਗ੍ਰਾਫੀ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਦੇਖਣਾ ਛੱਡੀਏ ਐਂਡ ਆਪਣੀ ਬੋਡੀ ਦੀ ਡਾਈਟ ਐਂਡ ਲਾਈਫਸਟਾਈਲ ਸੁਧਾਰ ਲਈਏ ਐਂਡ ਡਾਈਜੈਸ਼ਨ ਨੂੰ ਠੀਕ ਕਰ ਲਈਏ ਤੇ ਆਈ ਹੈਵ ਸੀਨ ਕਿ ਮੋਸਟ ਆਫ ਦਾ ਪੀਪਲ ਆਰ ਏਬਲ ਟੂ ਰਿਕਵਰ ਵੈਰੀ ਈਜ਼ੀਲੀ। ਤੁਸੀਂ ਰਿਕਵਰ ਦੀ ਗੱਲ ਕੀਤੀ ਹੈ, ਤੁਸੀਂ ਇਹ ਵੀ ਕਿਹਾ ਕਿ ਜਦੋਂ ਐਲੋਪੈਥੀ ਦੀ ਗੱਲ ਆਉਂਦੀ ਹੈ ਤਾਂ ਡਾਕਟਰ ਜਦੋਂ ਮੈਡੀਸਨ ਦਿੰਦੇ ਆ, ਜਦੋਂ ਤੁਸੀਂ ਛੱਡਦੇ ਹੋ ਮੈਡੀਸਨ ਤਾਂ ਦੁਬਾਰਾ ਉਸੇ ਕੰਡੀਸ਼ਨ ਤੇ ਵਾਪਸ ਆ ਜਾਂਦੇ ਹੋ। 3-3 ਲੱਖ ਰੁਪਏ ਵੀ ਲੋਕਾਂ ਨੇ ਲਗਾ ਕੇ ਵੇਖੇ ਨੇ। ਜੇ ਇਸ ਚੀਜ਼ ਦੇ ਵਿੱਚ ਇਹਦਾ ਇਲਾਜ ਨਹੀਂ ਹੈਗਾ ਤਾਂ ਜੇਕਰ ਅਸੀਂ ਗੱਲ ਕਰੀਏ ਕਿ ਹਰਬਸ ਦੇ ਵਿੱਚ ਕੀ ਕੋਈ ਇਹੋ ਜਿਹੀਆਂ ਹਰਬਸ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਇਸ ਚੀਜ਼ ਨੂੰ ਕਿਉਰ ਕੀਤਾ ਜਾ ਸਕੇ? ਹਾਂਜੀ, ਹਰਬਸ ਹੈਗੀਆਂ ਨੇ, ਬਹੁਤ ਸਾਰੀ ਹਰਬਸ ਹੈਗੀਆਂ ਨੇ ਜਿਹੜੀ ਇਸ ਕੰਡੀਸ਼ਨ ਤੇ ਵਰਕ ਕਰਦੀਆਂ ਨੇ। ਜਿਵੇਂ ਆਪਾਂ ਗੱਲ ਕੀਤੀ ਕਿ ਇਹ ਪ੍ਰੋਬਲਮ ਜਿਹੜੀ ਹੈ ਇਹਦੇ ਵਿੱਚ ਮਾਈਂਡ ਤੇ ਵੀ ਵਰਕ ਕਰਨਾ ਪੈਂਦਾ ਹੈਗਾ, ਇਸ ਨੇ ਸਾਡੀ ਬੋਡੀ ਦੇ ਫਿਜ਼ੀਓਲੋਜੀਕਲ ਲੈਵਲ ਤੇ ਵੀ ਵਰਕ ਕਰਨਾ ਪੈਂਦਾ ਹੈਗਾ। ਸੋ ਜੇ ਆਪਾਂ ਗੱਲ ਕਰੀਏ ਹਰਬਸ ਦੀ, ਹੁਣ ਜਿਹੜੇ ਹਰਬਸ ਨੇ ਇਹ ਸਾਡੀ ਬੋਡੀ ਦੀ ਫਿਜ਼ੀਓਲੋਜੀ ਨੂੰ ਹੈਲਪ ਕਰਦੇ ਨੇ। ਜੀ ਆਪਾਂ ਕਮਲ ਜੀ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ ਤੇ ਕਮਲਪ੍ਰੀਤ ਜੀ, ਮੈਂ ਕਮਲਪ੍ਰੀਤ ਜੀ ਨੂੰ ਇੱਕ ਕੁਐਸਚਨ ਕਰਨਾ ਸੀ ਰਿਲੇਟਡ ਡਿਫਰੈਂਟ ਟੌਪਿਕ। ਜੀ ਦੱਸੋ। ਜਿਵੇਂ ਮੇਰੇ ਵਾਈਫ ਦੇ ਨਾ ਕਾਫ ਜਿਹੜੇ ਹੁੰਦੇ ਨਾ ਪੈਰਾਂ 'ਚ, ਜਿਹੜੇ ਉੱਥੇ ਪੇਨ ਹੋਈ ਤੇ ਨਾਲ ਦੀ ਨਾਲ ਹਾਈ ਬਲੱਡ ਹੋਇਆ, ਤੇ ਇਸ ਦੇ ਐਨੀ ਕੰਸਰਨ ਵੀ ਆਪਾਂ ਉਹਦੇ ਕੀ ਰੀਜ਼ਨਸ ਹੋ ਸਕਦੇ? ਵੈਸੇ ਉਹ ਲੋ ਬਲੱਡ ਦੀ ਪ੍ਰੈਸ਼ਰ ਮਰੀਜ਼ ਨੇ। ਓਕੇ, ਸੋ ਮਤਲਬ ਕਿ ਬੇਸਿਕਲੀ ਕਿ ਉਹ ਲੋ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਪਰ ਅਚਾਨਕ ਤੋਂ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਤੇ ਕਾਫ ਵਿੱਚ ਪੇਨ ਹੋ ਗਿਆ। ਹਾਂਜੀ, ਪੈਰਾਂ 'ਚ ਪੇਨ ਹੁੰਦੀ ਹੈ। ਹਾਂ, ਇਹਦੇ ਵਾਸਤੇ ਐਕਚੁਅਲੀ ਪਤਾ ਕਿ ਇਹਨੂੰ ਜਾਣਨ ਵਾਸਤੇ ਸਾਨੂੰ ਪ੍ਰੋਪਰਲੀ ਗੱਲ ਕਰਨੀ ਪਏਗੀ, ਸਾਰੀ ਹਿਸਟਰੀ ਸਮਝਣੀ ਪਏਗੀ, ਤਾਂ ਆਪਾਂ ਦੱਸ ਸਕਦੇ ਹੈਗੇ। ਬਟ ਅਗਰ ਕਿਸੇ ਟਾਈਮ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਹੋ ਜਾਵੇ ਜਾਂ ਫਿਰ ਪੇਨ ਹੋਵੇ ਕਾਫ ਮਸਲਸ ਵਿੱਚ, ਤੁਸੀਂ ਇੱਕ ਰੈਮੇਡੀ ਅਪਣਾ ਸਕਦੇ ਹੋ। ਉਹ ਹੈਗੀ ਲੋਅਰ ਲੈਗ ਹੌਟ ਵਾਟਰ ਇਮਰਸ਼ਨ। ਇੱਕ ਬਾਲਟੀ ਨਾ ਪੂਰਾ ਗਰਮ ਪਾਣੀ ਲੈ ਕੇ 40 ਡਿਗਰੀਜ਼ ਤੱਕ ਉਹਦੇ ਵਿੱਚ ਦੋਨੋਂ ਪੈਰ ਪਾ ਕੇ ਤੁਸੀਂ ਬੈਠ ਜਾਓ ਫॉर 15 to 20 ਮਿੰਟਸ। ਉਹਦੇ ਨਾਲ ਕੀ ਹੁੰਦਾ ਹੈ, ਬੋਡੀ ਪੇਨ ਵਿੱਚ ਵੀ ਰਿਲੈਕਸ ਮਿਲਦਾ ਹੈਗਾ ਐਂਡ ਬਲੱਡ ਪ੍ਰੈਸ਼ਰ ਵੀ ਥੋੜਾ ਕੰਟਰੋਲ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਜੀ ਬਾਕੀ ਰੈਸਟ ਤੁਸੀਂ ਡਾਈਟ ਬਾਰੇ ਜਾਂ ਕੁਝ ਵੀ ਹੋਰ ਪੁੱਛਣਾ ਤੁਸੀਂ ਕਮਲ ਜੀ ਨੂੰ ਉਹਨਾਂ ਦੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ, ਡਿਟੇਲ 'ਚ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਦੇਣਗੇ। ਥੈਂਕ ਯੂ ਸੋ ਮਚ ਜੀ ਕਾਲ ਕਰਨ ਲਈ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਅਸੀਂ ਹਰਬਸ ਦੇ ਬਾਰੇ ਵਿੱਚ ਗੱਲ ਕਰ ਰਹੇ ਸੀ। ਹਾਂਜੀ, ਸੋ ਹਰਬਸ ਦੀ ਆਪਾਂ ਅਗਰ ਗੱਲ ਕਰੀਏ, ਸੋ ਕੁਝ ਹਰਬਸ ਹੈਗੇ ਜਿਹੜੇ ਡਾਇਰੈਕਟਲੀ ਪਲਾਂਟਸ ਤੋਂ ਆ ਕੇ ਬੋਡੀ ਨੂੰ ਬੈਨੀਫਿਟ ਕਰ ਸਕਦੇ ਹੈਗੇ। ਕੁਝ ਮਿਨਰਲ ਕਿੰਗਡਮ ਦੇ ਸਪਲੀਮੈਂਟਸ ਹੈਗੇ ਜਿਹੜੇ ਸਾਨੂੰ ਹੈਲਪ ਕਰ ਸਕਦੇ ਨੇ। ਜਿਵੇਂ ਆਪਾਂ ਮਿਨਰਲਸ ਦੀ ਅਗਰ ਗੱਲ ਕਰੀਏ, ਇੱਕ ਸ਼ਿਲਾਜੀਤ ਜਿਹੜਾ ਹੈਗਾ ਕਾਫੀ ਵਧੀਆ ਹੈਲਪ ਕਰਦਾ ਹੈ ਇਸ ਕੇਸ ਵਿੱਚ। ਇਸ ਤੋਂ ਇਲਾਵਾ ਸੈਲੇਨੀਅਮ ਹੋ ਗਿਆ, ਉਹ ਹੈਲਪ ਕਰਦਾ ਹੈਗਾ। ਸਾਈਲੀਸ਼ੀਆ ਹੈਗਾ, ਉਹ ਹੈਲਪ ਕਰਦਾ ਹੈਗਾ। ਜੇ ਆਪਾਂ ਹਰਬਸ ਦੀ ਕਰੀਏ, ਆਯੁਰਵੈਦਿਕ ਜਿਹੜੇ ਜੜੀ ਬੂਟੀਆਂ ਹੋ ਗਈਆਂ, ਉਹਦੇ ਵਿੱਚ ਸ਼ਤਾਵਰੀ ਹੋ ਗਈ, ਉਹਦੇ ਵਿੱਚ ਅਸ਼ਵਗੰਧਾ ਹੋ ਗਈ, ਗੋਕਸ਼ੂਰ ਹੋ ਗਈ, ਕਪੀ ਕੱਚੂ ਹੋ ਗਈ, ਤ੍ਰਿਫਲਾ ਹੋ ਗਈ, ਇਹ ਸਾਰੇ ਹੈਲਪ ਕਰਦੇ ਨੇ। ਇਸ ਤੋਂ ਇਲਾਵਾ ਜੇ ਕੁਝ ਹੋਰ ਜੇ ਆਪਾਂ ਗੱਲ ਕਰੀਏ ਹਰਬਸ ਬਾਰੇ, ਤਾਂ ਲਾਈਕੋਪੋਡੀਅਮ ਕਲੈਵੇਟਮ ਹੋ ਗਿਆ ਹੈ ਨਾ, ਇਸੇ ਤਰ੍ਹਾਂ ਸਟਾਫਿਸ ਆਈਗਰਿਆ ਹੋ ਗਿਆ, ਐਗਨਸ ਕੈਸਟਸ ਹੋ ਗਿਆ, ਨਕਸ ਵੋਮਿਕਾ ਹੋ ਗਿਆ, ਹੋਰ ਵੀ ਇਸ ਤਰ੍ਹਾਂ ਦੇ ਕਾਫੀ ਸਾਰੇ ਹਰਬਸ ਹੈਗੇ ਜਿਹੜੇ ਇਸ ਕੰਡੀਸ਼ਨ ਵਿੱਚ ਹੈਲਪ ਕਰਦੇ ਨੇ। ਬਟ ਆਲਵੇਜ਼ ਮੈਂ ਕਹਿੰਦਾ ਹੈਗਾ ਕਿ ਕਿਸੇ ਸਮਝਦਾਰ, ਕਿਸੇ ਸਿਆਣੇ, ਕਿਸੇ ਐਕਸਪਰਟ ਦੇ ਸੁਪਰਵਿਜ਼ਨ ਵਿੱਚ ਹੀ ਇਹ ਹਰਬਸ ਜਿਹੜੇ ਹੈਗੇ, ਇਹ ਜੜੀ ਬੂਟੀਆਂ ਜਿਹੜੀ ਹੈਗੀਆਂ, ਇਹਨਾਂ ਦਾ ਯੂਜ਼ ਕੀਤਾ ਜਾਵੇ ਤਾਂ ਬਹੁਤ ਫਾਇਦਾ ਮਿਲਦਾ ਹੈਗਾ। ਈਵਨ ਥੋੜੀ ਕੁਆਂਟੀਟੀ ਵਿੱਚ ਵੀ ਅਗਰ ਸਹੀ ਹਰਬ ਤੁਹਾਨੂੰ ਮਿਲ ਜਾਵੇ ਤੇ ਤੁਹਾਡਾ ਬਹੁਤ ਭਲਾ ਹੋ ਸਕਦਾ ਹੈਗਾ, ਕਿਉਂਕਿ ਇਹਦੇ ਨਾਲ ਤੁਹਾਡੀ ਜਿਹੜੀ ਸਟਰੈਂਥ ਹੈਗੀ ਰਿਪਰੋਡਕਟਿਵ ਆਰਗਨਸ ਦੀ ਬਹੁਤ ਜਲਦੀ ਵਧਣੀ ਸ਼ੁਰੂ ਹੋ ਜਾਂਦੇ ਨੇ। ਕਾਫੀ ਸਾਰੇ ਇਸ ਤਰ੍ਹਾਂ ਦੇ ਹਰਬਸ ਹੈਗੇ, ਡੈਮੀਆਨਾ ਪਲਾਂਟ ਹੈਗਾ, ਅਵੇਨਾ ਸਿਤਾਈਵਾ ਹੈਗਾ। ਸੋ ਇਸ ਤਰ੍ਹਾਂ ਬੈਨੀਫਿਟ ਲੈ ਸਕਦੇ ਹੋ। ਬਟ ਮੇਕ ਸ਼ੋਰ ਯੂਫਰਲਿਊਟੀਅਮ ਹੈਗਾ, ਬਟ ਮੇਕ ਸ਼ੋਰ ਕਿ ਕੋਈ ਸਿਆਣੇ ਬੰਦੇ ਦੇ ਨਾਲ ਕੰਸਲਟੇਸ਼ਨ ਲੈ ਕੇ ਹੀ ਲਈਆ ਜਾਣ। ਸੈਲਫ ਜਿਹੜਾ ਮੈਡੀਕੇਸ਼ਨ ਹੈਗਾ, ਵੈਸੇ ਤਾਂ ਇਹ ਹਰਬਸ ਹੈਗੇ ਪਰ ਹਰਬਸ ਵੀ ਹਰ ਬੰਦੇ ਦੇ ਹਿਸਾਬ ਨਾਲ ਅਲੱਗ ਹੁੰਦੇ ਹੈਗੇ ਆ। ਹਰ ਹਰਬ ਹਰ ਕਿਸੇ ਨੂੰ ਸੂਟ ਨਹੀਂ ਕਰਦਾ ਹੈਗਾ, ਕਿਉਂਕਿ ਹੁਣ ਤੁਸੀਂ ਦੇਖੋ ਕਈ ਵਾਰੀ ਕੀ ਹੁੰਦਾ, ਰੈਡੀਮੇਡ ਤੁਸੀਂ ਤੁਸੀਂ ਹਰਬਲ ਦਵਾਈਆਂ ਜਾਂ ਆਯੁਰਵੈਦਿਕ ਦਵਾਈਆਂ ਖਰੀਦ ਲੈਂਦੇ ਹੋ ਪਰ ਉਹਦੇ ਨਾਲ ਠੀਕ ਨਹੀਂ ਹੁੰਦਾ ਹੈਗਾ, ਬਲਕਿ ਪ੍ਰੋਬਲਮ ਵੱਧਦੀ ਜਾਂਦੀ ਹੈਗੀ। ਕਿਉਂ? ਕਿਉਂਕਿ ਉਹ ਜਿਹੜਾ ਹਰਬ ਹੈਗਾ ਹੋ ਸਕਦਾ ਹੈ ਤੁਹਾਨੂੰ ਸੂਟ ਨਾ ਕਰਦਾ ਹੋਵੇ। ਸੋ ਮੇਕ ਸ਼ੋਰ ਕਿ ਤੁਸੀਂ ਕਿਸੇ ਐਕਸਪਰਟ ਦੀ ਸਲਾਹ ਵਿੱਚ ਹੀ ਇਹ ਲਿਓ। ਜੀ ਗੱਲ ਕਰਾਂਗੇ, ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਇੱਥੋਂ ਬੋਲਦੇ ਆ ਕੈਨੇਡਾ ਤੋਂ। ਹਾਂਜੀ, ਸਵਾਲ ਹੈਗਾ ਮੇਰਾ ਥਾਇਰਾਇਡ ਆ ਲੋ, ਉਹ ਤਾਂ ਬਹੁਤ ਵੈਸੇ ਜ਼ਿਆਦਾ ਸਾਲਾਂ ਤੋਂ ਹੁਣ 5 ਸਾਲ ਤੋਂ
ਉਹਦੇ ਜਿੱਦਾਂ ਗਲੇ ਵਿੱਚ ਗੈਲਟੀਆਂ ਬੰਪ ਜਿਹੇ ਵੀ ਹੈਗੇ ਆ। ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦੀ ਕੋਈ ਉਹਦੇ ਲਈ ਵੀ ਇਹਨਾਂ ਦੇ ਕੋਈ ਇਲਾਜ ਹੈਗਾ? ਅਸੀਂ ਥਾਇਰਾਇਡ ਦੇ ਉੱਤੇ ਇੱਕ ਪੂਰਾ ਪ੍ਰੋਗਰਾਮ ਕੀਤਾ ਸੀ ਜਿਸ 'ਚ ਪੂਰੀ ਡਾਈਟ ਡਿਸਕਸ ਕੀਤੀ ਸੀ ਕਿ ਤੁਹਾਡੀਆਂ ਸਾਰੀਆਂ ਦਵਾਈਆਂ ਹੀ ਛੁੱਟ ਜਾਣਗੀਆਂ। ਬਾਕੀ ਕਮਲ ਜੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਕਿਤੇ ਕਰ ਲਿਆ ਲੱਗਦਾ ਹੈ। ਚਲੋ ਇਹ ਹੁਣ ਥੋੜਾ ਜਿਹਾ ਦੱਸ ਦੇਣ ਇਹਦੇ ਤੇ ਕੀ ਕਰਨਾ ਚਾਹੀਦਾ ਜਾਂ ਇਲਾਜ ਹੈਗਾ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਤੁਸੀਂ ਕਾਲ ਕੀਤੀ ਆ। ਥੈਂਕ ਯੂ ਜੀ। ਜੀ ਨੈਕਸਟ ਕਾਲਰ ਕਮਲ ਜੀ ਜੁੜ ਗਏ ਨੇ, ਉਹਨਾਂ ਦੀ ਵੀ ਕਾਲ ਆ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ। ਜੀ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀਗਾ ਜੀ, ਬਹੁਤ ਸੋਹਣਾ, ਬਹੁਤ ਵਧੀਆ ਲੱਗਿਆ, ਬੜੀ ਨੌਲੇਜ ਹੈ। ਜੀ ਪਰ ਮੇਰਾ ਥੋੜਾ ਜਿਹਾ ਇੱਕ ਹਟਵਾਂ ਸਵਾਲ ਹੈ ਜੀ। ਜੀ ਮੈਂ ਕਰ ਸਕਦਾ? ਬਿਲਕੁਲ ਜੀ, ਦੱਸੋ ਕੀ ਸਵਾਲ ਹੈ ਤੁਹਾਡਾ? ਉਹ ਮੇਰੀ ਬੇਨਤੀ ਹੈ ਜੀ ਕਿ ਮੇਰੇ ਨਾ ਕਿਡਨੀ 'ਚ ਪ੍ਰੋਬਲਮ ਹੈਗੀ ਹੈ। ਉਹ ਪਹਿਲਾਂ ਦੇ ਹੈਲੋ ਹਾਂਜੀ ਹਾਂਜੀ ਸੁਣ ਰਹੇ ਹਾਂ ਜੀ ਤੁਹਾਡਾ। ਪਹਿਲੇ ਉਹ ਕਹਿ ਰਹੇ ਸੀਗੇ ਜੀ ਕਿ ਮੇਰਾ ਨਾ 40% ਕੰਮ ਕਰਦਾ ਹੈਗਾ। ਹੁਣ ਮੈਂ ਚੈੱਕ ਕਰਾਇਆ ਸੀ ਤੇ ਉਹ ਕਹਿੰਦੇ ਜੀ ਇਹ ਤੁਹਾਡਾ ਤਾਂ 20% ਰਹਿ ਗਿਆ। ਕੀ ਇਹਦਾ ਕੋਈ ਇਲਾਜ ਵੀ ਹੈ ਜੀ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕਰਨ ਲਈ। ਵੈਸੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿਡਨੀ ਦੇ ਉੱਤੇ ਵੀ ਲਾਸਟ ਵੀਕ ਦੇ ਵਿੱਚ ਹਜੇ ਪ੍ਰੋਗਰਾਮ ਹੋ ਕੇ ਹਟਿਆ ਕਿ ਕਿਡਨੀ ਦੇ ਪੇਸ਼ੈਂਟਸ ਕਿਵੇਂ ਕਿਡਨੀ ਨੂੰ ਰਿਵਰਸ ਕੀਤਾ ਜਾ ਸਕਦਾ ਤੇ ਆਪਣੀ ਕਿਡਨੀ ਨੂੰ ਤੁਸੀਂ ਡਾਇਲਿਸਿਸ ਤੋਂ ਬਚਾ ਸਕਦੇ ਹੋ। ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਗਈ ਸੀ। ਜੇਕਰ ਤੁਸੀਂ ਇਹ ਪ੍ਰੋਗਰਾਮ ਮਿਸ ਕਰ ਦਿੱਤੇ ਨੇ, ਅਸੀਂ ਕਾਫੀ ਬਿਮਾਰੀਆਂ ਦੇ ਉੱਤੇ ਗੱਲਬਾਤ ਕਰ ਚੁੱਕੇ ਹਾਂ। ਡਾਇਬੀਟੀਜ਼ ਦੇ ਉੱਤੇ ਕਰ ਚੁੱਕੇ ਹਾਂ, ਅਸੀਂ ਕਿਡਨੀਜ਼ ਦੇ ਉੱਤੇ ਕਰ ਚੁੱਕੇ ਹਾਂ, ਲਿਵਰ ਦੇ ਉੱਤੇ ਗੱਲ ਕਰ ਚੁੱਕੇ ਹਾਂ, ਥਾਇਰਾਇਡ ਤੇ ਕਰ ਚੁੱਕੇ ਹਾਂ। ਹਮਦਰਦ ਮੀਡੀਆ ਗਰੁੱਪ ਦੇ ਫੇਸਬੁੱਕ ਜਾਂ YouTube ਪੇਜ ਤੇ ਜਾਇਓ। ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਜਾ ਕੇ ਤੁਸੀਂ ਸਰਚ ਮਾਰੋਗੇ ਕਮਲਪ੍ਰੀਤ ਜੀ ਨਾਲ ਹੀ ਇਹ ਸਾਰੇ ਡਿਸਕਸ ਕੀਤੇ ਹੋਏ ਨੇ। ਬਾਕੀ ਤੁਸੀਂ ਇਹਨਾਂ ਦੇ YouTube ਵੀਡੀਓਜ਼ ਵੀ ਦੇਖ ਸਕਦੇ ਹੋ, ਉੱਥੇ ਵੀ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ। ਜੀ ਕਮਲ ਜੀ, ਪਹਿਲਾਂ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਸੀ ਲੋ ਥਾਇਰਾਇਡ ਦੇ ਬਾਰੇ ਵਿੱਚ ਗੱਲ ਕੀਤੀ ਸੀ ਕਿ ਗਲੇ ਦੇ ਵਿੱਚ ਉਹਨਾਂ ਦੇ ਕੁਝ ਬਣ ਰਹੇ ਆ ਹੁਣ। ਹਾਂਜੀ, ਸੋ ਥਾਇਰਾਇਡ ਦੇ ਕੇਸ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ ਕਿ ਤੁਹਾਡੇ ਗਲੇ ਵਿੱਚ ਸਵੈਲਿੰਗ ਬਣ ਰਹੀ ਹੋਏਗੀ। ਉਹਦੇ ਵਾਸਤੇ ਜੇ ਸਵੈਲਿੰਗ ਦਾ ਕੇਸ ਹੈਗਾ ਦੈਟ ਮੀਨਸ ਕਿ ਜਿਹੜੀ ਕੰਡੀਸ਼ਨ ਹੈਗੀ ਥੋੜੀ ਸੀਵੀਅਰ ਹੈਗੀ, ਵੀ ਨੀਡ ਟੂ ਟਾਕ। ਆਪਾਂ ਨੂੰ ਡਾਇਰੈਕਟਲੀ ਕੰਸਲਟੇਸ਼ਨ ਕਰਨੀ ਪਏਗੀ। ਬਟ ਕੁਝ ਚੀਜ਼ਾਂ ਮੈਂ ਤੁਹਾਨੂੰ ਦੱਸ ਸਕਦਾ ਹੈਗਾ। ਇੱਕ ਤਾਂ ਨਾ ਠੰਡੀ ਤੇ ਗਰਮ ਪੱਟੀ ਜਿਹੜੀ ਹੈਗੀ ਗਲੇ ਦੇ ਅਰਾਊਂਡ ਜ਼ਰੂਰ ਕਰਿਆ ਕਰੋ। ਉਹ ਕਿਵੇਂ ਕਰਨੀ ਹੈਗੀ ਹੈ? ਇੱਕ ਪੱਟੀ ਲਵੋ ਕਾਟਨ ਦੀ, ਉਸ ਪੱਟੀ ਨੂੰ ਤੁਸੀਂ ਗਰਮ ਪਾਣੀ ਵਿੱਚ ਚੰਗੀ ਤਰ੍ਹਾਂ ਡਿਬੋਵੋ। ਗਰਮ ਪਾਣੀ ਚੰਗੀ ਤਰ੍ਹਾਂ ਡਿਬੋ ਕੇ ਉਹਨੂੰ ਫਿਰ ਨਿਚੋੜ ਕੇ ਤੇ ਆਪਣੇ ਗਲੇ ਦੇ ਅਰਾਊਂਡ ਲਪੇਟ ਲਓ ਫॉर 1 ਮਿੰਟ। ਉਸ ਤੋਂ ਬਾਅਦ ਕੀ ਕਰਨਾ ਹੈ? ਅਗਲੇ ਮਿੰਟ ਵਿੱਚ ਪੱਟੀ ਲੈ ਕੇ ਉਹਨੂੰ ਠੰਡੇ ਪਾਣੀ ਵਿੱਚ ਨਿਚੋੜ ਕੇ, ਠੰਡੇ ਪਾਣੀ ਵਿੱਚ ਭਿਗੋ ਕੇ ਚੰਗੀ ਤਰ੍ਹਾਂ ਨਿਚੋੜ ਕੇ ਫਿਰ ਗਲੇ ਦੇ ਅਰਾਊਂਡ ਬੰਨ ਲੈਣਾ ਹੈਗਾ। ਯਾਨੀ ਹੁਣ ਪੂਰੀ ਤਰ੍ਹਾਂ ਠੰਡੀ ਹੋ ਜਾਣੀ ਚਾਹੀਦੀ ਹੈ। ਸੋ ਇੱਕ ਮਿੰਟ ਵਾਸਤੇ ਗਰਮ, 1 ਮਿੰਟ ਵਾਸਤੇ ਠੰਡੀ, 1 ਮਿੰਟ ਵਾਸਤੇ ਗਰਮ, 1 ਮਿੰਟ ਵਾਸਤੇ ਠੰਡੀ। ਇਸ ਤਰ੍ਹਾਂ 10 ਮਿੰਟ ਜਿਹੜਾ ਹੈਗਾ ਸਵੇਰੇ ਸ਼ਾਮ ਦੋਨੋਂ ਟਾਈਮ ਇਹ ਕਰਨਾ ਹੈਗਾ। ਜਦ ਵੀ ਕਿਸੇ ਬੋਡੀ ਦੇ ਏਰੀਆ ਵਿੱਚ ਠੰਡਾ ਗਰਮ ਟੈਂਪਰੇਚਰ ਹੁੰਦਾ ਹੈਗਾ ਤੇ ਉੱਥੇ ਬੋਡੀ ਦੇ ਇਮਿਊਨ ਸਿਸਟਮ ਜਿਹੜਾ ਹੈਗਾ ਸਿਗਨਲ ਭੇਜਦੀ ਹੈਗੀ ਕਿ ਬਈ ਇੱਥੇ ਕੋਈ ਪ੍ਰੋਬਲਮ ਹੈਗੀ। ਇੱਥੇ ਜਾ ਕੇ ਸਰਕੂਲੇਸ਼ਨ ਵੱਧਦਾ ਹੈਗਾ ਤੇ ਉੱਥੇ ਜਾ ਕੇ ਜਿਹੜੀ ਬਿਮਾਰੀਆਂ ਨੇ ਉਹ ਹਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਿਕੋਜ਼ ਆਫ ਇਨਕਰੀਜ਼ਡ ਬਲੱਡ ਸਰਕੂਲੇਸ਼ਨ। ਕਿਉਂਕਿ ਬਲੱਡ ਦਾ ਸਰਕੂਲੇਸ਼ਨ ਜਿੱਥੇ ਜ਼ਿਆਦਾ ਹੁੰਦਾ ਹੈਗਾ ਉੱਥੇ ਫਿਰ ਟੌਕਸਿਨਸ ਵੀ ਜਿਹੜੇ ਹੈਗੇ ਉਹ ਨਿਕਲਣੇ ਸ਼ੁਰੂ ਹੋ ਜਾਂਦੇ ਹੈਗੇ। ਸੋ ਇਹ ਜਿਹੜੀ ਚੀਜ਼ ਹੈਗੀ ਤੁਸੀਂ 1 ਮਹੀਨੇ ਤੱਕ ਲਗਾਤਾਰ ਕਰ ਸਕਦੇ ਹੈਗੇ। ਬਿਸਾਈਡਸ ਦੈਟ ਆਪਣੀ ਡਾਈਟ ਵਿੱਚ ਧਨੀਏ ਤੇ ਪੁਦੀਨੇ ਦੀ ਚਟਨੀ ਖਾਣਾ ਜ਼ਰੂਰ ਸ਼ੁਰੂ ਕਰ ਦਿਓ। ਧਨੀਆ ਵਿੱਚ ਇਸ ਤਰ੍ਹਾਂ ਦੇ ਕੰਪਾਊਂਡਸ ਹੁੰਦੇ ਨੇ ਜਿਹੜੇ ਥਾਇਰਾਇਡ ਨੂੰ ਹੀਲ ਕਰਨ ਵਿੱਚ ਹੈਲਪ ਕਰਦੇ ਨੇ। ਜਦ ਵੀ ਰੋਟੀ ਸਬਜ਼ੀ ਖਾਓ ਉਹਦੇ ਨਾਲ ਧਨੀਏ ਤੇ ਪੁਦੀਨੇ ਦੀ ਚਟਨੀ ਜ਼ਰੂਰ ਖਾਇਆ ਕਰੋ। ਨੈਕਸਟ ਜੀ ਇੱਕ ਲਾਸਟ ਪੁਆਇੰਟ ਇੱਕ ਰਹਿ ਗਿਆ ਹੈਗਾ ਕਿ ਆਪਣੀ ਮਾਰਨਿੰਗ ਵਿੱਚ ਨਾ ਬ੍ਰੇਕਫਾਸਟ ਜਿਹੜਾ ਹੈਗਾ ਨਾ, ਬ੍ਰੇਕਫਾਸਟ ਵਿੱਚ ਸਿਰਫ ਤੇ ਸਿਰਫ ਫਰੂਟਸ ਖਾਇਆ ਕਰੋ। ਕਿਹੜੇ ਫਰੂਟਸ ਖਾਣੇ ਨੇ? ਜਿਹੜੇ ਫਰੂਟ ਤੁਸੀਂ ਲਾਈਕ ਕਰਦੇ ਹੋ। 3-4 ਤਰ੍ਹਾਂ ਦੇ ਫਰੂਟਸ ਜਿਹੜੇ ਹੈਗੇ ਐਟਲੀਸਟ ਅੱਧਾ ਕਿਲੋ ਖਾਣੇ ਹੀ ਖਾਣੇ ਨੇ। ਜੀ ਬਿਲਕੁਲ। ਨੈਕਸਟ ਆਪਣੇ ਕਾਲਰ ਦੀ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਕਿਡਨੀ ਪਹਿਲਾਂ ਉਹਨਾਂ ਦੀ 40% ਵਰਕ ਕਰ ਰਹੀ ਸੀ, ਹੁਣ 20% ਤੇ ਆ ਗਈ ਹੈ। ਹਾਂਜੀ, ਸੋ ਕਿਡਨੀ ਦੀ ਪ੍ਰੋਬਲਮ ਜਿਹੜੀ ਹੈਗੀ ਇਹ ਪ੍ਰੋਗਰੈਸਿਵ ਹੈਗੀ। ਪ੍ਰੋਗਰੈਸਿਵ ਇਨ ਦਾ ਕਿਉਂ ਹੈਗੀ? ਕਿਉਂਕਿ ਜਿਹੜਾ ਕਿਡਨੀ ਜਿਹੜਾ ਡੈਮੇਜ ਹੈਗਾ ਨਾ ਉਹ ਬਹੁਤ ਟਾਈਮ ਬਾਅਦ ਜਾ ਕੇ ਹੁੰਦਾ ਹੈਗਾ। ਜੇ ਖਾਸ ਕਰ ਕੋਈ ਬਹੁਤ ਬੰਦਾ ਡਾਇਬੀਟੀਜ਼ ਦੀ ਗੋਲੀਆਂ ਖਾ ਰਿਹਾ ਹੋਵੇ ਜਾਂ ਫਿਰ ਆਪਣਾ ਹਾਈਪਰਟੈਂਸ਼ਨ ਦੀ, ਖਾਸ ਕਰ ਬੀਪੀ ਦੀ ਗੋਲੀਆਂ ਬਹੁਤ ਜ਼ਿਆਦਾ ਅਗਰ ਖਾ ਰਿਹਾ ਹੋਵੇ, ਐਜ਼ ਅ ਰਿਜ਼ਲਟ ਕਿਡਨੀ ਤੇ ਉਹਦਾ ਇਫੈਕਟ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਕਿਡਨੀ ਫੇਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਧੀਰੇ ਧੀਰੇ ਫੇਲ ਹੁੰਦੀ ਹੀ ਜਾਂਦੀ ਹੈਗੀ ਹੈ ਜਦ ਤੱਕ ਅਸੀਂ ਉਸ ਕਾਰਨ ਜਿਸ ਕਰਕੇ ਕਿਡਨੀ ਫੇਲ ਹੋ ਰਹੀ ਸੀ ਉਹਨੂੰ ਠੀਕ ਨਾ ਕਰ ਲਈਏ। ਸੋ ਜੇ ਤੁਹਾਨੂੰ ਅਗਰ ਡਾਇਬੀਟੀਜ਼ ਦੀ ਸ਼ਿਕਾਇਤ ਹੈ ਉਹਨੂੰ ਠੀਕ ਕਰਨਾ ਪੈਣਾ, ਬੀਪੀ ਦੀ ਸ਼ਿਕਾਇਤ ਹੈ ਉਹਨੂੰ ਠੀਕ ਕਰਨਾ ਪੈਣਾ। ਤੁਸੀਂ ਦਵਾਈਆਂ ਤੇ ਹੋਵੋਗੇ ਤੇ ਇਸ ਤਰ੍ਹਾਂ ਦੀ ਤੁਸੀਂ ਟ੍ਰੀਟਮੈਂਟ ਲੈਣੀ ਹੈ ਕਿ ਜਿਹਦੇ ਨਾਲ ਤੁਹਾਡੀ ਦਵਾਈਆਂ ਜਿਹੜੀਆਂ ਹੈਗੀਆਂ ਉਹ ਧੀਰੇ ਧੀਰੇ ਛੁੱਟ ਜਾਣ, ਤੁਸੀਂ ਨੈਚੁਰਲੀ ਹੀ ਬੀਪੀ ਸ਼ੂਗਰ ਤੋਂ ਫ੍ਰੀ ਹੋ ਜਾਵੋ। ਹੁਣ ਕਿਡਨੀ ਵਾਸਤੇ ਅਸੀਂ ਲਾਸਟ ਵੀਕ ਜਿਵੇਂ ਮੈਮ ਨੇ ਦੱਸਿਆ ਕਿ ਆਪਾਂ ਸ਼ੋਅ ਕੀਤਾ ਸੀਗਾ, ਉਹਦੇ ਵਿੱਚ 3 ਚੀਜ਼ਾਂ ਮੇਨ ਹੁੰਦੀਆਂ ਨੇ। ਫਰਸਟ ਥਿੰਗ ਇਸ ਕਿ ਤੁਹਾਨੂੰ ਆਪਣਾ ਖਾਣ ਪੀਣ ਜਿਹੜਾ ਹੈਗਾ ਉਹ ਸੁਧਾਰ ਲੈਣਾ ਪਏਗਾ, ਜਿਹਦੇ ਵਿੱਚ 70% ਆਫ ਹੋਲ ਫੂਡ ਪਲਾਂਟ ਬੇਸਡ ਡਾਈਟ ਆ ਜਾਏਗੀ, ਜਿਹਦੇ ਬਾਰੇ ਆਪਾਂ ਆਪਣੀ ਹਰ ਵੀਡੀਓਜ਼ ਵਿੱਚ ਗੱਲ ਕਰਦੇ ਹੈਗੇ ਆ, ਪਰ ਹੁਣ ਟਾਈਮ ਦੀ ਕਮੀ ਹੋਣ ਕਰਕੇ ਆਪਾਂ ਨਹੀਂ ਦੱਸ ਸਕਦੇ। ਸੈਕੰਡ ਥੈਰੇਪੀ ਇਜ਼ ਹੌਟ ਵਾਟਰ ਇਮਰਸ਼ਨ ਥੈਰੇਪੀ, ਜਿਹਦੇ ਵਿੱਚ ਬਾਥ ਟਬ ਦੇ ਅੰਦਰ ਨੈਕ ਤੱਕ 40 ਡਿਗਰੀ ਗਰਮ ਪਾਣੀ ਵਿੱਚ ਬਹਿਣਾ ਹੁੰਦਾ ਹੈਗਾ। ਥਰਡ ਥਿੰਗ ਇਜ਼ ਹੈਡ ਡਾਊਨ ਟਿਲਟ, 10 ਡਿਗਰੀਜ਼ ਤੇ ਤੁਹਾਨੂੰ ਟਿਲਟ ਕਰਨਾ ਪੈਂਦਾ ਹੋਇਆ। ਹੁਣ ਤੁਸੀਂ ਸਾਨੂੰ ਡਾਇਰੈਕਟਲੀ ਕੰਟੈਕਟ ਕਰਕੇ ਇਹ ਸਾਰਾ ਸਿੱਖ ਸਕਦੇ ਹੋ ਤਾਂ ਕਿ ਤੁਸੀਂ ਠੀਕ ਹੋ ਜਾਓ, ਕਿਉਂਕਿ ਇਹ ਸ਼ੋਅ ਵਿੱਚ ਦੱਸਣ ਵਾਲੀ ਗੱਲਾਂ ਨਹੀਂ ਹੈਗੀਆਂ। ਬਿਲਕੁਲ ਜੀ। ਬਾਕੀ ਤੁਸੀਂ ਕਮਲ ਜੀ ਦੀਆਂ ਵੀਡੀਓਜ਼ ਵੀ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਕਮਲ ਜੀ ਨੂੰ ਤੁਸੀਂ ਡਾਇਰੈਕਟ ਕੰਟੈਕਟ ਵੀ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਨੀਚੇ ਡਿਸਪਲੇ ਹੋ ਰਿਹਾ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੈਡਮ ਅਸੀਂ ਨੌਰਥ ਯੋਰਕ ਤੋਂ ਬੋਲ ਰਹੇ ਹਾਂ। ਹਾਂਜੀ।
ਅੱਜ 2 ਦਿਨ ਪਹਿਲਾਂ ਨਾ ਗਲਤ ਖਾਣ ਪੀਣ ਕਰਕੇ ਨਾ ਤੇ ਉਹ ਹੋ ਗਿਆ ਸੀ, ਐਸਿਡ ਬਣ ਗਿਆ ਸੀ ਤੇ ਉਹਦੇ ਕਰਕੇ ਸਾਰਾ ਦਿਨ ਵੋਮਟਿੰਗ ਦੀ ਮੁੱਕੀਆਂ ਤੇ ਰਾਤ ਨੂੰ ਫਿਰ ਅਸੀਂ ਐਮਰਜੈਂਸੀ ਦਿਖਾਇਆ ਸੀ ਹਸਪੀਟਲ ਇੱਥੇ ਤੇ ਉਹਨਾਂ ਫਿਰ ਦਵਾਈ ਦਿੱਤੀ ਤੇ ਗੋਲੀਆਂ ਲਿਖ ਕੇ ਦਿੱਤੀਆਂ ਤੇ ਉਹ ਖਾ ਰਿਹਾ ਹੁਣ ਤੇ ਵੋਮਟਿੰਗ ਤੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਕਮਰ ਦਰਦ ਬਹੁਤ ਹੋਣ ਲੱਗ ਪਿਆ। ਉਹਦਾ ਤਾਂ ਇਲਾਜ ਦੱਸੋ। ਕਮਰ ਦਰਦ ਹੋਣ ਤੁਹਾਨੂੰ ਗੈਸ ਦੀ ਵੀ ਪ੍ਰੋਬਲਮ ਹੋ ਰਹੀ ਹੈ? ਕਮਰ ਦਰਦ ਤੁਹਾਨੂੰ ਗੈਸ ਦੀ ਪ੍ਰੋਬਲਮ ਵੀ ਹੈ ਜੀ? ਨਹੀਂ ਕੁਛ ਵੀ ਨਹੀਂ, ਬਿਲਕੁਲ ਨਾਰਮਲ ਸੀ, ਬਸ ਆ 2 ਦਿਨ ਪਹਿਲਾਂ ਹੀ ਆ ਹੋਇਆ ਵੋਮਟਿੰਗ ਕਰਕੇ ਉਹ ਸਾਰਾ ਦਿਨ ਉਲਟੀਆਂ ਨਹੀਂ ਗੈਸ ਹੈਗੀ? ਹੁਣ ਗੈਸ ਹੈਗੀ ਤੁਹਾਨੂੰ? ਹੁਣ ਐਸਿਡ ਦੀ ਜਿਹੜੀ ਪ੍ਰੋਬਲਮ ਕਹਿ ਰਹੇ ਸੀ, ਹੁਣ ਗੈਸ ਦੀ ਪ੍ਰੋਬਲਮ ਹੈ? ਨਹੀਂ ਉਹ ਪ੍ਰੋਬਲਮ ਖਤਮ ਹੋ ਗਈ ਹੈ, ਹੁਣ ਸਿਰਫ ਕਮਰ ਦਰਦ ਹੈ। ਠੀਕ ਹੈ ਜੀ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਭ ਤੋਂ ਪਹਿਲੇ ਤੁਹਾਨੂੰ ਦੋਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਮੈਨੂੰ ਇੱਕ ਪ੍ਰੋਬਲਮ ਹੈ ਕਿ ਮੈਂ ਜੋ ਰਾਤ ਨੂੰ ਸੌਂਦਾ ਨਾ ਜੀ ਮੇਰੀਆਂ ਨਸਾਂ ਚੜ੍ਹਦੀਆਂ ਨੇ ਪੈਰਾਂ ਦੀਆਂ, ਤੇ ਮੈਂ ਪੁੱਛਣਾ ਸੀ ਇਹਦੇ ਵਾਸਤੇ ਕੋਈ ਇਲਾਜ ਹੈਗਾ? ਇਹ ਤੁਹਾਨੂੰ ਕਿੰਨੇ ਟਾਈਮ ਤੋਂ ਪ੍ਰੋਬਲਮ ਹੈਗੀ? ਇਹ ਜੀ ਮੈਨੂੰ ਕਰੀਬ ਹੋ ਗਿਆ ਸਾਲ ਕੁ ਹੋ ਗਿਆ ਜੀ। ਸਾਲ ਕੁ ਹੋ ਗਿਆ ਹੈਗਾ। ਆਈ ਥਿੰਕ ਇਹਦੇ ਇਸਨੂੰ ਸਮਝਣ ਵਾਸਤੇ ਨਾ ਸਾਨੂੰ ਗੱਲਬਾਤ ਕਰਨੀ ਪਏਗੀ ਕਿ ਕਾਰਨ ਕੀ ਹੈਗਾ, ਬਟ ਤੁਸੀਂ ਇੱਕ ਚੀਜ਼ ਜਿਹੜੀ ਕਰ ਸਕਦੇ ਹੋ ਨਾ, ਉਸ ਜਗ੍ਹਾ ਤੇ ਮਾਲਿਸ਼ ਜ਼ਰੂਰ ਕਰਿਆ ਕਰੋ। ਉਸ ਤੋਂ ਇਲਾਵਾ ਲੋਅਰ ਲੈਗ ਹੌਟ ਵਾਟਰ ਇਮਰਸ਼ਨ ਹੁੰਦਾ ਹੈਗਾ, ਯਾਨੀ ਗਰਮ ਪਾਣੀ ਵਿੱਚ ਨਾ 40 ਡਿਗਰੀ ਗਰਮ ਪਾਣੀ ਹੋਵੇ ਬਾਲਟੀ ਵਿੱਚ, ਉਹਦੇ ਵਿੱਚ ਦੋਵੇਂ ਪੈਰ ਪਾ ਕੇ ਬੈਠਿਆ ਕਰੋ। ਉਹਦੇ ਨਾਲ ਕੀ ਹੁੰਦਾ, ਨਰਵਸ ਜਿਹੜੀਆਂ ਹੈਗੀਆਂ ਰਿਲੈਕਸ ਕਰਦੀਆਂ ਹੈਗੀਆਂ। ਇਸ ਤਰ੍ਹਾਂ ਦੀ ਜਿਹੜੀ ਮੂਵਮੈਂਟ ਹੈਗੀ ਉਹ ਠੀਕ ਹੋ ਜਾਂਦੀ ਹੈਗੀ। ਇੱਕ ਤਾਂ ਇਹ ਚੀਜ਼ ਹੈਗੀ। ਉਸ ਤੋਂ ਇਲਾਵਾ ਡਾਈਟ ਜਿਹੜੀ ਆਪਣੀ ਖਾਣ ਪੀਣ ਜਿਹੜਾ ਹੈਗਾ ਉਹ ਸੁਧਾਰੋ। ਉਹਦੇ ਵਿੱਚ ਐਟਲੀਸਟ 1% ਆਫ ਯਰ ਬੋਡੀ ਵੇਟ ਜਿਹੜਾ ਹੈਗਾ ਫਰੂਟਸ ਖਾਇਆ ਕਰੋ, ਯਾਨੀ ਅਗਰ ਤੁਹਾਡਾ ਵਜ਼ਨ 70 ਕਿਲੋ ਹੈ 700 ਗ੍ਰਾਮ ਫਰੂਟਸ ਡੇਲੀ ਖਾਇਆ ਕਰੋ। ਇਹਨਾਂ ਕਰੋ ਸ਼ੁਰੂ, ਤੇ ਉਸ ਤੋਂ ਇਲਾਵਾ ਬਾਕੀ ਪੂਰੀ ਚੀਜ਼ ਸਮਝਣ ਵਾਸਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ ਜੀ ਸਰ। ਇਸ ਤੋਂ ਪਹਿਲਾਂ ਆਪਾਂ ਨੂੰ ਨਾਰਥ ਯਾਰਕ ਤੋਂ ਕਾਲ ਆਈ ਸੀ, ਐਸਿਡ ਦੇ ਕਮਰ ਦਰਦ ਦੇ ਬਾਰੇ ਪੁੱਛਣਾ ਚਾਹੁੰਦੇ ਸੀ ਉਹ। ਹਾਂਜੀ, ਸੋ ਤੁਹਾਨੂੰ ਵੋਮਿਟਿੰਗ ਦੀ ਪ੍ਰੋਬਲਮ ਸੀਗੀ। ਯੂਜ਼ਲੀ ਕੀ ਹੁੰਦਾ ਹੈਗਾ, ਜਦ ਅਸੀਂ ਕੋਈ ਚੀਜ਼ ਗਲਤ ਖਾ ਲੈਂਦੇ ਹੈਗੇ ਆ ਤੇ ਬੋਡੀ ਦਾ ਆਪਣਾ ਹੀ ਇੱਕ ਮੈਕੈਨਿਜ਼ਮ ਹੈਗਾ ਕਿ ਜਿਹੜੀ ਚੀਜ਼ ਬੋਡੀ ਵਾਸਤੇ ਨਹੀਂ ਬਣੀ ਹੈਗੀ ਉਹਨੂੰ ਵੋਮਿਟ ਕਰਕੇ ਬਾਹਰ ਕੱਢ ਦਿੰਦੀ ਹੈਗੀ ਹੈ। ਸੋ ਇਹ ਇੱਕ ਚੰਗੀ ਚੀਜ਼ ਹੈਗੀ ਕਿ ਤੁਹਾਡੀ ਬੋਡੀ ਵਿੱਚ ਰੱਬ ਨੇ ਇਸ ਤਰ੍ਹਾਂ ਸਿਸਟਮ ਫਿੱਟ ਕੀਤਾ ਹੋਇਆ ਹੈ ਕਿ ਜਿਹੜੀ ਚੀਜ਼ ਨਹੀਂ ਚਾਹੀਦੀ ਹੈ ਬੋਡੀ ਉਹਨੂੰ ਕਿਸੇ ਤਰ੍ਹਾਂ ਫਲਸ਼ ਆਊਟ ਕਰਕੇ, ਚਾਹੇ ਡਾਇਰੀਆ ਦੇ ਰੂਪ ਵਿੱਚ ਚਾਹੇ ਉੱਤੋਂ ਵੋਮਿਟਿੰਗ ਦੇ ਰੂਪ ਵਿੱਚ ਬਾਹਰ ਕੱਢਣਾ ਚਾਹੁੰਦੀ ਹੈਗੀ। ਉਸ ਵੇਲੇ ਸਾਨੂੰ ਕੀ ਕਰਨਾ ਹੁੰਦਾ ਹੈ, ਸਾਨੂੰ ਆਪਣੀ ਬੋਡੀ ਨੂੰ ਉਸ ਵਿੱਚ ਸਪੋਰਟ ਕਰਨਾ ਹੁੰਦਾ ਹੈਗਾ ਕਿ ਬੋਡੀ ਕਹਿ ਰਹੀ ਹੈ ਕਿ ਬਈ ਇਹ ਤੁਸੀਂ ਗਲਤ ਚੀਜ਼ ਖਾਈ ਸੀ, ਇਹ ਮੈਨੂੰ ਨਹੀਂ ਚਾਹੀਦੀ, ਆਈ ਵਾਂਟ ਟੂ ਥਰੋ ਇਟ ਆਊਟ। ਲੇਕਿਨ ਜਦ ਤੁਸੀਂ ਗੋਲੀ ਖਾ ਕੇ ਵੋਮਿਟਿੰਗ ਰੋਕ ਲੈਂਦੇ ਹੋ, ਤੁਸੀਂ ਆਪਣੀ ਬੋਡੀ ਨੂੰ ਕਹਿੰਦੇ ਹੋ ਨਹੀਂ ਬਈ ਗੰਦ ਮੈਨੂੰ ਬਾਹਰ ਨਹੀਂ ਸਿੱਟਣਾ ਹੈਗਾ, ਉਹ ਤੋਂ ਅੰਦਰ ਹੀ ਜਮਾ ਕਰਕੇ ਰੱਖ ਲੈ। ਫਿਰ ਹੁੰਦਾ ਕੀ ਹੈ, ਜਦ ਜਮਾ ਕਰਕੇ ਆਪਾਂ ਅੰਦਰ ਰੱਖ ਲੈਂਦੇ ਹੈਗੇ ਉਸ ਗੰਦ ਨੂੰ, ਫਿਰ ਉਹਦੇ ਕਰਕੇ ਬੈਕ ਪੇਨ ਸ਼ੁਰੂ ਹੋ ਸਕਦਾ ਹੈਗਾ, ਹੋਰ ਪ੍ਰੋਬਲਮ ਸ਼ੁਰੂ ਹੋ ਸਕਦੀਆਂ ਨੇ। ਕਿਉਂਕਿ ਇੱਕ ਤਾਂ ਜਿਹੜੀ ਦਵਾਈ ਹੈ ਉਹਦਾ ਕੈਮੀਕਲ ਦਾ ਅਸਰ ਤਾਂ ਹੁੰਦਾ ਹੀ ਹੈਗਾ, ਪਲੱਸ ਜਿਹੜਾ ਤੁਸੀਂ ਗਲਤ ਖਾਦਾ ਸੀਗਾ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹਨੂੰ ਵੀ ਅੰਦਰ ਰੋਕ ਲਿਆ, ਤੇ ਇਹਦੇ ਕਰਕੇ ਵੀ ਪ੍ਰੋਬਲਮ ਆ ਸਕਦੀ ਹੈ। ਸੋਲੂਸ਼ਨ ਕੀ ਹੁੰਦਾ ਹੈਗਾ, ਐਵਰੀ ਟਾਈਮ ਕੀ ਕੰਮ ਕਰਦੀ ਹੈ ਚੀਜ਼, ਜਦ ਵੀ ਕੋਈ ਇਸ ਤਰ੍ਹਾਂ ਦੀ, ਪਹਿਲੀ ਗੱਲ ਤਾਂ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਤੁਸੀਂ ਇਸ ਤਰ੍ਹਾਂ ਦੀ ਚੀਜ਼ ਖਾਓ ਨਾ ਕਿ ਜਿਹਦੇ ਕਰਕੇ ਤੁਹਾਨੂੰ ਪ੍ਰੋਬਲਮ ਆ ਜਾਵੇ। ਤੁਸੀਂ ਜਦ ਵੀ ਕੁਝ ਖਾਣਾ ਹੈਗਾ ਦੇਖ ਕੇ ਖਾਓ ਕਿ ਬਈ ਕਿਹੜੀ ਚੀਜ਼ ਸਾਨੂੰ ਸੂਟ ਕਰੇਗੀ, ਕਿਹੜੀ ਨਹੀਂ ਸਾਡੇ ਵਾਸਤੇ ਵਧੀਆ, ਉਹ ਚੀਜ਼ ਖਾਓ। ਤੇ ਜੇ ਪ੍ਰੋਬਲਮ ਆ ਗਈ ਹੈ, ਹੁਣ ਜਿਸ ਦਿਨ ਇਹ ਪ੍ਰੋਬਲਮ ਆ ਗਈ ਹੈ ਉਸ ਦਿਨ 24 ਆਵਰ ਵਾਸਤੇ ਕੋਕੋਨਟ ਵਾਟਰ ਫਾਸਟਿੰਗ ਕਰਨੀ ਹੁੰਦੀ। ਕੋਕੋਨਟ ਵਾਟਰ ਫਾਸਟਿੰਗ ਯਾਨੀ ਜਦ ਤੱਕ ਤਾਂ ਉਲਟੀਆਂ ਆ ਰਹੀਆਂ ਨੇ ਤਦ ਤੱਕ ਬੋਡੀ ਨੂੰ ਬਾਹਰ ਕੱਢਣ ਦਿਓ, ਤੇ ਥੋੜਾ ਬੋਡੀ ਰਿਲੈਕਸ ਹੁੰਦੀ ਹੈ ਤੇ ਨਾਰੀਅਲ ਪਾਣੀ ਪੀਓ। फिर 1 घंटे बाद नारियल पानी पियो, फिर 1 घंटे बाद फ्रैश नारियल पानी पियो। जब तक ये प्रॉब्लम ठीक नहीं हो जाती तब तक तुसी 24 आवर लगते हैं जो यूजली जो ਅਸੀਂ ਦੇਖਿਆ ਹੈਗਾ ਇਹ ਠੀਕ ਹੋ ਜਾਂਦਾ ਹੈਗਾ। ਬਾਕੀ ਇਸ ਤੋਂ ਇਲਾਵਾ ਕੁਝ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਇਲਾਇਚੀ ਹੋ ਗਈ ਜਾਂ ਹੋਰ ਕੁਝ ਇਸ ਤਰ੍ਹਾਂ ਦੇ ਹਰਬਸ ਹੈਗੇ ਜਿਹੜੇ ਹੈਲਪ ਕਰਦੇ ਨੇ, ਬਟ ਉਹ ਪਰਸਨ ਟੂ ਪਰਸਨ ਦੇਖ ਕੇ ਅਸੀਂ ਸੁਜੈਸਟ ਕਰਦੇ ਹੈਗੇ। ਸੋ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਚਾਹੁੰਦੇ ਹੈਗੇ, ਹੈ ਨਾ ਜੀ ਬਿਲਕੁਲ। ਤੇ ਆਪਾਂ ਵਾਪਸ ਆਪਣੇ ਟੌਪਿਕ ਦੇ ਉੱਤੇ ਆਈਏ। ਤੁਸੀਂ ਗੱਲ ਕਰ ਰਹੇ ਸੀ ਕਿ ਕਈ ਪੇਸ਼ੈਂਟਸ ਨਾਲ ਤੁਹਾਡੀ ਜਦੋਂ ਗੱਲਬਾਤ ਹੁੰਦੀ ਹੈ ਨੀਚੇ ਉਹਨਾਂ ਨੇ ਕਾਫੀ ਇਹੋ ਜਿਹੇ ਕਮੈਂਟਸ ਕੀਤੇ ਹੁੰਦੇ ਆ। ਮੈਂਟਲ ਸਿਚੁਏਸ਼ਨ ਕੀ ਹੁੰਦੀ ਹੈ? ਤੁਸੀਂ ਹਰਬਸ ਦੀ ਹੁਣੀ ਗੱਲ ਕੀਤੀ ਹੈ, ਤੁਸੀਂ ਕਿਹਾ ਕਿ ਦੂਜੀਆਂ ਐਲੋ ਮੈਡੀਸਨਸ ਜਿਹੜੀਆਂ ਹੈਗੀਆਂ ਐਲੋਪੈਥੀ ਹੈ ਉਹ ਪ੍ਰੋਪਰ ਕਿਉਰ ਨਹੀਂ ਕਰਦੀਆਂ ਹੈਗੀਆਂ। ਹਰਬਸ ਦੀ ਗੱਲ ਕਰਦੇ ਆ ਕਿ ਇਹ ਪ੍ਰੋਪਰ ਕਿਉਰ ਕਰ ਦਿੰਦੀਆਂ ਜਾਂ ਇਸ ਦਾ ਕੀ ਕੋਈ ਪ੍ਰੋਪਰ ਕਿਉਰ ਹੈਗਾ ਵੀ ਹੈ ਕਿ ਨਹੀਂ? ਹਾਂ, ਇਹ ਬੜਾ ਵਧੀਆ ਸਵਾਲ ਹੈਗਾ ਕਿ ਪ੍ਰੋਪਰ ਕਿਉਰ ਹੈਗਾ ਕਿ ਨਹੀਂ। ਕਿ ਜੇ ਅਸੀਂ ਗੱਲ ਕੀਤੀ ਸੀ ਨਾ, ਇਹ ਮਾਈਂਡ ਤੋਂ ਰਿਲੇਟਡ ਬਹੁਤ ਜ਼ਿਆਦਾ ਹੈਗੀ ਹੈ। ਜੇ ਮਾਈਂਡ ਵਿੱਚ ਸਾਡੇ ਕਾਮ ਚਿੰਤਨ ਚੱਲਦਾ ਰਹੇ ਇਸ ਕਰਕੇ ਪ੍ਰੋਬਲਮ ਵੱਧਦੀ ਜਾਂਦੀ ਹੈਗੀ ਹੈ। ਤੇ ਜੇ ਕਿਉਂਕਿ ਕੋਈ ਵੀ ਚੀਜ਼ ਜਿਹੜੀ ਮਾਈਂਡ ਐਂਡ ਬੋਡੀ ਇਜ਼ ਆਲਵੇਸ ਕਨੈਕਟਡ, ਤੇ ਜੇ ਅਗਰ ਮਾਈਂਡ ਵਿੱਚ ਇਹ ਚੀਜ਼ ਸਾਡੇ ਭਰ ਗਈ ਉਹਦਾ ਅਸਰ ਬੋਡੀ ਤੇ ਹੋਏਗਾ। ਤੇ ਜੇ ਬੋਡੀ ਦੇ ਲੈਵਲ ਤੇ ਪ੍ਰੋਬਲਮ ਬਣ ਗਈ ਫਿਰ ਸਿਰਫ ਮਾਈਂਡ ਨੂੰ ਠੀਕ ਕਰਨ ਨਾਲ ਇਹ ਬੋਡੀ ਦੀ ਪ੍ਰੋਬਲਮ ਠੀਕ ਨਹੀਂ ਹੋਏਗੀ। ਜਿਵੇਂ ਮੰਨ ਲਓ ਕਿ ਕਿਸੇ ਨੂੰ ਮਾਈਂਡ ਜਿਹੜੀ ਸੀਗੀ ਕਾਮ ਚਿੰਤਨ ਕਰਕੇ ਉਹਨੂੰ ਇਹ ਪ੍ਰੋਬਲਮ ਲੱਗੀ ਸੀਗੀ, ਉਹਨੇ ਕਿਸੇ ਤਰ੍ਹਾਂ ਕੁਝ ਹੋਲੀ ਬੁੱਕਸ ਪੜ੍ਹ ਕੇ ਜਾਂ ਆਪਣੇ ਆਪ ਨੂੰ ਸੁਧਾਰ ਕੇ ਆਪਣੇ ਮਾਈਂਡ ਨੂੰ ਸੈੱਟ ਕਰ ਲਿਆ। ਲੇਕਿਨ ਅਗਰ ਉਹ ਪ੍ਰੋਬਲਮ ਇੰਨੀ ਵੱਧ ਚੁੱਕੀ ਹੈ ਕਿ ਉਹਦੇ ਬੋਡੀ ਲੈਵਲ ਤੱਕ ਉਹ ਆ ਚੁੱਕੀ ਹੈ, ਹੁਣ ਮਾਈਂਡ ਸੈੱਟ ਵੀ ਹੋਵੇ ਤਾਂ ਵੀ ਵੀਰੇ ਜਿਹੜਾ ਹੈਗਾ ਐਕਸੈਸਿਵ ਸੈਮਨ ਲਾਸ ਹੋ ਰਿਹਾ ਹੈਗਾ ਆਪਣੇ ਆਪ ਇਨਵੋਲੰਟਰਲੀ। ਇਨ ਦਿਸ ਕੇਸ ਜਿਹੜੀ ਪ੍ਰੋਬਲਮ ਹੈਗੀ ਉਹ ਫਿਜ਼ੀਓਲੋਜੀਕਲ ਲੈਵਲ ਤੱਕ ਆ ਚੁੱਕੀ ਹੈ। ਹੁਣ ਇਹਨੂੰ ਫਿਜ਼ੀਓਲੋਜੀਕਲ ਲੈਵਲ ਤੇ ਠੀਕ ਕਰਨ ਵਾਸਤੇ ਸਾਨੂੰ ਕੁਝ ਹਰਬਸ ਨਾਲ ਸਪਲੀਮੈਂਟ ਕਰਨਾ ਪਏਗਾ। ਸੋ ਹੁੰਦਾ ਕੀ ਹੈ, ਯੂਜ਼ੂਅਲੀ ਜਿਹੜੇ ਪੇਸ਼ੈਂਟਸ ਜਾਂ ਜਿਹੜੇ ਕਲਾਇੰਟਸ ਮੇਰੇ ਕੋਲ ਆਉਂਦੇ ਹੈਗੇ ਆ ਤੇ ਉਹ ਦੱਸਦੇ ਹੈਗੇ ਕਿ ਦੇ ਹੈਵ ਬੀਨ ਲਾਈਕ
ਕੁਝ ਕੇਸਿਸ ਵਿੱਚ ਮਤਲਬ ਹਰ ਰੋਜ਼ 3-4 ਵਾਰ ਜਿਹੜਾ ਹੈਗਾ ਹੱਥ ਰੱਸੀ ਕਰਨਾ, ਜਿਹਦਾ ਮਤਲਬ ਕਿ ਮਹੀਨੇ ਵਿੱਚ 100 ਵਾਰ ਤੋਂ ਵੀ ਉੱਤੇ। ਤਾਂ ਜੇ ਕੋਈ ਇੰਨਾ ਜ਼ਿਆਦਾ ਕਰੇਗਾ, ਐਕਸੈਸਿਵ ਸੈਮੀਨੋਲਸ ਹੋਏਗਾ ਤੇ ਉਹਨੂੰ ਇਸ ਤਰ੍ਹਾਂ ਦੀ ਪ੍ਰੋਬਲਮਸ ਆ ਜਾਂਦੀਆਂ ਨੇ। ਤੇ ਉਸ ਕੇਸ ਵਿੱਚ ਉਸ ਪੇਸ਼ੈਂਟ ਨੂੰ ਮੈਂ ਜਦ ਦੇਖਿਆ ਸੀ, ਉਹਨੂੰ ਯੂਰਿਨ ਇਨਕੌਂਟੀਨੈਂਸ ਆ ਗਿਆ ਸੀਗਾ, ਯਾਨੀ ਪਿਸ਼ਾਬ ਕਰਨ ਵਿੱਚ ਜਿਹੜਾ ਹੈਗਾ ਕਦੀ ਰੁਕ ਰਿਹਾ ਹੈ, ਕਦੀ ਆ ਰਿਹਾ, ਸਟਾਰਟ ਕਰਨ ਵਿੱਚ ਦਿੱਕਤ ਹੋ ਰਹੀ ਹੈਗੀ ਹੈ, ਬਰਨਿੰਗ ਸੈਂਸੇਸ਼ਨ ਹੋ ਰਹੀ ਹੈਗੀ ਹੈ, ਇਨਫੈਕਸ਼ਨ ਬੇਸਿਕਲੀ ਹੋ ਗਿਆ ਹੈਗਾ, ਜਿਹਨੂੰ UTI ਕਹਿ ਦਿੱਤਾ ਜਾਂਦਾ ਹੈਗਾ। ਫਿਰ ਇਸ ਤਰ੍ਹਾਂ ਦੇ ਮੈਂ ਕੇਸਿਸ ਦੇਖੇ ਹੈਗੇ, ਛੋਟੀ ਉਮਰ ਵਿੱਚ 15-16 ਸਾਲ 17 ਸਾਲ ਦੇ ਮੁੰਡੇ 15-15 16-16 20 ਵਾਰ ਉਹਨਾਂ ਨੂੰ ਨਾਈਟ ਫਾਲ ਯਾਨੀ ਸੁਪਨਦੋਸ਼ ਦੀ ਪ੍ਰੋਬਲਮ ਆ ਰਹੀ ਹੈਗੀ, ਜਿਸ ਕਰਕੇ ਉਹਨੂੰ ਪਿਸ਼ਾਬ ਕਰਨ ਵਿੱਚ ਦਿੱਕਤ ਆ ਰਹੀ ਹੈ। ਕਈਆਂ ਦੇ ਕੇਸਿਸ ਵਜ਼ਨ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ, ਕਈਆਂ ਦੇ ਕੇਸਿਸ ਵਜ਼ਨ ਵੱਧਦਾ ਹੀ ਜਾਂਦਾ ਹੈਗਾ। ਸੋ ਇਸ ਕੇਸ ਵਿੱਚ ਜਿਹੜੇ ਮੈਂ ਗੱਲ ਕਰ ਰਿਹਾ ਹੈਗਾ, ਉਹਨਾਂ ਦਾ ਵਜ਼ਨ ਵੱਧਦਾ ਜਾ ਰਿਹਾ ਸੀਗਾ, ਕਬਜ਼ ਦੀ ਪ੍ਰੋਬਲਮਸ ਹੋ ਗਈ ਸੀਗੀ, 3-3 4-4 ਦਿਨ ਤੱਕ ਮੋਸ਼ਨ ਆਉਂਦਾ ਹੀ ਨਹੀਂ ਸੀਗਾ, ਪਿਸ਼ਾਬ ਪਾਸ ਕਰਨ ਵਿੱਚ ਦਿੱਕਤ, ਸਾਹ ਲੈਣ ਵਿੱਚ ਤਕਲੀਫ, ਇਹ ਸਾਰੀ ਪ੍ਰੋਬਲਮਸ। ਪਰ ਜਿਸ ਉਹਨਾਂ ਦੇ ਕੇਸਿਸ ਮੈਂ ਰਿਅਲਾਈਜ਼ ਕੀਤਾ ਕਿ ਉਹਨਾਂ ਦੀ ਆਦਤਾਂ ਬਹੁਤ ਵਧੀਆ ਸੀਗੀਆਂ, ਉਹਨਾਂ ਨੇ ਮਤਲਬ ਕੋਈ ਵੀ ਜ਼ਿਆਦਾ ਮੈਸਟਰਬੇਸ਼ਨ ਜਾਂ ਹੱਥ-ਰੱਸੀ ਨਹੀਂ ਕੀਤੀ ਸੀਗੀ, ਉਹਨਾਂ ਨੂੰ ਕਬਜ਼ ਦੀ ਤਕਲੀਫ ਸੀਗੀ। ਉਹਨਾਂ ਦੀ ਕਬਜ਼ ਜਿਵੇਂ ਹੀ ਅਸੀਂ ਠੀਕ ਕੀਤੀ, ਵਿਦਿਨ ਡਾਈਟ, ਸਿਰਫ ਡਾਈਟ ਚੇਂਜ ਕੀਤੀ, ਅਜੇ ਕੋਈ ਉਹਨਾਂ ਨੂੰ ਹਰਬਲ ਸਪਲੀਮੈਂਟਸ ਨਹੀਂ ਦਿੱਤੇ, ਸਿਰਫ ਡਾਈਟ ਚੇਂਜ ਕੀਤੀ, ਵਿਦਿਨ ਅ ਪੀਰੀਅਡ ਆਫ ਲਾਈਕ 2 ਵੀਕਸ ਉਹਨਾਂ ਦੀ ਪ੍ਰੋਬਲਮ ਜਿਹੜੀ ਸੀਗੀ ਉਹ 90% ਠੀਕ ਹੋ ਗਈ। ਮਤਲਬ ਜਿਹੜਾ ਸੁਪਨਦੋਸ਼ ਦੀ ਪ੍ਰੋਬਲਮ 16-20 ਵਾਰੀ ਹੋ ਰਹੀ ਸੀਗੀ, ਉਹ ਮਹੀਨੇ ਵਿੱਚ ਸਿਰਫ 1 ਜਾਂ 2 ਵਾਰ ਹੋਣ ਲੱਗ ਪਈ। ਸੋ ਜਦ ਉਹਨਾਂ ਨੇ ਲਗਾਤਾਰ 5-6 ਮਹੀਨੇ ਫੋਲੋ ਕੀਤੀ, ਹੁਣ ਉਹਨਾਂ ਨੂੰ ਪ੍ਰੋਬਲਮ ਹੈ ਹੀ ਨਹੀਂ, ਬਿਲਕੁਲ ਜੜ ਤੋਂ ਖਤਮ ਹੋ ਗਈ ਹੈ। ਸੋ ਕਹਿਣ ਦਾ ਮਤਲਬ ਇਹ ਠੀਕ ਹੋ ਸਕਦੀ ਹੈਗੀ ਜੇ ਆਪਾਂ ਆਪਣੀ ਆਦਤਾਂ ਨੂੰ ਸੁਧਾਰ ਲਈਏ ਤੇ ਥੋੜਾ ਖਾਣ ਪੀਣ ਠੀਕ ਕਰ ਲਈਏ। ਸੋ ਤੁਸੀਂ ਇਹ ਵੀ ਕਿਹਾ ਕਿ ਇਟਸ ਜਸਟ ਲਾਈਕ ਅ ਮਾਈਂਡ ਗੇਮ, ਤੇ ਤੁਹਾਨੂੰ ਆਪਣਾ ਥੋੜਾ ਫਿਜ਼ੀਕਲੀ ਵੀ ਤੁਹਾਨੂੰ ਆਪਣਾ ਵਰਕਆਊਟ ਕਰਨ ਦੀ ਲੋੜ ਆ। ਜਦੋਂ ਵੀ ਕੋਈ ਮੈਂਟਲੀ ਜਾਂ ਕੋਈ ਇਹੋ ਜਿਹੀ ਚੀਜ਼ ਹੁੰਦੀ ਆ, ਬਹੁਤ ਦਿਮਾਗ 'ਚ ਆਉਂਦਾ ਹੈ ਕਿ ਡਾਕਟਰਸ ਮੈਡੀਟੇਸ਼ਨ ਦੀ ਗੱਲ ਕਰਦੇ ਆ ਜਾਂ ਯੋਗਾ ਦੀ ਗੱਲ ਕਰਦੇ ਆ, ਕਿ ਇਹ ਚੀਜ਼ਾਂ ਇਸ ਕੰਡੀਸ਼ਨ ਦੇ ਵਿੱਚ ਵੀ ਹੈਲਪਫੁਲ ਹੋ ਸਕਦੀਆਂ ਨੇ? ਜੀ ਬਿਲਕੁਲ, ਮਾਈਂਡ ਤੇ ਵਰਕ ਕਰਨਾ ਯੋਗਾ ਜਿਹੜਾ ਹੈਗਾ ਇਸ ਤੇ ਹੈਲਪ ਕਰਦਾ ਹੈਗਾ। ਖਾਸ ਕਰ ਯੋਗਾ ਵਿੱਚ ਕੁਝ ਆਸਨ ਹੈਗੇ, ਜਿਵੇਂ ਕਿ ਸਰਵਾਂਗ ਆਸਨ ਹੋ ਗਿਆ, ਜਿਹਨੂੰ ਸ਼ੋਲਡਰ ਸਟੈਂਡ ਕਹਿੰਦੇ ਹੈਗੇ, ਸੀਸ ਆਸਨ ਹੋ ਗਿਆ, ਜਿਹਨੂੰ ਹੈਡ ਸਟੈਂਡ ਕਹਿੰਦੇ ਹੈਗੇ ਆ। ਇਸ ਤੋਂ ਇਲਾਵਾ ਬ੍ਰਹਮਚਾਰੀ ਆਸਨ ਜਿਹੜਾ ਹੈਗਾ ਥੋੜਾ ਡਿਫਿਕਲਟ ਹੁੰਦਾ ਹੈਗਾ ਕਰਨਾ, ਬਿਕਾਜ਼ ਦੈਟ ਇਜ਼ ਐਡਵਾਂਸਡ ਫਾਰਮ ਆਫ ਵਜਰ ਆਸਨ। ਜਿਹੜਾ ਵਜਰ ਆਸਨ ਹੈ, ਜੇ ਤੁਸੀਂ ਆਪਣੇ ਥਾਈਜ਼ ਦੇ ਬਲ ਬੈਠਦੇ ਹੈਗੇ ਤੇ ਉਹਨੂੰ ਥੋੜਾ ਜਿਹਾ ਹੋਰ ਸਾਈਡ ਤੇ ਖੋਲ ਕੇ ਉਹ ਬ੍ਰਹਮਚਾਰੀ ਆਸਨ ਬਣ ਜਾਂਦਾ ਹੈਗਾ। ਦੈਟ ਇਜ਼ ਲਿਟਲ ਐਡਵਾਂਸਡ, ਪਰ ਉਹ ਵੀ ਵਧੀਆ ਹੁੰਦਾ ਹੈਗਾ। ਉਹਦੇ ਨਾਲ ਤੁਹਾਡੀ ਜਿਹੜੀ ਹੈਗੀ ਹੈ ਵਿਲ ਪਾਵਰ ਵੀ ਥੋੜੀ ਵਧਣੀ ਸ਼ੁਰੂ ਹੋ ਜਾਂਦੀ ਹੈਗੀ। ਐਂਡ ਪ੍ਰਾਣਾਯਾਮ ਦੀ ਅਗਰ ਆਪਾਂ ਗੱਲ ਕਰੀਏ, ਅਨੁਲੋਮ ਵਿਲੋਮ ਪ੍ਰਾਣਾਯਾਮ ਹੋ ਗਿਆ, ਨਾੜੀ ਸ਼ੋਧਨ ਪ੍ਰਾਣਾਯਾਮ ਹੋ ਗਿਆ, ਜਿਹਦੇ ਵਿੱਚ ਕੁੰਭਕ, ਰੇਚਕ, ਪੂਰਕ ਵੀ ਹੋਣ, ਤੇ ਬਹੁਤ ਵਧੀਆ ਵਰਕ ਕਰਦੇ ਹੈਗੇ ਇਸ ਕੰਡੀਸ਼ਨ ਵਿੱਚ। ਕਿਉਂਕਿ ਜਦ ਤੁਸੀਂ ਆਪਣੀ ਬਰੀਥਿੰਗ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੇ ਹੋ, ਵੈਨ ਯੂ ਸਟਾਰਟ ਬਰੀਥਿੰਗ ਕੌਨਸ਼ੀਅਸਲੀ, ਤੁਹਾਡਾ ਮਾਈਂਡ ਜਿਹੜਾ ਹੈਗਾ ਕਾਫੀ ਹੱਦ ਤੱਕ ਜਿਹੜਾ ਹੈਗਾ ਇਹ ਇੱਕ ਫਲੋ ਵਿੱਚ, ਇੱਕ ਪੈਟਰਨ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਸੋ ਜਦ ਨਾੜੀ ਸ਼ੋਧਨ ਕਰਦੇ ਹੋ ਵਿਦ ਪੂਰਕ, ਕੁੰਭਕ, ਰੇਚਕ, ਤੇ ਫਿਰ ਕੀ ਹੁੰਦਾ ਹੈਗਾ ਕਿ ਇਹ ਮਨ ਤੇ ਜਿਹੜਾ ਸੰਤੁਲਨ ਹੈਗਾ ਉਹ ਧੀਰੇ-ਧੀਰੇ ਵਧਣਾ ਸ਼ੁਰੂ ਹੋ ਜਾਂਦਾ ਹੈਗਾ। ਐਂਡ ਐਜ਼ ਅ ਰਿਜ਼ਲਟ ਤੁਸੀਂ ਆਪਣੇ ਮਾਈਂਡ ਨੂੰ ਥੋੜਾ ਕਰਕੇ ਚੇਂਜ ਕਰ ਸਕਦੇ ਹੋ, ਸਟੇਬਲ ਕਰ ਸਕਦੇ ਹੋ, ਤੇ ਫਿਰ ਉਹਦਾ ਅਸਰ ਜਿਹੜਾ ਹੈਗਾ ਬੋਡੀ ਤੇ ਪੈਂਦਾ ਹੈਗਾ। ਲੇਕਿਨ ਬੋਡੀ ਤੇ ਵੀ ਵਰਕ ਕਰਨਾ ਜ਼ਰੂਰੀ ਹੈਗਾ। ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਡਾਈਟ ਤੇ ਲਾਈਫਸਟਾਈਲ ਵੀ ਇਹਦੇ ਵਿੱਚ ਬਹੁਤ ਮੈਟਰ ਕਰਦਾ ਹੈ, ਤੇ ਕੁਝ ਚੀਜ਼ਾਂ ਦੇ ਵਿੱਚ ਇਹ ਕਾਫੀ ਤੁਹਾਨੂੰ ਕਿਉਰ ਕਰ ਸਕਦਾ ਜਿਹਦੇ ਵਿੱਚ ਚੇਂਜਸ ਕੀਤੀਆਂ ਜਾਣ। ਸੋ ਇਹ ਕੰਡੀਸ਼ਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਨਾਈਟ ਫਾਲ ਦੇ ਵਿੱਚ, ਇਹਦੇ ਵਿੱਚ ਮਾਈਂਡ ਦੀ ਗੱਲ ਤਾਂ ਤੁਸੀਂ ਕੀਤੀ ਆ, ਪਰ ਜੇ ਲਾਈਫ ਤੇ ਡਾਈਟ ਦੀ ਗੱਲ, ਲਾਈਫਸਟਾਈਲ ਤੇ ਡਾਈਟ ਦੀ ਗੱਲ ਕੀਤੀ ਜਾਵੇ, ਉਹ ਕਿੱਦਾਂ ਸਹਾਇਕ ਹੋ ਸਕਦੀ ਹੈ, ਕੀ ਚੇਂਜਸ ਹੋ ਸਕਦੇ, ਗੱਲ ਕਰਾਂਗੇ। ਦਰਸ਼ਕ ਜੁੜਦੇ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਸਵਾਲ ਹੈ? ਮੈਂ ਕੈਲੀਫੋਰਨੀਆ ਤੋਂ ਬੋਲਦਾ ਜੀ। ਹਾਂਜੀ। ਸਵਾਲ ਇਹ ਹੈ ਜੀ, ਸਬਜ਼ੀ ਦੇ ਪਿਸ਼ਾਬ ਰੁਕਦੀ ਪ੍ਰੋਬਲਮ ਹੈ ਕੁਝ। ਕਾਦੀ ਮੈਨੂੰ ਸਮਝ ਨਹੀਂ ਆਇਆ। ਦੁਬਾਰਾ ਤੁਸੀਂ ਦੁਬਾਰਾ ਆਪਣੀ ਗੱਲ ਦੱਸੋਗੇ, ਜੀ ਵਿੱਚ ਆਵਾਜ਼ਾਂ ਆ ਰਹੀਆਂ ਨੇ, ਤੁਹਾਡੀ ਗੱਲ ਪੂਰੀ ਸੁਣ ਨਹੀਂ ਰਹੀ ਹੈਗੀ। ਅੱਛਾ, ਮੈਂ ਤੁਹਾਨੂੰ ਦੱਸ। ਹੈਲੋ। ਹਾਂਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੈਂ ਇੱਥੋਂ ਬੋਲਦਾ ਜੀ, ਕੈਲੀਫੋਰਨੀਆ ਤੋਂ। ਹਾਂਜੀ। ਤੇ ਹੈਲੋ। ਕੀ ਕਰੀਏ? ਮਾਫੀ ਚਾਹਾਂਗੇ ਜੀ, ਤੁਸੀਂ ਜਦੋਂ ਆਪਣੀ ਪੋਜੀਸ਼ਨ ਤੇ ਸੈੱਟ ਹੋ ਕੇ ਬੈਠ ਜਾਓ ਉਸ ਟਾਈਮ ਕਾਲ ਕਰਿਓ ਜੀ, ਥੋੜੀ ਪਿੱਛੇ ਡਿਸਟਰਬੈਂਸ ਬਹੁਤ ਆ ਰਹੀ ਆ। ਸੋ ਆਪਾਂ ਗੱਲ ਕਰ ਰਹੇ ਸੀ ਡਾਈਟ ਦੀ ਤੇ ਲਾਈਫਸਟਾਈਲ ਦੀ। ਜੀ ਬਿਲਕੁਲ। ਸੋ ਡਾਈਟ ਐਂਡ ਲਾਈਫਸਟਾਈਲ ਦਾ ਸਾਡੇ ਤੇ ਕਿਵੇਂ ਪ੍ਰਭਾਵ ਪੈਂਦਾ ਹੈਗਾ, ਜਿਹੜੇ ਜਿਸ ਤਰ੍ਹਾਂ ਦਾ ਭੋਜਨ ਖਾਂਦੇ ਹੈਗੇ ਆ ਨਾ, ਉਹ ਸਾਤਵਿਕ ਹੋ ਸਕਦਾ ਹੈਗਾ, ਰਾਜਸਿਕ ਹੋ ਸਕਦਾ ਹੈ, ਤਾਮਸਿਕ ਹੋ ਸਕਦਾ ਹੈਗਾ। ਸਾਤਵਿਕ ਭੋਜਨ ਖਾਵਾਂਗੇ ਸਾਡੇ ਮਾਈਂਡ ਤੇ ਵੀ ਸਾਤਵਿਕ ਪ੍ਰਭਾਵ ਪਏਗਾ, ਤਾਮਸਿਕ ਭੋਜਨ ਖਾਵਾਂਗੇ ਉਹਦਾ ਵੀ ਸਾਡੇ ਮਾਈਂਡ ਤੇ ਤਾਮਸਿਕ ਪ੍ਰਭਾਵ ਪਏਗਾ। ਇਫ ਵੀ ਈਟ ਡੈਡ ਫੂਡ, ਜਿਹੜਾ ਡੈਡ ਫੂਡ ਹੈਗਾ, ਤਲਾ ਭੁਨਾ ਸਪਾਈਸੀ ਫੂਡ ਜਿਹੜਾ ਹੈਗਾ, ਉਹਦੇ ਨਾਲ ਵੀ ਸਾਡੇ ਮਾਈਂਡ ਤੇ ਅਸਰ ਪੈਂਦਾ ਹੈਗਾ। ਸਾਡਾ ਮਾਈਂਡ ਜਿਹੜਾ ਚੰਚਲ ਹੋਣਾ ਸ਼ੁਰੂ ਹੋ ਜਾਂਦਾ ਹੈਗਾ, ਭਜਣਾ, ਟੇਸਟ ਦੇ ਪਿੱਛੇ ਭਜਣਾ ਸ਼ੁਰੂ ਹੋ ਜਾਂਦਾ ਹੈਗਾ। ਲੇਕਿਨ ਅਸੀਂ ਅਗਰ ਫਰੂਟਸ ਐਂਡ ਵੈਜੀਟੇਬਲਸ ਖਾਵਾਂਗੇ, ਸਿੰਪਲ ਅਨਾਜ ਖਾਵਾਂਗੇ, ਉਹਦੇ ਨਾਲ ਸਾਡੇ ਮਾਈਂਡ ਜਿਹੜਾ ਹੈਗਾ ਕਾਫੀ ਹੱਦ ਤੱਕ ਇੱਕ ਸਾਤਵਿਕ ਮੋਡ ਵਿੱਚ ਕਾਮ, ਪੀਸਫੁਲ ਹੋ ਜਾਂਦਾ ਹੈਗਾ, ਤੇ ਉਹਦਾ ਵੀ ਅਸਰ ਪੈਂਦਾ ਹੈਗਾ। ਫਿਰ ਲਾਈਫਸਟਾਈਲ ਦੀ ਆਪਾਂ ਗੱਲ ਕਰੀਏ, ਜੇ ਅਸੀਂ ਸਵੇਰੇ ਜਲਦੀ ਉੱਠਣਾ ਸ਼ੁਰੂ ਕਰੀਏ, ਸਵੇਰੇ ਜਲਦੀ ਉੱਠ ਕੇ ਆਪਣਾ ਇਸ਼ਨਾਨ ਪਾਣੀ ਕਰਕੇ ਤੇ ਭਜਨ ਬੰਦਗੀ ਕਰਨਾ ਸ਼ੁਰੂ ਕਰੀਏ, ਪਾਠ ਪੂਜਾ ਕਰਨੀ ਸ਼ੁਰੂ ਕਰੀਏ, ਜਿਹੜੇ ਵੀ ਧਰਮ ਵਿੱਚ ਅਸੀਂ ਹੈਗੇ ਆ ਉਸ ਧਰਮ ਦੇ ਆਪਾਂ ਮੰਤਰ ਜਾਪ ਕਰਕੇ ਦੇਖੀਏ, ਧਿਆਨ ਸਾਧਨਾ ਕਰਕੇ ਦੇਖੀਏ, ਮੈਡੀਟੇਸ਼ਨ ਕਰਕੇ ਦੇਖੀਏ, ਇਹਦਾ ਵੀ ਬਹੁਤ ਜ਼ਿਆਦਾ ਜਿਹੜਾ ਅਸਰ ਪੈਂਦਾ ਹੈਗਾ ਚੰਗਾ। ਕਿਉਂਕਿ ਸਵੇਰ ਦਾ ਜਿਹੜਾ ਟਾਈਮ ਹੁੰਦਾ ਹੈ ਨਾ, ਉਸ ਟਾਈਮ ਵਿੱਚ ਜੋ ਆਪਾਂ ਚੀਜ਼ ਕਰਦੇ ਹਾਂ ਉਹ ਸਾਡੇ ਪੂਰੇ ਦਿਨ ਤੱਕ ਉਹਦਾ ਪ੍ਰਭਾਵ ਸਾਡੇ ਮਾਈਂਡ ਤੇ ਰਹਿੰਦਾ ਹੈਗਾ।
ਹੈਗਾ। ਤਾਂ ਹੀ ਗੁਰਬਾਣੀ ਵਿੱਚ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਜਾਂਦੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਨਾਮ ਜਪੋ ਤੇ ਇਸੇ ਤਰ੍ਹਾਂ ਗੁਰਬਾਣੀ ਦਾ ਜਾਪ ਕਰੋ, ਜਿਹਦੇ ਨਾਲ ਤੁਹਾਡੇ ਮਾਈਂਡ ਜਿਹੜਾ ਹੈਗਾ ਚੰਗਾ ਰਹੂਗਾ ਤੇ ਇਹ ਪੂਰੇ ਦਿਨ ਵਾਸਤੇ ਹੀ ਇੱਕ ਵਧੀਆ ਸਟਾਰਟ ਹੋ ਜਾਂਦੀ ਹੈਗੀ ਹੈ। ਫਿਰ ਸਾਡੀ ਫਰੈਂਡਸ ਦੀ ਜਿਹੜੀ ਸਿਲੈਕਸ਼ਨ ਹੈਗੀ ਉਹ ਬਹੁਤ ਇੰਪੋਰਟੈਂਟ ਹੈਗੀ ਕਿ ਆਪਾਂ ਕਿਸ ਤਰ੍ਹਾਂ ਦੇ ਫਰੈਂਡ ਸਿਲੈਕਟ ਕਰਦੇ ਹੈਗੇ, ਜਿਹੜੇ ਸਾਨੂੰ ਚੰਗੀਆਂ ਚੀਜ਼ਾਂ ਸਿਖਾਉਂਦੇ ਹੈਗੇ ਇਹ ਜਿਹੜੇ ਸਾਨੂੰ ਗਲਤ ਪਾਸੇ ਲੈ ਕੇ ਜਾਂਦੇ ਹੈਗੇ। ਮੋਸਟ ਆਫ ਦਾ ਟਾਈਮਸ ਹੁੰਦਾ ਕੀ ਹੈਗਾ, ਜਿਹੜੇ ਛੋਟੇ ਬੱਚੇ ਹੁੰਦੇ ਹੈਗੇ ਆ ਵੈਨ ਦੇ ਰੀਚ ਅਬਾਊਟ 11 to 14 ਇਅਰਸ ਤਾਂ ਉਹਨਾਂ ਦੀ ਸੈਕਸ਼ੂਅਲ ਆਰਗਨਸ ਜਿਹੜੀ ਹੈਗੀਆਂ ਉਹ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਤੇ ਐਜ਼ ਅ ਰਿਜ਼ਲਟ ਉਸ ਟਾਈਮ ਇੰਟਰਨੈਟ ਕਰਕੇ ਭੈੜੀ ਸੰਗਤ ਕਰਕੇ ਤੇ ਇਹ ਜਿਹੜਾ ਬੱਚਾ ਹੈਗਾ ਉਹ ਉਸ ਗਲਤ ਕੰਮ ਵਿੱਚ ਲੱਗ ਜਾਂਦਾ ਹੈਗਾ, ਜਿਹਦੀ ਉਹਨੂੰ ਪਤਾ ਨਹੀਂ ਹੈਗਾ ਕਿ ਅੱਗੇ ਜਾ ਕੇ ਕੀ ਨੁਕਸਾਨ ਹੋ ਸਕਦਾ ਹੈਗਾ। ਉਹਦੇ ਨੁਕਸਾਨ ਉਹਨੂੰ 10 ਸਾਲ ਬਾਅਦ ਦਿਖਣੇ ਸ਼ੁਰੂ ਹੁੰਦੇ ਨੇ ਔਰ ਉਸ ਟਾਈਮ ਤੱਕ ਕੁਝ ਖਾਸ ਕੀਤਾ ਨਹੀਂ ਜਾ ਸਕਦਾ ਹੈਗਾ। ਕੀਤਾ ਤਾਂ ਜਾ ਸਕਦਾ ਹੈ, ਜਿਵੇਂ ਆਪਾਂ ਸ਼ੋਅ ਵਿੱਚ ਗੱਲ ਕਰ ਰਹੇ ਹੈਗੇ ਕਿ ਡਾਈਟ ਐਂਡ ਲਾਈਫਸਟਾਈਲ ਸੁਧਾਰੀ ਜਾ ਸਕਦੀ ਹੈ, ਮਾਈਂਡ ਤੇ ਵਰਕ ਕੀਤਾ ਜਾ ਸਕਦਾ ਹੈਗਾ ਐਂਡ ਤੁਸੀਂ ਕੁਝ ਹਰਬਸ ਵੀ ਯੂਜ਼ ਕਰ ਸਕਦੇ ਹੋ। ਲੇਕਿਨ ਜਿਹੜੀ 10 ਸਾਲ ਵਿੱਚ ਜਿਹੜਾ ਲਾਸ ਹੋਇਆ ਸੀਗਾ, ਮੰਨ ਲਓ ਅਗਰ ਉਹ ਨਹੀਂ ਹੋਇਆ ਹੁੰਦਾ ਤੇ ਕਿੰਨਾ ਪੋਟੈਂਸ਼ੀਅਲ ਸਾਡੇ ਕੋਲ ਸੀਗਾ ਹੈ ਨਾ, ਕਿੰਨੀ ਜ਼ਿਆਦਾ ਆਪਾਂ એનર્ਜੀ ਆਪਣੀ ਰਿਜ਼ਰਵ ਕਰ ਸਕਦੇ ਸੀਗੇ। ਸੋ ਇਸ ਤਰ੍ਹਾਂ ਪੇਰੈਂਟਸ ਵਾਸਤੇ ਵੀ ਜ਼ਰੂਰੀ ਬਣ ਜਾਂਦਾ ਹੈਗਾ ਕਿ ਪੇਰੈਂਟਸ ਵੀ ਜਦ ਆਪਣੇ ਬੱਚੇ ਹੋਣ ਤਾਂ ਉਹਨਾਂ ਨੂੰ ਇਸ ਚੀਜ਼ ਬਾਰੇ ਗਾਈਡ ਕਰਨ, ਕਿਉਂਕਿ ਅੱਜ ਕੱਲ੍ਹ ਕੀ ਹੈਗਾ ਮਾਹੌਲ ਇਸ ਤਰ੍ਹਾਂ ਦਾ ਹੈਗਾ ਕਿ ਗਾਈਡੈਂਸ ਪ੍ਰੋਪਰ ਮਿਲਦੀ ਨਹੀਂ ਹੈਗੀ ਤੇ ਗਾਈਡੈਂਸ ਦੇਣ ਵਾਲੇ ਕੌਣ ਨੇ, ਜਿਹੜੇ ਸਾਨੂੰ ਗਲਤ ਗਾਈਡ ਕਰਦੇ ਹੈਗੇ ਆ। ਈਵਨ ਤੁਸੀਂ ਅਗਰ ਡਾਕਟਰਾਂ ਦੀ ਵੀ ਗੱਲ ਕਰੋ, ਮੈਜੋਰਿਟੀ ਨੂੰ ਨਹੀਂ ਪਤਾ ਹੈਗਾ ਤੇ ਉਹਨਾਂ ਕੋਲ ਵੀ ਜਾਓਗੇ ਉਹ ਵੀ ਤੁਹਾਨੂੰ ਗਲਤ ਸਲਾਹ ਦੇ ਦੇਣਗੇ ਬਿਕਾਜ਼ ਉਹਨਾਂ ਦੇ ਸਿਲੇਬਸ ਵਿੱਚ ਉਹ ਚੀਜ਼ ਸੀਗੀ ਨਹੀਂ। ਤੇ ਇਹ ਜਿਹੜੀ ਚੀਜ਼ ਹੈਗੀ ਸਾਡੇ ਧਰਮ ਗ੍ਰੰਥਾਂ ਵਿੱਚ, ਆਯੁਰਵੇਦ ਵਿੱਚ ਇਹਨਾਂ ਬਾਰੇ ਲਿਖਿਆ ਹੋਇਆ ਹੈਗਾ। ਸੋ ਸਾਨੂੰ ਥੋੜੀ ਬਹੁਤ ਬੇਸਿਕ ਜਿਹੜੀ ਨੌਲੇਜ ਹੈਗੀ ਇਸ ਚੀਜ਼ ਬਾਰੇ ਹੋਣੀ ਚਾਹੀਦੀ ਹੈਗੀ। ਸੋ ਫੂਡ ਜਿਹੜਾ ਹੈਗਾ ਉਹ ਸਾਰਾ ਠੀਕ ਹੋਣਾ ਚਾਹੀਦਾ ਹੈਗਾ। ਫੂਡ ਵਿੱਚ ਫਾਈਬਰ ਹੋਣਾ ਚਾਹੀਦਾ ਹੈ। ਫਾਈਬਰ ਨਾਲ ਕੀ ਹੁੰਦਾ, ਸਾਡੇ ਪੇਟ ਜਿਹੜਾ ਹੈਗਾ ਉਹ ਸਾਫ਼ ਹੁੰਦਾ ਰਹਿੰਦਾ ਹੈਗਾ, ਟੌਕਸਿਨਸ ਇਕੱਠੇ ਨਹੀਂ ਹੁੰਦੇ ਹੈਗੇ, ਕਬਜ਼ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ, ਗੈਸ ਨਹੀਂ ਬਣਦੀ ਹੈਗੀ। ਸੋ ਜੇ ਠੀਕ ਹੁੰਦਾ ਰਹੇ ਤੇ ਸਾਡਾ ਮੋਸ਼ਨ ਪਾਸ ਠੀਕ ਹੁੰਦਾ ਰਹੇ ਤੇ ਗਰਮੀ ਦੀ ਪ੍ਰੋਬਲਮ ਘੱਟ ਹੁੰਦੀ ਹੈਗੀ, ਐਜ਼ ਅ ਰਿਜ਼ਲਟ ਉਸ ਕਰਕੇ ਵੀ ਸੋਪਨ ਦੀ ਪ੍ਰੋਬਲਮ ਘੱਟ ਜਾਂਦੀ ਹੈਗੀ। ਸੋ ਇਹ ਸਾਰੀ ਚੀਜ਼ਾਂ ਹੈਗੀਆਂ ਜਿਹੜੀ ਸਾਡੇ ਲਾਈਫ ਸਟਾਈਲ ਵਿੱਚ ਜ਼ਰੂਰੀ ਹੈਗੀਆਂ ਨੇ। ਤੁਸੀਂ ਕਿਹਾ ਕਿ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਹੋਇਆ ਤੇ ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਦੇ ਬਾਰੇ ਕੀ ਗੱਲ ਕੀਤੀ ਗਈ ਹੈ ਤੇ ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਅਸੀਂ ਯੂਐਸਏ ਤੋਂ ਬੋਲਦੇ ਹਾਂ। ਹਾਂਜੀ, ਕੈਲੀਫੋਰਨੀਆ। ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਹੈ ਵੀ ਮੈਂ ਡਾਇਬੈਟਿਕ ਹੈ ਤੇ ਥੋੜੀ ਦੇਰ ਤੋਂ ਮੇਰੀ ਜਿੱਦਾਂ ਹੱਥ ਛੇਕ ਹੁੰਦੇ, ਕਈ ਵਾਰੀ ਹੁਣ ਲੱਤਾਂ ਵੀ ਮਹਿਸੂਸ ਹੁੰਦੀਆਂ ਛੇਕ ਹੁੰਦੀਆਂ, ਪਰ ਹੱਥ ਮੇਰਾ ਖੱਬਾ ਜ਼ਿਆਦਾ ਛੇਕ ਹੁੰਦਾ। ਉਹ ਵੀ ਉਸ ਵੇਲੇ ਜਿਸ ਵੇਲੇ ਮੈਂ ਕੋਈ ਚੀਜ਼ ਫੜਦੀ ਹਾਂ, ਐਗਜ਼ਾਮਪਲ ਦੀ ਜਿੱਦਾਂ ਪੇਪਰ ਪਲੇਟ ਵੀ ਹੈ, ਕੁਝ ਵੀ ਹੈ, ਵੈਸੇ ਹੱਥ ਸ਼ੇਕ ਹੁੰਦੇ ਆ। ਜੀ, ਸੋ ਤੁਸੀਂ ਕਿਹਾ ਕਿ ਹੱਥ ਸ਼ੇਕ ਹੁੰਦੇ ਆ, ਸਮਟਾਈਮਸ ਹੁਣ ਲੈਗ ਸ਼ੇਕ ਹੋਣ ਲੱਗ ਗਈਆਂ, ਪਰ ਹੱਥ ਵੀ ਉਦੋਂ ਸ਼ੇਕ ਹੁੰਦੇ ਆ ਜਦੋਂ ਕੋਈ ਚੀਜ਼ ਤੁਸੀਂ ਫੜਦੇ ਹੋ ਹੈਵੀ। ਹਾਂਜੀ ਜੀ, 1 ਮਿੰਟ ਲਈ ਹੋਲਡ ਕਰਿਓ। ਤੁਹਾਡਾ ਇਸ ਤੋਂ ਇਲਾਵਾ ਕੋਈ ਹੋਰ ਸਵਾਲ ਹੈ ਜਾਂ ਬਸ ਇਹੀ ਸਵਾਲ ਹੈ? ਨਹੀਂ, ਬਸ ਇਹੀ ਜੀ, 1 ਮਿੰਟ ਲਈ ਹੋਰ ਕੁਝ ਪੁੱਛਣਾ ਤੁਸੀਂ? ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕਰਨ ਦੇ ਲਈ। ਸਾਡੇ ਕੁਝ ਦਰਸ਼ਕ ਸਾਨੂੰ ਹੁਣ ਕਾਲ ਕਰ ਰਹੇ ਨੇ, ਅਸੀਂ ਮਾਫੀ ਚਾਹਾਂਗੇ ਜੀ, ਸਮਾਂ ਘੱਟ ਹੋਣ ਦੇ ਚੱਲਦਿਆਂ ਹੁਣ ਹੋਰ ਕਾਲਸ ਨਹੀਂ ਲੈ ਸਕਦੇ ਹੈਗੇ। ਅਗਲੇ ਫਰਾਈਡੇ ਕਮਲ ਜੀ ਫਿਰ ਆਉਣਗੇ ਜਾਂ ਇਸ ਤੋਂ ਇਲਾਵਾ ਇਹਨਾਂ ਦੇ ਨੰਬਰ ਤੇ ਤੁਸੀਂ ਇਸ ਤੋਂ ਬਾਅਦ ਕਾਲ ਕਰ ਸਕਦੇ ਹੋ। ਜੀ ਸਰ। ਯੂਜ਼ੂਅਲੀ ਕੀ ਹੁੰਦਾ, ਡਾਇਬੀਟੀਜ਼ ਦੇ ਕੇਸ ਵਿੱਚ ਬਲੱਡ ਵਿੱਚ ਐਕਸੈਸ ਸ਼ੂਗਰ ਹੁੰਦਾ ਹੈ। ਇਹ ਜਿਹੜਾ ਸ਼ੂਗਰ ਹੈਗਾ ਸਾਡੀ ਜਿਸ ਆਰਗਨ ਵਿੱਚ ਜਾਂਦਾ ਹੈ ਉੱਥੇ ਡੈਮੇਜ ਕਰ ਸਕਦਾ ਹੈਗਾ। ਇਟ ਕੈਨ ਲੀਡ ਟੂ ਕਿਡਨੀ ਡੈਮੇਜ, ਨੈਫਰੋਪੈਥੀ, ਰੈਟੀਨੋਪੈਥੀ, ਅੱਖਾਂ ਖਰਾਬ ਹੋ ਸਕਦੀਆਂ ਨੇ। ਜਿਹੜੀ ਸਾਡੀ ਨਰਵਸ ਨੇ, ਨਾੜੀਆਂ ਨੇ ਨਾ, ਇਸ ਨਾੜੀਆਂ ਨੂੰ ਡੈਮੇਜ ਪਹੁੰਚ ਸਕਦਾ ਹੈਗਾ। ਜਦ ਸਾਡੀ ਨਾੜੀਆਂ ਵਿੱਚ, ਜਿਹਨੂੰ ਕਹਿੰਦੇ ਆਪਾਂ ਨਿਊਰੋਪੈਥੀ, ਤੇ ਨਾੜੀਆਂ ਨੂੰ ਡੈਮੇਜ ਪਹੁੰਚਣਾ ਸ਼ੁਰੂ ਹੋ ਜਾਂਦਾ ਹੈਗਾ, ਐਜ਼ ਅ ਰਿਜ਼ਲਟ ਟ੍ਰੈਂਬਲਿੰਗ ਜਿਹੜੀ ਹੈਗੀ, ਸ਼ੇਕਿੰਗ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈਗੀ, ਕਿਉਂਕਿ ਡਾਇਬੀਟੀਜ਼ ਹੈਗੀ। ਸੋ ਜਦ ਤੱਕ ਇਹ ਡਾਇਬੀਟੀਜ਼ ਠੀਕ ਨਹੀਂ ਹੋਏਗੀ ਤਦ ਤੱਕ ਇਹ ਪ੍ਰੋਬਲਮ ਠੀਕ ਨਹੀਂ ਹੋ ਸਕਦੀ ਹੈਗੀ। ਸੋ ਤੁਹਾਨੂੰ ਕਰਨਾ ਕੀ ਪਏਗਾ, ਆਪਣੀ ਡਾਈਟ ਵਿੱਚ, ਆਪਣੇ ਖਾਣ ਪੀਣ ਵਿੱਚ ਇਸ ਤਰ੍ਹਾਂ ਦੇ ਚੇਂਜਸ ਕਰਨੇ ਪੈਣਗੇ ਜਿਹਦੇ ਕਰਕੇ ਤੁਹਾਡੀ ਸ਼ੂਗਰ ਜਿਹੜੀ ਹੈ ਨੈਚੁਰਲੀ ਹੀ ਇੱਕ ਰੇਂਜ ਵਿੱਚ ਰਹਿਣ ਲੱਗ ਪਵੇ ਜਿੰਨੀ ਹੋਣੀ ਚਾਹੀਦੀ ਹੈਗੀ ਤੇ ਦਵਾਈਆਂ ਦਾ ਸਹਾਰਾ ਨਾ ਲੈਣਾ ਪਵੇ। ਸੋ ਜੇ ਤੁਸੀਂ ਇਸ ਨੂੰ ਅਚੀਵ ਕਰ ਲੈਂਦੇ ਹੋ, ਤੁਹਾਡੀ ਜਿਹੜੀ ਪ੍ਰੋਬਲਮਸ ਹੈਗੀਆਂ ਇਹ ਠੀਕ ਹੋ ਸਕਦੀਆਂ ਨੇ। ਕਿਉਂਕਿ ਤੁਹਾਡੀ ਉਮਰ ਜ਼ਿਆਦਾ ਹੈਗੀ, ਸੋ ਮੈਂ ਇਸ ਸ਼ੋਅ ਦੇ ਵਿੱਚ ਟੀਵੀ ਤੇ ਕੁਝ ਇਸ ਤਰ੍ਹਾਂ ਦੀ ਚੀਜ਼ ਨਹੀਂ ਦੱਸ ਸਕਦਾ ਜਿਹਦੇ ਨਾਲ ਤੁਸੀਂ ਪੂਰੀ ਤਰ੍ਹਾਂ ਠੀਕ ਹੋ ਜਾਓਗੇ, ਬਟ ਤੁਸੀਂ ਸਾਨੂੰ ਪਰਸਨਲੀ ਕੰਟੈਕਟ ਕਰਕੇ ਕੰਸਲਟੇਸ਼ਨ ਲੈ ਸਕਦੇ ਹੋ। ਅਸੀਂ ਤੁਹਾਨੂੰ ਗਾਈਡ ਕਰਾਂਗੇ ਕੀ ਖਾਣਾ ਹੈਗਾ, ਕੀ ਨਹੀਂ ਖਾਣਾ ਹੈਗਾ, ਜਿਹਦੇ ਨਾਲ ਨੈਚੁਰਲੀ ਹੀ ਕੁਝ ਟਾਈਮ ਵਿੱਚ ਤੁਹਾਡੀ ਸ਼ੂਗਰ ਰੇਂਜ ਵਿੱਚ ਰਹਿਣੀ ਸ਼ੁਰੂ ਹੋ ਜਾਵੇ। ਇੱਕ ਚੀਜ਼ ਮੈਂ ਤੁਹਾਨੂੰ ਛੋਟੀ ਜਿਹੀ ਦੱਸ ਸਕਦਾ ਹੈਗਾ ਕਿ ਜਦ ਵੀ ਰੋਟੀ ਸਬਜ਼ੀ ਖਾਂਦੇ ਹੋ, ਵੈਨੇਵਰ ਯੂ ਸਿਟ ਫॉर ਫੂਡ, ਜਦ ਵੀ ਰੋਟੀ ਸਬਜ਼ੀ ਖਾਣ ਬੈਠਦੇ ਹੋ ਤੇ ਐਟਲੀਸਟ 1 ਕਟੋਰੀ ਜਿਹੜਾ ਹੈਗਾ ਸਲਾਦ ਲੈ ਕੇ ਬੈਠਿਆ ਕਰੋ। 3-4 ਤਰ੍ਹਾਂ ਦੀ ਕੱਚੀ ਸਬਜ਼ੀਆਂ ਜਿਹੜੀਆਂ ਹੈਗੀਆਂ, ਰੋਟੀ ਸਬਜ਼ੀ ਖਾਣ ਤੋਂ 5 ਮਿੰਟ ਪਹਿਲਾਂ, 5 ਮਿੰਟਸ ਬਿਫੋਰ ਹੈਵਿੰਗ ਯੋਰ ਲੰਚ ਔਰ ਡਿਨਰ, ਸਲਾਦ ਖਾਇਆ ਕਰੋ। ਰੋਟੀ ਦੇ ਨਾਲ ਸਲਾਦ ਨਹੀਂ ਖਾਣਾ, ਰੋਟੀ ਤੋਂ ਪਹਿਲਾਂ ਸਲਾਦ ਖਾਣਾ ਹੈਗਾ। ਤੇ ਉਸ ਸਲਾਦ ਵਿੱਚ ਅਗਰ ਪਾਲਕ ਦੇ ਪੱਤੇ ਜਾਂ ਕੋਈ ਵੀ ਹਰੇ ਪੱਤੇ, ਜਿਹੜੇ ਧਨੀਆ ਪੱਤੇ, ਪਾਲਕ ਪੱਤੇ, ਮੂਲੀ ਦੇ ਪੱਤੇ ਤੁਸੀਂ ਪਾ ਲੋਗੇ ਤੇ ਉਹ ਜ਼ਿਆਦਾ ਬੈਨੀਫਿਟ ਕਰੇਗਾ। ਇਹ ਚੀਜ਼ ਤੁਸੀਂ ਸ਼ੁਰੂ ਕਰੋ, ਇਹਦੇ ਨਾਲ ਤੁਹਾਨੂੰ ਕੁਝ ਫਾਇਦਾ ਦਿਖੇਗਾ ਤੇ ਜਾਂ ਪੂਰਾ ਠੀਕ ਕਰਨ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਜੀ ਬਿਲਕੁਲ। ਤੇ ਆਪਾਂ ਧਾਰਮਿਕ ਗ੍ਰੰਥਾਂ ਦੀ ਗੱਲ ਕਰ ਰਹੇ ਸੀ, ਸਮਾਂ ਵੀ ਆਪਣੇ ਕੋਲ ਘੱਟ ਹੈ ਕਿ ਧਾਰਮਿਕ ਗ੍ਰੰਥਾਂ ਦੇ
ਵਿੱਚ ਇਸ ਦੇ ਬਾਰੇ ਕੀ ਲਿਖਿਆ ਗਿਆ? ਹਾਂ, ਧਾਰਮਿਕ ਗ੍ਰੰਥਾਂ ਵਿੱਚ ਜੇ ਆਪਾਂ ਗੱਲ ਕਰੀਏ, ਪਹਿਲਾਂ ਆਪਾਂ ਗੱਲ ਕਰੀਏ ਕਿ ਕੋਈ ਵੀ ਇਨਸਾਨ ਸੈਕਸ਼ੂਅਲ ਐਕਟੀਵਿਟੀ ਵਿੱਚ ਕਿਉਂ ਜਾਂਦਾ ਹੈਗਾ, ਕਿਉਂਕਿ ਉਹਨੂੰ ਆਨੰਦ ਚਾਹੀਦਾ ਹੈ, ਮਜ਼ਾ ਚਾਹੀਦਾ ਹੈਗਾ, ਇੰਜੋਇਮੈਂਟ ਚਾਹੀਦੀ ਹੈ, ਪਲੇਜ਼ਰ ਚਾਹੀਦਾ ਹੈਗਾ, ਰਾਈਟ। ਸੋ ਇਹ ਪਲੇਜ਼ਰ ਜਿਹੜਾ ਹੈਗਾ ਉਹ ਸਾਡੇ ਕੈਮੀਕਲ ਸਿਕ੍ਰੀਸ਼ਨਸ ਨਾਲ ਵੀ ਕਨੈਕਟਡ ਹੈ, ਜਿਵੇਂ ਆਪਾਂ ਗੱਲ ਕੀਤੀ ਡੋਪਾਮਾਈਨ ਦੀ, ਹੈ ਨਾ। ਸੋ ਇਸੇ ਤਰ੍ਹਾਂ ਦਾ ਗੁਰਬਾਣੀ ਦਾ ਪਰ ਆਪਾਂ ਨਜ਼ਰੀਆ ਲਈਏ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਚੀਜ਼ ਬਾਰੇ ਵਿਊ ਇਹ ਇਸ ਤਰ੍ਹਾਂ ਗੁਰੂ ਸਾਹਿਬ ਦੱਸਦੇ ਹੈਗੇ ਕਿ ਜੇ ਲੱਖ ਇਸਤਰੀਆਂ ਭੋਗ ਕਰੈ ਨਵਖੰਡ ਰਾਜ ਕਮਾਹੇ ਬਿਨ ਸਤਗੁਰ ਸੁਖ ਨਾ ਪਾਵੇ ਫਿਰ ਜੋ ਨਹੀਂ ਪਾਏ। ਕਿ ਜਿਵੇਂ ਇਨਸਾਨ ਦਾ ਹੁੰਦਾ ਹੈਗਾ ਕਿ ਉਹ ਬਹੁਤ ਸਾਰੀ ਸੈਕਸ਼ੂਅਲ ਐਕਟੀਵਿਟੀ ਵਿੱਚ ਇੰਗੇਜ ਹੋਵੇ ਜਾਂ ਬਹੁਤ ਉਹਦੇ ਕੋਲ ਰਾਜ ਹੋਵੇ, ਧਨ ਹੋਵੇ, ਦੌਲਤ ਹੋਵੇ, ਗੁਰੂ ਸਾਹਿਬ ਇਹ ਗੱਲ ਕਹਿੰਦੇ ਹੈਗੇ ਕਿ ਜੇ ਤੁਸੀਂ ਲੱਖਾਂ ਇਸਤਰੀਆਂ ਨਾਲ ਵੀ ਭੋਗ ਵਿਲਾਸ ਕਰ ਲੈਂਦੇ ਹੈਗੇ ਐਂਡ ਤੁਹਾਡੇ ਕੋਲ ਸਾਰੇ ਨਵਖੰਡ, ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਆ ਜਾਂਦਾ ਹੈਗਾ, ਧਨ ਦੌਲਤ ਆ ਜਾਂਦੀ ਹੈਗੀ, ਤਾਂ ਵੀ ਬਿਨ ਸਤਗੁਰ ਸੁਖ ਨਾ ਪਾਵੇ, ਬਿਨਾਂ ਸਤਗੁਰੂ ਦੇ ਉਪਦੇਸ਼ ਨੂੰ ਕਮਾਏ, ਬਿਨਾਂ ਗੁਰਬਾਣੀ ਨੂੰ ਪੜ੍ਹੇ ਤੁਸੀਂ ਸੱਚੇ ਸੁਖ ਨੂੰ, ਸੱਚੇ ਆਤਮਿਕ ਆਨੰਦ ਨੂੰ ਨਹੀਂ ਪ੍ਰਾਪਤ ਕਰ ਸਕਦੇ ਤੇ ਤੁਹਾਨੂੰ ਦੁਨੀਆ ਵਿੱਚ ਭਟਕਣਾ ਪਏਗਾ। ਸੋ ਗੁਰਬਾਣੀ is talking about this. Similarly, ਗੁਰਬਾਣੀ talks about ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਯਾਨੀ ਥੋੜੇ ਜਿਹੀ ਨਿਮਕ ਕਾਮ ਸਵਾਦ ਸੈਕਸ਼ੂਅਲ ਐਕਟੀਵਿਟੀ ਦੇ ਥੋੜੇ ਜਿਹੀ ਪ੍ਰੈਸ਼ਰ ਵਾਸਤੇ ਕੁਝ ਸੈਕਿੰਡਸ ਦਾ ਹੀ ਹੁੰਦਾ ਹੈ, 3-4 ਸੈਕਿੰਡ ਵਾਸਤੇ ਤੁਸੀਂ ਆਪਣੇ ਅੱਗੇ ਦੀ ਲਾਈਫ ਵਿੱਚ ਰਿਗਰੈਟ ਕਰਨਾ ਪੈਂਦਾ ਹੈਗਾ, ਬੰਦੇ ਨੂੰ ਪਛਤਾਣਾ ਪੈਂਦਾ ਹੈਗਾ। ਸੋ ਇਸ ਚੀਜ਼ ਨੂੰ ਵੀ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈਗਾ। ਸ੍ਰੀ ਜਪਜੀ ਸਾਹਿਬ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈਗਾ ਜਤ ਪਹਾਰਾ ਧੀਰਜ ਸੈਨਿਆਰ, ਯਾਨੀ ਕਿ ਜਤ ਜਿਹੜਾ ਹੈਗਾ, ਜਤੀ ਰਹਿਣਾ ਜਿਹੜਾ ਹੈਗਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੋ ਇੱਥੇ ਮੈਂ ਕੁਝ ਸਿੰਪਲ ਐਡਵਾਈਸ ਆਪਣੇ ਦਰਸ਼ਕਾਂ ਨੂੰ ਦੇਣਾ ਚਾਹੁੰਦਾ ਹੈਗਾ ਕਿ ਸਾਡੀ ਜਿਹੜੀ એનર્ਜੀ ਹੈਗੀ, ਜਿਹੜੀ ਸਾਡੀ ਊਰਜਾ ਹੈਗੀ ਹੈ, ਇਹ ਅਸੀਂ ਬਹੁਤ ਸਾਰੀ ਚੀਜ਼ਾਂ ਵਿੱਚ ਯੂਟਿਲਾਈਜ਼ ਕਰ ਸਕਦੇ ਹੈਗੇ ਆ। ਜਦ ਅਸੀਂ ਆਪਣੇ ਮਾਈਂਡ ਨੂੰ ਖਾਲੀ ਰੱਖਦੇ ਹਾਂ, ਸਾਡਾ ਕੋਈ ਟਾਰਗੇਟ ਨਹੀਂ ਹੁੰਦਾ, ਸਾਡਾ ਕੋਈ ਗੋਲ ਨਹੀਂ ਹੁੰਦਾ ਹੈਗਾ, ਤਾਂ ਆਪਾਂ ਇਸ ਦੂਜੇ ਪਾਸੇ ਜਾਂਦੇ ਹੈਗੇ ਆ। ਸੋ ਇਟਸ ਆਲਵੇਜ਼ ਗੁੱਡ ਕਿ ਆਪਣੀ ਲਾਈਫ ਵਿੱਚ ਇੱਕ ਗੋਲ ਸੈਟਿੰਗ ਰੱਖੋ ਕਿ ਬਈ ਮੈਂ ਇੰਨੇ ਟਾਈਮ ਵਿੱਚ ਇਹ ਚੀਜ਼ਾਂ ਕਰਨੀਆਂ ਹੈਗੀਆਂ, ਚਾਹੇ ਕੋਈ ਨਵਾਂ ਸਪੋਰਟ ਖੇਡਣਾ ਸਿੱਖਣਾ ਹੋਵੇ ਜਾਂ ਕੋਈ ਨया ਗਿਆਨ ਪ੍ਰਾਪਤ ਕਰਨਾ ਹੋਵੇ, ਕੋਈ ਨਈ ਸਕਿੱਲ ਸਿੱਖਣੀ ਹੋਵੇ ਜਾਂ ਕੋਈ ਵੀ ਇਨਫੋਰਮੇਟਿਵ ਚੀਜ਼ਾਂ ਹੈਗੀਆਂ ਜਿਹਦੇ ਨਾਲ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸੇਵਾ, ਆਪਾਂ ਸਮਾਜ ਦੀ ਸੇਵਾ ਕਰ ਸਕਦੇ ਹੈਗੇ ਆ। ਫੋਰ ਐਗਜ਼ਾਮਪਲ ਜੇ ਮੈਂ ਹੁਣੇ ਗੱਲ ਕਰਾਂ, ਇਹ ਸਾਰੀ ਜਿਹੜੀ ਮੈਂ ਇਨਫੋਰਮੇਸ਼ਨ ਤੁਹਾਨੂੰ ਦੇ ਰਿਹਾ ਹੈਗਾ, ਇਹ ਮੈਂ ਇਨਫੋਰਮੇਸ਼ਨ ਤਾਂ ਦੇ ਪਾ ਰਿਹਾ ਜੇ ਮੈਂ ਬਹੁਤ ਕਈ ਘੰਟੇ ਲਾ ਕੇ ਸਟੱਡੀ ਕੀਤਾ ਹੈ, ਇਹ ਮੈਂ ਪੜ੍ਹਿਆ ਹੈ, ਇਹਨੂੰ ਮੈਂ ਪੜ੍ਹਿਆ, ਇਹ ਮੈਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਰਿਹਾ ਹੈਗਾ। ਇਹ ਸੇਵਾ ਇੱਕ ਤਰ੍ਹਾਂ ਨਾਲ ਹੋ ਜਾਂਦੀ ਹੈਗੀ, ਇਹਦੇ ਨਾਲ ਮੈਨੂੰ ਬਹੁਤ ਸੁੱਖ ਮਿਲਦਾ ਹੈਗਾ। ਕਿਉਂਕਿ ਜਦ ਤੁਹਾਡਾ ਭਲਾ ਹੋਏਗਾ, ਤੁਸੀਂ ਖੁਸ਼ ਹੋਵੋਗੇ, ਤਾਂ ਮੈਨੂੰ ਵੀ ਉਹਦੇ ਨਾਲ ਸੁੱਖ ਪ੍ਰਾਪਤ ਹੋਏਗਾ। ਸੋ ਗੁਰਬਾਣੀ ਦੇ ਅਨੁਸਾਰ ਸੇਵਾ ਐਂਡ ਸਿਮਰਨ ਕਰਕੇ ਵੀ ਆਪਾਂ ਉਹ ਪਲੇਜ਼ਰ ਲੈ ਸਕਦੇ ਹੈਗੇ ਆ, ਉਹ ਸੁੱਖ ਆਤਮਿਕ ਆਨੰਦ ਪ੍ਰਾਪਤ ਕਰ ਸਕਦੇ ਹਾਂ ਜਿਹੜਾ ਸਾਨੂੰ ਹੋਰ ਕਿਸੇ ਚੀਜ਼ ਵਿੱਚ ਨਹੀਂ ਪ੍ਰਾਪਤ ਹੁੰਦਾ ਹੈਗਾ। ਸੋ ਇਹ ਮੇਰਾ ਸਾਰੇ ਦਰਸ਼ਕਾਂ ਨੂੰ ਮੈਸੇਜ ਹੈਗਾ ਕਿ ਅਸੀਂ ਆਪਣੇ ਮਾਈਂਡ, ਬੋਡੀ ਐਂਡ ਸੋਲ ਤੇ ਵਰਕਆਊਟ ਕਰੀਏ ਸੋ ਦੈਟ ਕਿ ਸਾਡੇ ਜਿਹੜਾ ਜੀਵਨ ਦਾ ਲਕਸ਼ਯ ਹੈਗਾ, ਜਿਹੜਾ ਆਬਜੈਕਟਿਵ ਹੈ, ਉਹ ਅਸੀਂ ਪੂਰਾ ਕਰ ਸਕੀਏ। ਜੀ ਕਮਲ ਜੀ, ਥੈਂਕ ਯੂ ਸੋ ਮਚ। ਤੁਸੀਂ ਕੁਝ ਨਵੇਂ ਟੌਪਿਕਸ ਹਮੇਸ਼ਾ ਲੈ ਕੇ ਆਉਂਦੇ ਹੋ ਤੇ ਸਾਡੇ ਦਰਸ਼ਕਾਂ ਨੂੰ ਡਿਟੇਲ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਦਿੰਦੇ ਹੋ। ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ, ਤੁਹਾਡੇ ਨਾਲ ਕਦੋਂ, ਕਿਵੇਂ ਤੇ ਕਿੱਥੇ ਕੰਟੈਕਟ ਕੀਤਾ ਜਾ ਸਕਦਾ? ਹਾਂਜੀ, ਸੋ ਜੇ ਕੋਈ ਵੀ ਦਰਸ਼ਕ ਸਾਡਾ ਇਸ ਪ੍ਰੋਬਲਮ ਨਾਲ, ਯਾਨੀ ਕਿ ਸਵਪਨ ਦੋਸ਼ ਹੋ ਗਿਆ ਜਾਂ ਫਿਰ ਇਲੈਕਟ੍ਰਾਈਲ ਡਿਸਫੰਕਸ਼ਨ ਹੋ ਗਿਆ ਜਾਂ ਸ਼ੀਘਰ ਪਤਨ ਹੋ ਗਿਆ ਜਾਂ ਮੈਸਟਰਬੇਸ਼ਨ ਦੀ ਪ੍ਰੋਬਲਮ ਹੋ ਗਈ ਜਾਂ ਫਿਰ ਕੋਈ ਡਾਇਬੀਟੀਜ਼, ਹਾਈਪਰਟੈਂਸ਼ਨ ਜਾਂ ਹੋਰ ਕੋਈ ਮੈਟਾਬੋਲਿਕ ਡਿਸਆਰਡਰ ਜਿਹੜਾ ਹੈਗਾ, ਅਸੀਂ ਇਹਨਾਂ ਸਾਰੇ ਚੀਜ਼ਾਂ ਵਾਸਤੇ ਨਿਊਟ੍ਰੀਸ਼ਨ ਐਂਡ ਡਾਈਟ ਕੰਸਲਟੇਸ਼ਨ ਦਿੰਦੇ ਹੈਗੇ ਆ। ਤੁਸੀਂ ਸਾਨੂੰ ਕੰਸਲਟ ਕਰ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ WhatsApp ਤੇ ਮੈਸੇਜ ਕਰਨਾ ਪਊਗਾ +91 97184 22691। ਇਸ ਤੇ ਤੁਸੀਂ WhatsApp ਤੇ ਮੈਸੇਜ ਛੱਡਣਾ ਹੈ ਆਈ ਨੀਡ ਕੰਸਲਟੇਸ਼ਨ, ਤੇ ਤੁਹਾਨੂੰ ਫਿਰ ਪ੍ਰੋਸੈਸ ਸਮਝਾ ਦਿੱਤਾ ਜਾਏਗਾ। ਇਸ ਤੋਂ ਇਲਾਵਾ ਅਸੀਂ ਕੁਝ ਬੁੱਕਸ ਲਿਖੀਆਂ ਨੇ ਜਿਵੇਂ ਕਿ ਐਡਵਾਂਸਡ ਨਿਊਟ੍ਰੀਸ਼ਨ ਥੈਰੇਪੀ। ਇਹਨਾਂ ਬੁੱਕਸ ਵਿੱਚ ਤੁਸੀਂ ਇਹਨੂੰ ਫ੍ਰੀਲੀ ਡਾਊਨਲੋਡ ਕਰਕੇ ਆਨਲਾਈਨ ਵੀ ਪੜ੍ਹ ਸਕਦੇ ਹੋ ਸਾਡੀ ਵੈਬਸਾਈਟ ਤੋਂ gosatvik.ca GOSATVIK.ca। ਤੁਹਾਨੂੰ PDF ਮਿਲ ਜਾਏਗੀ, ਤੁਸੀਂ ਪੜ੍ਹ ਸਕਦੇ ਹੋ ਔਰ ਸਿੱਖ ਸਕਦੇ ਹੋ ਕਿਸ ਤਰ੍ਹਾਂ ਆਪਣੇ ਆਪ ਨੂੰ ਹੈਲਦੀ ਰੱਖਣਾ ਹੈਗਾ। ਜੇ ਤੁਸੀਂ ਹਾਰਡ ਕਾਪੀ ਪੜ੍ਹਨਾ ਚਾਹੁੰਦੇ ਹੋ, Amazon ਤੋਂ ਤੁਸੀਂ ਇਹਨੂੰ ਡਾਊਨਲੋਡ ਮੰਗਵਾ ਵੀ ਸਕਦੇ ਹੋ। ਤੇ ਕੁਝ ਅਸੀਂ ਕੋਰਸਿਸ ਵੀ ਰਨ ਕਰਦੇ ਹੈਗੇ ਆ, ਜਿਵੇਂ ਅਸੀਂ ਅੱਜ ਦੇ ਸ਼ੋਅ ਵਿੱਚ ਗੱਲਾਂ ਕੀਤੀਆਂ, ਪੂਰੀ ਟ੍ਰੇਨਿੰਗ ਦਿੱਤੀ, ਹੋਰ ਵੀ ਡੂੰਘਾਈ ਵਿੱਚ ਜਾ ਕੇ ਆਪਾਂ ਲੋਕਾਂ ਨੂੰ ਸਿਖਾਉਂਦੇ ਹੈਗੇ ਆਪਣੇ ਕੋਰਸਿਸ ਦੁਆਰਾ। ਉਹ ਵੀ ਕੋਰਸਿਸ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਜੁਆਇਨ ਕਰ ਸਕਦੇ ਹੋ। ਐਂਡ ਆਈ ਹੈਵ ਸੀਨ ਇਨ ਮਾਈ ਐਕਸਪੀਰੀਅੰਸ ਕਿ ਡਾਇਬੀਟੀਜ਼ ਹੋਵੇ, BP ਹੋਵੇ ਜਾਂ ਇਹ ਸੈਕਸ਼ੂਅਲ ਪ੍ਰੋਬਲਮਸ ਹੋਣ, ਇਹ ਸਾਰੀ ਹੀ ਚੀਜ਼ਾਂ ਠੀਕ ਹੋ ਸਕਦੀਆਂ ਨੇ ਜੇ ਤੁਸੀਂ ਆਪਣੇ ਆਪ ਨੂੰ ਠੀਕ ਕਰਨ ਵਾਸਤੇ ਮਾਈਂਡਸੈਟ ਬਣਾ ਲਿਆ, ਆਪਣੇ ਮਾਈਂਡ ਨੂੰ ਰੈਡੀ ਕਰ ਲਿਆ ਤੇ ਆਪਣਾ ਖਾਣਾ ਪੀਣਾ, ਲਾਈਫਸਟਾਈਲ ਬਦਲ ਲਿਆ, ਤੇ ਤੁਸੀਂ ਠੀਕ ਹੋ ਸਕਦੇ ਹੋ। ਐਂਡ ਪਹਿਲਾ ਸੁੱਖ ਜਿਹੜਾ ਹੈਗਾ ਉਹ ਤਾਂ ਨਿਰੋਗੀ ਕਾਇਆ ਹੁੰਦਾ ਹੀ ਹੈਗਾ। ਜੀ ਥੈਂਕ ਯੂ ਸੋ ਮਚ ਕਮਲ ਜੀ, ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਜਾਣਕਾਰੀ ਦੇਣ ਲਈ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਸੋ ਦੋਸਤੋ, ਇਸ ਸਾਡਾ ਪ੍ਰੋਗਰਾਮ ਹੈਲਥ ਟਾਕ, ਉਮੀਦ ਕਰਦੇ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਕਮਲ ਜੀ ਨਾਲ ਉਹਨਾਂ ਦੀਆਂ ਡਿਟੇਲਸ ਸਾਂਝੀਆਂ ਕਰ ਦਿੱਤੀਆਂ ਗਈਆਂ ਨੇ, ਇੱਥੇ ਕੰਟੈਕਟ ਕਰ ਸਕਦੇ ਹੋ। ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।